ਰੈਡ FM ਸੁਣ ਰਹੇ ਸੀ 89.1 ਤੇ 93.1 CKYE ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਹੜੀ ਗੱਲਬਾਤ ਚੱਲਣੀ ਹੈ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਨਾਲ, ਉਹ ਹੈ ਕਿ ਖਾਨਦਾਨ ਦਾ ਗਰੂਰ। ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਪਰਿਵਾਰਕ ਜਿਹੜੀ ਉਹਨਾਂ ਦੀ ਪੁਸ਼ਤਾਨੀ ਜ਼ਿੰਦਗੀ ਹੈ ਜਾਂ ਉਹਨਾਂ ਦੇ ਦਾਦੇ ਪੜਦਾਦੇ ਕੀ ਰਹੇ ਨੇ ਅਤੇ ਕੀ ਕਰਦੇ ਰਹੇ, ਉਹਨਾਂ ਦੀ ਸ਼ਾਨੋ ਸ਼ੌਕਤ ਕਿੰਨੀ ਰਹੀ, ਇਸ ਦੇ ਉੱਤੇ ਅੱਗੇ ਤੋਂ ਅੱਗੇ ਮਾਣ ਕਰਦੇ ਨੇ। ਬਹੁਤ ਸਾਰੇ ਪਰਿਵਾਰ ਨੇ ਇਹੋ ਜਿਹੇ ਜਿਹੜੇ ਜਿਨ੍ਹਾਂ ਦੇ ਵਿੱਚ ਸਮੇਂ ਦੇ ਨਾਲ ਕਈ ਕਿਸਮ ਦੀਆਂ ਤਬਦੀਲੀਆਂ ਆ ਗਈਆਂ। ਮੌਜੂਦਾ ਹਾਲਤ ਦੇ ਵਿੱਚ ਬੇਸ਼ੱਕ ਉਹਨਾਂ ਦੀ ਆਰਥਿਕ ਸਥਿਤੀ ਜਾਂ ਉਹਨਾਂ ਦੀ ਸਮਾਜਿਕ ਸਥਿਤੀ ਉਨੀ ਵਧੀਆ ਨਾ ਰਹੀ, ਲੇਕਿਨ ਪਿੱਛੇ ਜਦੋਂ ਉਹ ਆਪਣੇ ਦਾਦੇ ਪੜਦਾਦੇ ਵੱਲ ਵੇਖਦੇ ਨੇ, ਆਪਣੀ ਫੈਮਿਲੀ ਟਰੀ ਦੇ ਤੋਂ ਫੈਮਿਲੀ ਹਿਸਟਰੀ ਨੂੰ ਵੇਖਦੇ ਆ, ਤਾਂ ਉਹਦੇ ਵਿੱਚ ਉਹਨਾਂ ਨੂੰ ਬੜੀਆਂ ਮਾਣਮੱਤੀਆਂ ਗੱਲਾਂ ਲੱਭਦੀਆਂ ਨੇ, ਉਹਨਾਂ ਨੂੰ ਪਤਾ ਹੁੰਦੀਆਂ ਨੇ। ਔਰ ਉਸ 'ਤੇ ਮਾਣ ਕਰਕੇ ਉਹ ਮੌਜੂਦਾ ਜ਼ਿੰਦਗੀ ਬੇਸ਼ੱਕ ਉਹਨਾਂ ਦੀ ਇੰਨੀ ਖੁਸ਼ਹਾਲ ਨਾ ਹੋਵੇ, ਲੇਕਿਨ ਇਸ ਦੇ ਉੱਤੇ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਹੈ। ਨਤੀਜੇ ਦੇ ਤੌਰ 'ਤੇ ਉਹ ਬਿਹਤਰ ਮਹਿਸੂਸ ਕਰਦੇ ਨੇ। ਔਰ ਆਪਣੇ ਖਾਨਦਾਨ 'ਤੇ ਮਾਣ ਕਰਨਾ ਕੋਈ ਮਾੜੀ ਗੱਲ ਨਹੀਂ, ਲੇਕਿਨ ਕਈਆਂ ਨੂੰ ਇਹ ਖਬਤ ਇਸ ਹੱਦ ਤੱਕ ਚਲਿਆ ਜਾਂਦਾ ਕਿ ਜਦੋਂ ਵੀ ਉਹ ਗੱਲ ਕਰਦੇ ਨੇ ਤਾਂ ਸਿਰਫ ਇੱਕੋ ਹੀ ਗੱਲ 'ਤੇ ਕੇਂਦਰਿਤ ਰਹਿੰਦੇ ਆ ਕਿ ਉਹਨਾਂ ਦਾ ਦਾਦਾ ਕਿੰਨਾ ਤਕੜਾ ਸੀ, ਉਹਨਾਂ ਦਾ ਬਾਬਾ ਕਿੰਨਾ ਤਕੜਾ ਸੀ, ਔਰ ਉਹ ਲੋਕ ਕਿੰਨਾ ਉਸ ਦਾ ਮਾਣ ਕਰਦੇ ਸਨ, ਔਰ ਉਹ ਕਿੰਨਾ ਅਮੀਰ ਸੀ। ਇਹਦਾ ਕੀ ਅਸਰ ਪੈਂਦਾ ਅੱਗੋਂ ਤੋਂ ਅੱਗੇ ਬੱਚਿਆਂ ਨੇ, ਜਿਨ੍ਹਾਂ ਨੇ ਕਦੇ ਦਾਦਾ ਪੜਦਾਦਾ ਵੇਖਿਆ ਨਹੀਂ, ਆਪਣੇ ਬੱਚਿਆਂ ਨੂੰ ਉਹ ਗੱਲਾਂ ਦੱਸਣ ਨਾਲ ਅੱਗੇ ਉਹਨਾਂ ਦੇ ਬੱਚੇ ਉਹਨਾਂ ਨੂੰ ਗੱਲਾਂ ਦੱਸਦੇ ਨੇ। ਇਹ ਸਿਲਸਿਲਾ ਲਗਾਤਾਰ ਚਾਲੂ ਰਿਹਾ। ਹੁਣ ਕਈ ਵਿਅਕਤੀਆਂ ਦੀ ਇੰਡੀਵਿਜੂਅਲ ਪ੍ਰਾਪਤੀਆਂ ਬਹੁਤ ਹੁੰਦੀਆਂ ਨੇ, ਬੇਸ਼ੱਕ ਉਹਨਾਂ ਦੇ ਪਿਛਲੇ ਖਾਨਦਾਨ ਦੇ ਵਿੱਚ ਇੰਨੀਆਂ ਪ੍ਰਾਪਤੀਆਂ ਨਹੀਂ ਹੋਈਆਂ। ਸੋ ਉਹਨਾਂ ਵਿਅਕਤੀਆਂ ਬਾਰੇ ਵੀ ਅੱਜ ਗੱਲਬਾਤ ਪ੍ਰੋਫੈਸਰ ਸਾਹਿਬ ਕਰਨਗੇ ਕਿ ਉਹਨਾਂ ਦੀਆਂ ਆਪਣੀਆਂ ਜ਼ਾਤੀ ਪ੍ਰਾਪਤੀਆਂ ਖਾਨਦਾਨ ਦੇ ਵਿੱਚ ਬੇਸ਼ੱਕ ਉਹਨਾਂ ਦੇ 'ਚ ਇਸ ਤਰ੍ਹਾਂ ਦੀ ਕੋਈ ਫਖਰ ਕਰਨ ਵਾਲੀ ਗੱਲ ਨਾ ਹੋਵੇ, ਨੋਰਮਲ ਜਿਹੜੀ ਇੱਕ ਸਧਾਰਨ ਜ਼ਿੰਦਗੀ ਬਸਰ ਕਰਨ ਵਾਲੇ ਉਹਨਾਂ ਦੇ ਬਾਬੇ ਦਾਦੇ ਹੋਣ, ਲੇਕਿਨ ਕੋਈ ਵਿਅਕਤੀ ਇਹੋ ਜਿਹਾ ਹੁੰਦਾ ਜਿਹੜਾ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਹੋ ਜਾਂਦਾ ਅਤੇ ਉਸ ਦੀਆਂ ਪ੍ਰਾਪਤੀਆਂ ਮਨੁੱਖਤਾ ਲਈ ਬਹੁਤ ਵੱਡਾ ਮਨੁੱਖਤਾ ਦੀ ਭਲਾਈ ਦਾ ਕਾਰਨ ਬਣਦੀਆਂ ਨੇ। ਸੋ ਇਸ ਕਿਸਮ ਦੀਆਂ ਘਟਨਾਵਾਂ ਵੀ ਹੋ ਜਾਂਦੀਆਂ ਨੇ, ਲੇਕਿਨ ਉਹਨਾਂ ਨੂੰ ਪਿੱਛੇ ਜਦੋਂ ਗੱਲ ਕਰਦੇ ਹਾਂ ਤਾਂ ਐਡੀ ਕੋਈ ਮਾਣ ਵਾਲੀ ਗੱਲ ਨਹੀਂ ਹੁੰਦੀ। ਪਰ ਸਭ ਖਾਨਦਾਨੀ ਦੇ ਗਰੂਰ ਦੇ ਬਾਰੇ ਵੀ ਗੱਲਬਾਤ ਕਰਨਗੇ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਰ ਸਾਹਿਬ। ਥੈਂਕ ਯੂ ਸੈਨ ਸਾਹਿਬ। ਸੈਨ ਸਾਹਿਬ ਇਹਦੀ ਮੈਂ ਗੱਲ ਤਾਂ ਆਪਾਂ ਇਹਦੇ ਕਰਦੇ ਹਾਂ। ਅੱਜ ਪੜ੍ਹਿਆ ਤਾਂ ਮੈਂ ਅੱਗੇ ਵੀ ਸੀ, ਅੱਜ ਸਵੇਰੇ ਮੈਂ ਫਿਰ ਉਹ ਦੇਖ ਲਿਆ ਅਤੇ ਮੈਨੂੰ ਆਪਣੇ ਉਹ ਸਿਸਰੋ ਦਾ ਮੈਂ ਪੜ੍ਹਿਆ ਜੀ। ਇਹ ਜਿਹੜੇ ਸਿਸਰੋ ਹੋਏ ਆ ਜੀ, ਇਹ ਸਮਝੋ ਜੂਲੀਅਸ ਸੀਜ਼ਰ ਦੇ ਟਾਈਮ ਦੇ ਵਿੱਚ ਹੋਏ ਆ। ਅਤੇ ਆਹ ਜਿਹੜੀ ਗੱਲ ਹੀ ਨਹੀਂ ਕਹੀ ਆ, ਇਹ 63 BC ਦੇ ਵਿੱਚ ਕਹੀ ਆ। 63 BC ਦਾ ਮਤਲਬ ਲਾ ਲਓ ਵੀ ਤੁਸੀਂ 2022 ਹੈ, ਲਾ ਲਓ 63 ਸਾਡੀ 2085-86 2100 ਸਾਲ ਪਹਿਲਾਂ ਇਹ ਗੱਲ ਕਹੀ ਆ ਉਹਨੇ ਇਹ ਗੱਲ ਇਹ ਕਹੀ ਆ ਵੀ ਟਾਈਮ ਚੰਗੇ ਨਹੀਂ ਹੁਣ, ਨਿਆਣੇ ਹੁਣ ਪੇਰੈਂਟਸ ਦਾ ਕਿਹਾ ਨਹੀਂ ਮੰਨਦੇ। ਠੀਕ ਹੈ ਨਾ। ਸੋ ਮੈਂ ਇਹ ਗੱਲ ਤਾਂ ਕੀਤੀ ਆ ਵੀ ਜਿਹੜੇ ਸਾਡੇ ਸੁਹਿਰਦ ਸੁਣਨ ਵਾਲੇ ਬੰਦੇ ਆ ਉਹ ਬਹੁਤੀ ਚਿੰਤਾ ਨਾ ਕਰਨ। ਇਹ ਪ੍ਰੋਬਲਮ ਬਹੁਤ ਪੁਰਾਣੀ ਹੈਗੀ ਆ, ਨਿਆਣੇ ਕਿਹਾ ਨਹੀਂ ਮੰਨਦੇ ਹੈ ਤਾਂ ਬਹੁਤਾ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ। ਇੱਦਾਂ ਹੀ ਰਹਿਣਾ, ਇਹ ਪਹਿਲਾਂ ਤੋਂ ਤੁਰਿਆ ਆਉਂਦਾ। ਹਰ ਨਵੀਂ ਜਨਰੇਸ਼ਨ ਨੂੰ ਇਹ ਰਹਿੰਦਾ ਵੀ ਇਹ ਜਾ ਕੇ ਸਾਡਾ ਉਨਾ ਸਤਿਕਾਰ ਨਹੀਂ ਹੁੰਦਾ ਜਿੰਨਾ ਅਸੀਂ ਕਰਦੇ ਹੁੰਦੇ ਸੀ। ਜਿੱਦਾਂ ਅਸੀਂ ਆਪਣੇ ਪੇਰੈਂਟਸ ਦਾ ਕਰਦੇ ਸੀ, ਇਹ ਨਹੀਂ ਗਾਹਾਂ ਕਰਦੇ। ਹਰ ਟੀਨੇਜਰ ਇਹ ਕਹਿੰਦਾ ਰਹਿੰਦਾ ਮੇਰੇ ਬਾਪੂ ਨੂੰ ਇੰਨਾ ਨਹੀਂ ਪਤਾ। ਉਹੀ ਗੱਲ ਓਬੇ ਨਹੀਂ ਕਰਦੇ। ਉਹਨੂੰ ਕਿਹਾ ਸੀ ਦੇ ਡੋਂਟ ਓਬੇ ਨਹੀਂ ਕਰਦੇ। ਚਲੋ ਹੁਣ ਆਪਾਂ ਇਹ 'ਤੇ ਆਉਂਦੇ ਥੈਨ ਸਾਹਿਬ। ਇਹ ਖਾਨਦਾਨੀ ਜਿਹੜਾ ਪ੍ਰਾਈਡ ਆ ਜਾਂ ਗਰੂਰ ਕਹਿ ਲਓ, ਇਹ ਸਮਝਣ ਦੇ ਲਈ ਮੈਂ ਇੱਕ ਬੇਨਤੀ ਕਰਾਂ, ਥੋੜ੍ਹਾ ਜਿਹਾ ਪਿੱਛੇ ਜਾਈਏ ਆਪਾਂ, ਫਿਰ ਸਮਝਣਾ ਵੀ ਸੌਖਾ ਹੋ ਜਾਊਗਾ ਤਾਂ ਮੈਨੂੰ ਗੱਲ ਕਰਨੀ ਵੀ ਥੋੜ੍ਹੀ ਜਿਹੀ ਸੌਖੀ ਹੋ ਜਾਊਗੀ। ਇਹ ਪਿੱਛੇ ਜਾਣ ਲਈ ਵੀ ਇਹਦਾ ਆਗਾਜ਼ ਕੀ ਆ ਜੀ। ਹੁਣ ਇਹ ਖਾਨਦਾਨੀ ਪ੍ਰਾਈਡ ਜਿਹੜਾ, ਜਿਸ ਵੇਲੇ ਆਦਮੀ, ਜੇ ਆਪਾਂ ਉੱਥੇ ਹੰਟਰ ਸਟੇਜ 'ਚ ਚੱਲ ਜਾਈਏ, ਜਿਸ ਵੇਲੇ ਆਦਮੀ ਸ਼ਿਕਾਰ ਖੇਲ ਕੇ ਸ਼ਿਕਾਰ ਮਾਰ ਕੇ ਗੁਜ਼ਾਰਾ ਕਰਦਾ ਸੀ, ਉਸ ਵੇਲੇ ਕੋਈ ਖਾਨਦਾਨੀ ਪ੍ਰਾਈਡ ਨਹੀਂ ਸੀ ਹੈ। ਉਸ ਵੇਲੇ ਇਸ ਕਰਕੇ ਵੀ ਹੈ ਨਾ ਸੀ ਵੀ ਖਾਨਦਾਨੀ ਹੈ ਨਾ ਸੀ। ਖਾਨਦਾਨ ਜਿਹੜਾ ਹੈਗਾ ਆ, ਖਾਨਦਾਨ ਸਹੀ ਮਾਇਨਿਆਂ ਦੇ ਵਿੱਚ ਮਾਂ ਨੇ ਬੰਨਿਆ। ਪਹਿਲਾਂ ਆਪਾਂ ਇਹ 'ਤੇ ਗੱਲ ਕਰ ਚੁੱਕੇ ਹਾਂ ਕਿ ਮਾਂ ਨੇ ਬੰਨਿਆ, ਕਿਉਂਕਿ ਫਾਦਰ ਦਾ ਪਤਾ ਨਹੀਂ ਸੀ ਹੁੰਦਾ, ਫਾਦਰ ਦਾ ਪਤਾ ਨਹੀਂ ਸੀ ਹੁੰਦਾ। ਫਿਰ ਹੌਲੀ ਹੌਲੀ ਜਾਂ ਫਾਦਰ ਦਾ ਪਤਾ ਲੱਗਾ, ਮਾਂ ਨੇ ਫਾਦਰ ਨੂੰ ਵੀ ਬੰਨ੍ਹ ਲਿਆ ਜੀ। ਫਿਰ ਫੈਮਿਲੀ ਵਜੂਦ ਵਿੱਚ ਆ ਗਈ। ਜਿਸ ਵੇਲੇ ਉਹ ਫੈਮਿਲੀ ਵਜੂਦ ਦੇ ਵਿੱਚ ਆਈ ਜੀ, ਉਸ ਵੇਲੇ ਕੋਈ ਫੈਮਿਲੀ ਦਾ ਜਿਹੜਾ ਹੈਗਾ ਪ੍ਰਾਈਡ ਨਹੀਂ ਸੀ ਹੈ, ਕਿਉਂਕਿ ਉਸ ਵੇਲੇ ਜਿਹੜਾ ਇਨਸਾਨ ਸੀ ਉਹਦੀ ਲੜਾਈ ਇਨਸਾਨਾਂ ਨਾਲ ਨਹੀਂ ਸੀ ਹੈ, ਉਹਦੀ ਲੜਾਈ ਜਾਨਵਰਾਂ ਨਾਲ ਸੀ ਉਸ ਵੇਲੇ।
ਫਿਰ ਜਿਸ ਵੇਲੇ ਉਹਨੂੰ ਇਹ ਪਤਾ ਲੱਗਾ ਵੀ ਇਹ ਜਿਹੜੇ ਫਲਦਾਰ ਦਰਖਤ ਆ ਉਹ ਖਾਂਦਾ ਸੀ, ਵੀ ਇਹ ਜੇ ਫਲਦਾਰ ਦਰਖਤ ਮੈਂ ਕਬਜ਼ੇ ਵਿੱਚ ਕਰ ਲਵਾਂ ਜਾ ਕੇ ਤਾਂ ਮੇਰੀ ਥੋੜ੍ਹੀ ਵੱਧ ਜਾਊਗੀ ਗੱਲ ਜਾ ਕੇ। ਫਿਰ ਉਹ ਫੈਮਲੀਆਂ ਜਿਹੜੀਆਂ ਫੈਮਲੀਆਂ ਇਕੱਠੀਆਂ ਹੋ ਕੇ ਉਹਨੇ ਇੱਕ ਕਬੀਲਾ ਬਣਾ ਲਿਆ ਜੀ। ਕਬੀਲੇ 10 ਫੈਮਲੀਆਂ ਇਕੱਠੀਆਂ ਹੋ ਗਈਆਂ, ਕਬੀਲਾ ਬਣ ਗਿਆ ਜੀ। ਉਹ ਜਿਸ ਵੇਲੇ ਕਬੀਲਾ ਹੋ ਗਿਆ ਜੀ, ਫਿਰ ਕਬੀਲਿਆਂ ਨਾਲ ਲੜਾਈ ਸ਼ੁਰੂ ਹੋਈ। ਉੱਥੋਂ ਖਾਨਦਾਨੀ ਗਰੂਰ ਤੋਂ ਪਹਿਲਾਂ ਕਬੀਲਾ ਗਰੂਰ ਸ਼ੁਰੂ ਹੋਇਆ ਜੀ। ਅੱਛਾ, ਹਾਂ, ਪਹਿਲਾਂ ਕਬੀਲਿਆਂ ਦਾ ਗਰੂਰ ਸ਼ੁਰੂ ਹੋਇਆ ਜਾ ਕੇ ਜੀ, ਵੀ ਸਾਡਾ ਕਬੀਲਾ ਇਹ ਤਕੜਾ ਹੈ। ਉਹ ਕਬੀਲਿਆਂ ਨੇ ਫਿਰ ਆਪਣੇ ਇਲਾਕੇ ਵੀ ਵਸਾ ਲਏ, ਨਾਂ ਵੀ ਬਣਾ ਲਏ। ਔਰ ਇੱਕ ਮੈਂ ਤੁਹਾਨੂੰ ਦੱਸਦਾ, ਉਹ ਜਿਹੜੀ ਕਬੀਲਾ ਜ਼ਹਨੀਤ ਆ ਉਹ ਹੁਣ ਤੱਕ ਚੱਲੀ ਆ ਰਹੀ ਹੈ। ਇਹ ਅਸੀਂ ਜੀ ਆਹ ਸਾਡੇ ਗਿੱਲਾਂ ਦੇ ਪਿੰਡ ਆ ਜੀ, ਇਹ ਸਾਡੇ ਸਿੱਧੂਆਂ ਦੇ ਹੈ, ਸਾਡੇ ਥਿੰਦਾਂ ਦੇ ਹੈਗੇ, ਅਸੀਂ ਥਿੰਦ ਹੁੰਦੇ ਹਾਂ, ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ, ਫਲਾਣੇ ਮਤਲਬ ਉਹ ਜਿਹੜੀ ਟਰਾਈਬਲ ਪ੍ਰਾਈਡ ਆ ਉਹ ਅਜੇ ਵੀ ਇਨਸਾਨ ਦੇ ਵਿੱਚ ਆਉਂਦਾ। ਠੀਕ ਹੈ। ਅੱਛਾ, ਜਿਸ ਵੇਲੇ ਟਰਾਈਬਲ ਪ੍ਰਾਈਡ ਆਇਆ ਜੀ, ਇਹ ਹੁਣ ਸਮਝਣ ਵਾਲੀ ਗੱਲ ਹੈ ਜੀ। ਟਰਾਈਬ ਦੇ ਉੱਤੇ ਫਿਰ ਫੈਮਲੀਆਂ ਜਿਹੜੀਆਂ ਤਕੜੀਆਂ ਸੀ ਉਹਨੇ ਕਬਜ਼ੇ ਕੀਤੇ ਜੀ। ਜਿਹੜਾ ਜ਼ੋਰ ਵਿੱਚ ਤਕੜਾ ਸੀ ਜਾਂ ਜਿਹਦਾ ਪਰਿਵਾਰ ਬੜਾ ਸੀ ਥੋੜ੍ਹਾ ਜਿਹਾ, ਬੰਦੇ ਜ਼ਿਆਦਾ ਸੀ, ਜਿਹਦੇ ਕੋਲ ਬੰਦੇ ਜ਼ਿਆਦਾ ਸੀ, ਉਹਨੇ ਵੀ ਉਹ ਟਰਾਈਬ ਤੇ ਕਬਜ਼ਾ ਕਰ ਲਿਆ ਜੀ। ਉਹ ਜਿਸ ਵੇਲੇ ਟਰਾਈਬ ਤੇ ਕਬਜ਼ਾ ਕੀਤਾ, ਉਸ ਵੇਲੇ ਫਿਰ ਜਿਹੜਾ ਫੈਮਿਲੀ ਪ੍ਰਾਈਡ ਸ਼ੁਰੂ ਹੋਇਆ ਜਾ ਕੇ, ਵੀ ਸਾਡੀ ਜਿਹੜੀ ਹੈਗੀ ਫੈਮਿਲੀ ਆ, ਇਹ ਸਾਡੀ ਫੈਮਿਲੀ ਜਿਹੜੀ ਹੈਗੀ ਆ, ਇਹ ਦੇਖ ਲਾ ਸਾਰੇ ਪ੍ਰਾਈਡ ਦੇ ਮਾਲਕ ਹਾਂ ਅਸੀਂ। ਫਿਰ ਉਹਦੇ ਨਾਲ ਹੀ ਕੀ ਹੋਇਆ ਜੀ, ਇਹਦੇ ਜਿੱਦਾਂ ਵਿਕਾਸ ਹੁੰਦਾ ਹੈ, ਦੇਖੋ ਇਹ ਇਨਸਾਨ ਦਾ ਵਿਕਾਸ ਤੁਰਿਆ ਹੁੰਦਾ, ਨਾਲੇ ਨਾਲ ਇਸ ਵਿਕਾਸ ਦੇ ਦੂਜੇ ਪਾਸੇ ਉਹਨੂੰ ਉਹ ਵਿਕਾਸ ਹੋ ਗਿਆ, ਉਹਨੂੰ ਖੇਤੀ ਦਾ ਪਤਾ ਲੱਗਣ ਲੱਗ ਪਿਆ ਜੀ। ਹੌਲੀ ਹੌਲੀ ਉਹਨੂੰ ਅੱਗ ਦਾ ਪਤਾ ਲੱਗ ਗਿਆ, ਉਹ ਕੱਚੇ ਮਾਸ ਤੋਂ ਭੁੰਨ ਕੇ ਖਾਣ ਲੱਗ ਪਿਆ ਜੀ ਜਾ ਕੇ। ਠੀਕ ਹੈ ਨਾ, ਅਨਾਜ ਜਮ੍ਹਾਂ ਕਰਨ ਲੱਗ ਪਿਆ ਜੀ। ਜਿਸ ਵੇਲੇ ਉਹਨੂੰ ਇਹ ਪਤਾ ਲੱਗ ਗਿਆ ਨਾ ਜੀ ਵੀ ਆਹ ਜਿਹੜੇ ਆ ਸਿੱਟੇ ਹੈਗੇ ਆ, ਇਹ ਜੇ ਆਪ ਬੀਜ ਕੇ ਇਹਨੂੰ ਪੈਦਾ ਕੀਤੇ ਜਾ ਸਕਦੇ ਆ, ਫਿਰ ਉਹਨੂੰ ਆਪਣੇ ਦਰਿਆਵਾਂ ਦੇ ਕੰਢਿਆਂ ਤੇ ਖੇਤੀ ਸ਼ੁਰੂ ਕਰਤੀ। ਖੇਤੀ ਸ਼ੁਰੂ ਕਰਨ ਦੇ ਲਈ ਜਿਸ ਵੇਲੇ ਉਹਨੂੰ ਬੰਦਿਆਂ ਦੀ ਲੋੜ ਪਈ ਜਾ ਕੇ ਜੀ, ਉਹਨੂੰ ਫਿਰ ਦੂਜੀਆਂ ਟਰਾਈਬਸ ਦੇ ਉੱਤੇ ਹਮਲੇ ਕਰਕੇ ਉਹਨਾਂ ਦੇ ਬੰਦੇ ਖਿੱਚ ਕੇ ਲਿਆ ਕੇ ਬੰਦੂ ਬਣਾ ਲਏ, ਵੀ ਸਾਡੇ ਇੱਥੇ ਕੰਮ ਕਰਿਆ ਕਰੋ ਤੁਸੀਂ, ਅਸੀਂ ਕੰਮ ਨਾ ਕਰਿਓ। ਉੱਥੋਂ ਸਲੇਵਰੀ ਦਾ ਯੁੱਗ ਸ਼ੁਰੂ ਹੋ ਗਿਆ ਜੀ। ਉੱਥੋਂ ਫਿਰ ਸਲੇਵ ਬਣਾਉਣ ਲੱਗ ਪਿਆ ਜਾ ਕੇ, ਗੁਲਾਮੀ ਦਾ ਯੁੱਗ। ਇਹ ਜਿਹੜੇ ਥਿੰਦ ਸਾਹਿਬ, ਇਹ ਜਿਹੜੇ ਯੁੱਗ, ਇਹਨਾਂ ਨੂੰ ਹਜ਼ਾਰਾਂ ਹੀ ਸਾਲ ਲੱਗੇ ਆ, ਮਤਲਬ ਇੱਕਦਮ ਨਹੀਂ ਹੋਇਆ ਕੰਮ, ਇਵੋਲਵ ਹੋਇਆ ਹੌਲੀ ਹੌਲੀ। ਉਹ ਸਲੇਵਰੀ ਦਾ ਯੁੱਗ ਜਿਹੜਾ ਚੱਲਦਾ ਗਿਆ। ਹੁਣ ਜਿਹੜਾ ਸਲੇਵਰੀ ਦਾ ਥਿੰਦ ਸਾਹਿਬ ਯੁੱਗ ਸੀਗਾ, ਉਸ ਯੁੱਗ ਦੇ ਵਿੱਚ ਫਿਰ ਜਿਹੜੇ ਬੜੇ ਖਾਨਦਾਨ ਬਣ ਗਏ, ਉਹ ਫਿਰ ਆਪਣੇ ਆਪ ਨੂੰ ਉਹ ਬੜਿਆਂ ਕਬੀਲਿਆਂ 'ਤੇ ਰੂਲ ਕਰਨ ਲੱਗ ਪਏ। ਠੀਕ ਹੈ ਨਾ ਜੀ, ਉਹਦੇ ਉੱਤੇ ਜਾ ਕੇ ਵੀ ਅਸੀਂ ਇੰਨੇ ਤਕੜੇ ਹਾਂ, ਜ਼ਮੀਨ ਆ ਸਾਡੇ ਕੋਲ। ਉਹ ਸਲੇਵਰੀ ਦੇ ਖਿਲਾਫ ਜਿਸ ਵੇਲੇ ਹੋਇਆ, ਫਿਰ ਉੱਥੋਂ ਸੰਘਰਸ਼ ਸ਼ੁਰੂ ਹੋਇਆ ਜੀ, ਸਲੇਵ ਓਨਰਸ ਦਾ ਔਰ ਸਲੇਵਸ ਦਾ। ਅੱਛਾ, ਇੱਕ ਮੈਂ ਇੱਥੇ ਦੱਸਦਾ ਜਾ ਕੇ, ਇਹ ਦਿਮਾਗ ਦੇ ਵਿੱਚ ਆਦਮੀ ਰੱਖ ਲੈਂਦੇ ਜੀ ਵੀ ਕਾਲੇ ਸਲੇਬ ਹੁੰਦੇ ਆ, ਗੋਰੇ ਦੂਜੇ, ਇੱਦਾਂ ਨਹੀਂ ਹੈ ਜਾ ਕੇ। ਇਹ ਸਲੇਬ ਦੀ ਹਰ ਕਮਿਊਨਿਟੀ 'ਚ ਇਹ ਗੱਲ ਹੁੰਦੀ ਹੈ। ਇੱਕ ਇਹ ਵੀ ਖਿਆਲ ਰੱਖਿਆ ਜਾਵੇ ਵੀ ਜਿਹੜੀ ਇੱਥੇ ਮੈਂ ਗੱਲ ਕਰ ਰਿਹਾ, ਇਹ ਇੰਡੀਅਨ ਸਬ ਕੰਟੀਨੈਂਟ ਦੀ ਗੱਲ ਆ, ਉਹਦੇ ਵਿਕਾਸ ਦੇ ਵਿੱਚੋਂ ਜਿੱਦਾਂ ਆ ਕਿ ਕੋਈ ਯੂਰਪ ਦਾ, ਅਫਰੀਕਾ ਦਾ ਹੋਰ ਤਰ੍ਹਾਂ ਹੋਏ ਆ ਜਾ ਕੇ। ਅਸੀਂ ਉਹਦੀ ਗੱਲ ਕਰ ਰਹੇ ਹਾਂ ਜਿਹਨੂੰ ਬਰਰੇ ਸਗੀਰ ਕਹਿੰਦੇ ਆ, ਜਿਹਦੇ ਵਿੱਚ ਇੰਡੀਆ ਹੋਇਆ, ਪਾਕਿਸਤਾਨ ਹੋਇਆ, ਨੇਪਾਲ ਹੋਇਆ, ਬੰਗਲਾਦੇਸ਼ ਹੋਇਆ, ਇੰਡੀਅਨ ਸਬ ਕੰਟੀਨੈਂਟ, ਉਹਦੇ ਵਿੱਚ ਇੱਦਾਂ ਵਿਕਾਸ ਹੋਇਆ ਜਾ ਕੇ। ਜਿਸ ਵੇਲੇ ਸਲੇਵਰੀ ਦਾ ਯੁੱਗ ਹੋਇਆ ਜੀ, ਫਿਰ ਸਲੇਵ ਓਨਰ ਦੀ ਸਟਰਗਲ ਚੱਲਦੀ ਗਈ। ਔਰ ਉਹ ਸਲੇਵ ਜਿਹੜੀ ਹੈਗੀ ਆ, ਉਹ ਅਲੱਗ-ਅਲੱਗ ਇਲਾਕਿਆਂ 'ਚ ਅਲੱਗ-ਅਲੱਗ ਹੋਇਆ ਗਾ। ਹੁਣ ਕਈਆਂ ਦੇ ਵਿੱਚ ਸਲੇਵਸ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਸੀ, ਕਈਆਂ 'ਚ ਨਹੀਂ। ਜਿੱਦਾਂ ਹੁਣ ਇਸਲਾਮ ਵਿੱਚ ਨਹੀਂ ਕੀਤਾ ਜਾਂਦਾ। ਇਸਲਾਮ ਵਿੱਚ ਸਲੇਵ ਨੂੰ ਬਰਾਬਰ ਦਾ ਹੀ ਸਮਝਿਆ ਜਾਂਦਾ, ਤਕਰੀਬਨ ਜਾਂਦਾ। ਸੋ ਇਸੇ ਤਰ੍ਹਾਂ ਇਹ ਚੱਲਦਾ ਗਿਆ। ਫਿਰ ਜਿੱਦਾਂ ਆਪਾਂ ਅੱਗੇ ਇੱਕ ਵਾਰ ਗੱਲ ਕੀਤੀ ਸੀ ਵੀ ਇਟਲੀ ਦੇ ਵਿੱਚ ਸਪਾਰਟੇਕਸ ਹੋਣੀ ਬੜੀ ਲੜਾਈ ਲੜੀ ਜਾ ਕੇ, ਉੱਥੇ ਜਿਹੜੀ ਇਹਨਾਂ ਦੇ ਖਿਲਾਫ ਹੋਈ ਸਲੇਵਰੀ ਦੇ ਅੰਤ ਦੇ ਵਿੱਚ। ਜਿਸ ਵੇਲੇ ਹੁਣ ਸਲੇਵਰੀ ਦੇ ਯੁੱਗ ਦੇ ਵਿੱਚ ਜਿਹੜਾ ਹੈਗਾ ਆ, ਉਸ ਵੇਲੇ ਫਿਰ ਜਿਹੜਾ ਆਪਣਾ ਪ੍ਰਾਈਡ ਸੀਗਾ ਉਹ ਪੂਰਾ ਸੀ ਫੈਮਲੀਆਂ ਦਾ। ਉਹ ਇਹ ਵੀ ਸੀ ਵੀ ਮੇਰੇ ਕੋਲ ਜਿੰਨੇ ਕੋਲ ਵੱਧ ਸਲੇਵ ਨੇ ਉਹ ਖਾਨਦਾਨ ਜ਼ਿਆਦਾ ਆ, ਔਰ ਉਹ 'ਤੇ ਉਹ ਮਾਣ ਕਰਦੇ ਸੀ, ਉਹ ਰੂਲ ਕਰਦੇ ਸੀ, ਸਾਡੇ ਕੋਲ ਇੰਨੇ ਸਲੇਵ ਆ, ਸਾਡੇ ਐਂ ਸਲੇਵ ਆ, ਸਾਡੇ ਕੋਲ ਦੂਜੇ ਹੋ ਗਏ। ਅੱਛਾ, ਇਹ ਸਲੇਵਰੀ ਦੇ ਯੁੱਗ ਦੀ ਸਟਰਗਲ ਹਜ਼ਾਰਾਂ ਹੀ ਸਾਲ ਚੱਲਦੀ ਹੌਲੀ ਹੌਲੀ ਇਹ ਜਿਹੜੀ ਹੈਗੀ ਆ ਸਲੇਵਰੀ ਦਾ ਯੁੱਗ ਫਿਰ ਜਗੀਰਦਾਰੀ ਯੁੱਗ 'ਚ ਬਦਲ ਗਿਆ ਜੀ। ਕਿਉਂਕਿ ਫਿਰ ਫਿਊਡਲਿਜ਼ਮ ਆ ਗਿਆ ਜੀ। ਫਿਊਡਲਿਜ਼ਮ ਆ ਗਿਆ ਪਏ, ਸਲੇਵ ਨਹੀਂ ਹੈ, ਮੁੱਲ ਨਹੀਂ ਤੈਨੂੰ ਖਰੀਦਿਆ ਆ, ਪਰ ਤੂੰ ਇੱਥੇ ਕੰਮ ਕਰ, ਮਜ਼ਾਰਾ ਹੈ ਤੂੰ ਸਾਡਾ ਜਾ ਕੇ, ਤੈਨੂੰ ਇੰਨਾ ਕੁ ਪਿੱਛੋਂ ਮਿਲ ਜਾਊਗਾ, ਇੰਨਾ ਕੁ ਨਹੀਂ ਮਿਲ ਜਾਊਗਾ, ਪਰ ਤੂੰ ਇੱਦਾਂ ਨਹੀਂ ਹੈ ਵੀ ਕਿਤੇ ਹੋਰ ਜਾ ਸਕਦਾ। ਪ੍ਰੈਕਟੀਕਲੀ ਉਹ ਜਾ ਨਹੀਂ ਸੀ ਸਕਦਾ, ਕਿਉਂਕਿ ਉਹਨੂੰ ਕਰਜ਼ਾ ਚਾੜ ਦਿੰਦੇ ਸੀ ਉਹਦੇ ਸਿਰ ਤੇ। ਲੇਬਰ ਸੀ, ਹਾਂਜੀ, ਪਰ ਜ਼ਮੀਨ ਦੇ ਮਾਲਕ ਉਹ ਸੀ, ਜ਼ਮੀਨ ਦੇ ਮਾਲਕ ਉਹ ਸੀਗੇ। ਉਹ ਫਿਰ ਜਗੀਰਦਾਰੀ ਯੁੱਗ ਦੇ ਵਿੱਚ ਜਗੀਰਦਾਰ ਜਿਹੜਾ ਫਿਰ ਬੜੀ ਫੈਮਿਲੀ ਉਹਦੇ ਵਿੱਚ ਬਣ ਗਈ, ਅਤੇ ਉਹ ਚੱਲਦਾ ਗਿਆ ਜੀ। ਅੱਛਾ, ਇੱਥੋਂ ਨਾਲ ਫਿਰ ਥਿੰਦ ਸਾਹਿਬ ਜਗੀਰਦਾਰੀ ਯੁੱਗ ਦੇ ਨਾਲੇ ਨਾਲ ਜਿਹੜੀ ਆ ਉੱਧਰ ਇੰਡੀਆ ਦੇ ਵਿੱਚ ਨਾਲ ਕਾਸਟ ਸਿਸਟਮ ਵੀ ਸ਼ੁਰੂ ਹੁੰਦਾ ਆ। ਉਹ ਜਿੱਥੇ ਉੱਥੇ ਫਿਰ ਫੈਮਿਲੀ ਪ੍ਰਾਈਡ ਬਣਦਾ ਸੀ, ਉੱਥੇ ਕਾਸਟ ਪ੍ਰਾਈਡ ਵੀ ਬਣਨ ਲੱਗ ਪਿਆ।
ਉਹ ਜਿਹੜੀਆਂ ਜ਼ਾਤਾਂ ਆਪਣੇ ਆਪ ਨੂੰ ਸੋ ਕਾਲ ਉੱਚ ਜਾਤੀਆਂ ਕਹਾਉਂਦੀਆਂ ਸੀ, ਉਹਨਾਂ ਨੂੰ ਕਾਸਟ ਦਾ ਪ੍ਰਾਈਡ ਹੋਣ ਲੱਗ ਪਿਆ ਵੀ ਅਸੀਂ ਫਲਾਨੇ ਹੁੰਦੇ ਹਾਂ, ਠੀਕ ਹੈ, ਬ੍ਰਾਹਮਣ ਆ, ਹੁਣ ਤਾਂ ਜੱਟ ਵੀ ਕਹਿੰਦੇ ਅਸੀਂ ਜੱਟ ਹੁੰਦੇ ਹਾਂ। ਪਹਿਲੀਆਂ 'ਚ ਤਾਂ ਖੈਰ ਉਹ ਉੱਪਰਲੀਆਂ ਸਵਰਨ ਜਾਤੀਆਂ 'ਚ ਨਹੀਂ ਆਉਂਦੇ ਸੀ, ਪਰ ਹੁਣ ਤਾਂ ਆਪਣੇ ਆਪ ਨੂੰ ਸਵਰਨ ਨਾਲੋਂ ਵੀ ਮੈਨੂੰ ਲੱਗਦਾ ਪੰਜਾਬ 'ਚ ਤਾਂ ਉੱਪਰ ਸਮਝਦੇ ਆ। ਪਰ ਹਾਲੇ ਵੀ ਜਿਹੜੀ ਲਿਸਟ ਬਣਾਈ ਹੋਈ ਆ ਹਾਂ ਸਰਕਾਰ ਦੀ ਬੈਕਵਰਡ ਕਲਾਸਿਸ ਦੇ ਵਿੱਚ, ਹਾਂ ਕਹਿੰਦੇ ਜੱਟਾਂ ਦਾ ਵੀ ਕੋਈ ਨਾਮ ਵਾਲਾ ਉੱਥੇ ਉੱਚਾ ਨਹੀਂ ਆਉਂਦਾ। ਨਹੀਂ ਚਲੋ ਬੇਸ਼ੱਕ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ। ਆਹੋ ਉਹ ਹੈ ਤਾਂ ਸਹੀ, ਪਰ ਗੱਲ ਤੁਹਾਡੀ ਠੀਕ ਹੈ, ਉੱਚਾ ਤਾਂ ਨਹੀਂ ਹੈ। ਅੱਛਾ, ਉਹ ਜਿਸ ਵੇਲੇ ਸਿੰਘ ਸਾਹਿਬ ਇੱਥੋਂ ਫਿਰ ਫਿਊਡਲਿਜ਼ਮ ਦੇ ਨਾਲ ਬਸਤੀਵਾਦ ਸ਼ੁਰੂ ਹੋਇਆ ਜੀ, ਜਾਂ ਕਲੋਨੀਅਲਿਜ਼ਮ ਦਾ ਯੁੱਗ ਹੋਇਆ। ਬਾਹਰਲੇ ਮੁਲਕਾਂ ਦੇ ਉੱਤੇ ਕਬਜ਼ੇ ਕਰਨੇ ਸ਼ੁਰੂ ਹੋਏ ਜਾ ਕੇ, ਜਿਹਦੇ ਵਿੱਚੋਂ ਖਾਸ ਤੌਰ 'ਤੇ ਯੂਰਪੀਅਨ ਮੁਲਕਾਂ ਨੇ ਆ ਕੇ ਕਬਜ਼ੇ ਕੀਤੇ। ਹੁਣ ਇੱਥੇ ਇੱਕ ਮੈਂ ਹੋਰ ਗੱਲ ਵੀ ਸਿੰਘ ਸਾਹਿਬ ਕਲੀਅਰ ਕਰਨੀ ਚਾਹੁੰਦਾ। ਸਾਡੇ ਮਨ ਦੇ ਵਿੱਚ ਆਮ ਹੀ ਇਹ ਗੱਲ ਹੈਗੀ ਆ ਵੀ ਗੋਰਿਆਂ ਨੇ ਸਾਡੇ 'ਤੇ ਇੰਨਾ ਚਿਰ ਰਾਜ ਕੀਤਾ ਜੀ। ਇਹ ਮੈਂ ਕਲੀਅਰ ਕਰਨਾ, ਗੋਰਿਆਂ ਨੇ ਸਾਡੇ 'ਤੇ ਰਾਜ ਨਹੀਂ ਕੀਤਾ ਹੈ। ਸਾਡੇ 'ਤੇ ਜਿਹੜਾ ਇੰਡੀਆ ਦੇ ਉੱਤੇ ਜਿਹੜਾ ਰਾਜ ਹੋਇਆ ਜਾਂ ਇਹਨਾਂ ਬਸਤੀਆਂ ਦੇ ਉੱਤੇ ਰਾਜ ਹੋਇਆ, ਉੱਥੇ ਕੰਪਨੀਆਂ ਨੇ ਜਾਂ ਲਾਰਡ ਨੇ ਜਾਂ ਆਰਮੀ ਨੇ, ਜਿਹੜੇ ਤਕੜੇ ਅਮੀਰ ਗੋਰੇ ਸੀਗੇ ਉਹਨਾਂ ਨੇ ਰਾਜ ਕੀਤਾ, ਗਰੀਬ ਗੋਰੇ ਨੇ ਰਾਜ ਨਹੀਂ ਕੀਤਾ। ਇਹ ਸਮਝਣ ਵਾਲੀ ਗੱਲ ਆ। ਜਿਸ ਵੇਲੇ ਇੰਡੀਆ ਦੇ ਉੱਤੇ ਉਹ ਰਾਜ ਕਰ ਰਹੇ ਸੀ, ਉਸ ਵੇਲੇ ਮੈਂ ਤੁਹਾਨੂੰ ਦੱਸਾਂ ਜੀ ਉੱਥੇ ਯੂਰਪ ਦੇ ਵਿੱਚ ਮਜ਼ਦੂਰ ਦੀ ਹਾਲਤ ਕੀ ਸੀ। ਉਸ ਵੇਲੇ ਹਾਲਤ ਇਹ ਸੀ ਜੀ, 27 ਦਿਨ 12-12 ਘੰਟੇ ਕੰਮ ਤੇ ਸੁੱਕੀ ਬ੍ਰੈਡ ਖਾਣੀ, ਟੀਬੀ ਦੀ ਬਿਮਾਰੀ ਨਾਲ ਜੂਝਣਾ, ਟੀਬੀ ਦੀ ਬਿਮਾਰੀ ਦੇ ਨਾਲ ਜੂਝਣਾ ਜਾ ਕੇ। ਇਹ ਉੱਥੇ ਦੇ ਗੋਰੇ ਦੀ ਹਾਲਤ ਸੀ, ਜਿਹੜਾ ਗਰੀਬ ਗੋਰਾ ਸੀ। ਉੱਥੇ ਤੁਹਾਨੂੰ ਯਾਦ ਹੋਣਾ ਜਿਸ ਵੇਲੇ ਫਰੈਂਚ ਰੈਵੋਲੂਸ਼ਨ ਆਇਆ, ਤਾਂ ਫਰੈਂਚ ਰੈਵੋਲੂਸ਼ਨ ਦੇ ਵਿੱਚ ਉਹ ਲੋਕ ਬਾਹਰ, ਉਹਨੇ ਮਹਿਲ ਘੇਰ ਲਿਆ ਆ ਕੇ ਜੀ, ਮਹਿਲ ਜਾਂ ਘੇਰ ਲਿਆ ਤਾਂ ਉਹ ਰੌਲਾ ਪੈ ਗਿਆ। ਅਤੇ ਰੌਲਾ ਪੈ ਗਿਆ ਤਾਂ ਜਿਹੜੀ ਰਾਣੀ ਆ ਕੇ ਪੁੱਛਦੀ ਹੈ ਵੀ ਇਹ ਕਿਉਂ ਰੌਲਾ ਪਾਉਂਦੇ ਆ, ਕੀ ਚਾਹੁੰਦੇ ਆ। ਉਹ ਕਹਿੰਦੇ ਵੀ ਇਹ ਕਹਿੰਦੇ ਆ ਸਾਡੇ ਕੋਲ ਖਾਣ ਨੂੰ ਬ੍ਰੈਡ ਹੈ ਨਹੀਂ, ਤਾਂ ਉਹ ਕਹਿੰਦੀ ਫਿਰ ਉਹਨਾਂ ਕੋਲ ਕੇਕ ਖਾ ਲੈਣ। ਯਾਨੀ ਉਹਨੂੰ ਪਤਾ ਨਹੀਂ ਸੀ ਇਸ ਗੱਲ ਦਾ ਜਾ ਕੇ ਵੀ ਇਹ ਇਸ ਕਰਕੇ ਕਹਿ ਰਿਹਾ ਵੀ ਕਿਉਂਕਿ ਉਹਦੇ ਕੋਲ ਹੈ ਨਹੀਂ ਕੁਛ ਵੀ ਖਾਣ ਨੂੰ ਜਾ ਕੇ। ਸੋ ਇਹ ਹਾਲਤ ਉਸ ਵੇਲੇ ਗੋਰਿਆਂ ਦੀ ਸੀ, ਗੋਰੇ ਦੀ, ਜਿਹਨੂੰ ਅਸੀਂ ਕਹਿ ਦਿੰਦੇ ਜੀ ਵੀ ਗੋਰਿਆਂ ਨੇ ਰਾਜ ਕੀਤਾ। ਗੋਰਿਆਂ ਨੇ ਰਾਜ ਨਹੀਂ ਕੀਤਾ। ਸੁਸਾਇਟੀ ਨੂੰ ਇਹ ਦੇਖਣ ਦੀ ਜ਼ਰੂਰ ਗੱਲ ਆ। ਸਿੰਘ ਸਾਹਿਬ ਇੱਕ ਮੈਂ ਤੁਹਾਨੂੰ ਦੱਸਦਾ, ਚਾਹੇ ਇਹਨੂੰ ਮਾਰਕਸਿਸਟ ਫਲਸਫਾ ਕਹਿ ਲਓ, ਚਾਹੇ ਕਮਿਊਨਿਸਟ ਫਲਸਫਾ ਕਹਿ ਦਿਓ, ਪਰ ਗਰੀਬ ਜਿਹੜਾ ਹਰ ਵੇਲੇ ਦਰੜਿਆ ਗਿਆ, ਚਾਹੇ ਉਹ ਕਾਲਾ ਸੀ, ਚਾਹੇ ਉਹ ਗੋਰਾ ਸੀਗਾ, ਚਾਹੇ ਉਹ ਭੂਰਾ ਸੀ, ਚਾਹੇ ਕੁਛ ਵੀ ਸੀਗਾ। ਇਹ ਸੁਸਾਇਟੀ ਸਹੀ ਮੈਨੇ ਜਿਹੜੀ ਵੰਡ ਹੋਈ ਹੈ ਨਾ, ਉਹ ਹੈਵਜ਼ ਅਤੇ ਹੈਵਜ਼ ਨਾਟ ਦੇ ਵਿੱਚ ਵੰਡ ਹੋਈ ਹੈ ਜਾ ਕੇ। ਜਿਹਦੇ ਕੋਲ ਹੈਗਾ ਅਤੇ ਜਿਹਦੇ ਕੋਲ ਨਹੀਂ ਹੈਗਾ, ਜਿਹਦੇ ਕੋਲ ਨਹੀਂ ਹੈਗਾ ਉਹਨੇ ਸਟਰਗਲ ਕੀਤੀ ਹੈ ਸਾਰੀ। ਗੋਇੰਗ ਬੈਕ ਟੂ ਖਾਨਦਾਨੀ ਪ੍ਰਾਈਡ, ਹਾਂਜੀ, ਜਿਹੜੇ ਲੋਕ ਅਮੀਰਾਂ ਦੇ ਗਾਹਾਂ ਅੱਗੇ ਆਫਸਪ੍ਰਿੰਗ ਸੀ, ਉਹਨਾਂ ਨੇ ਮਾਣ ਕਰਨਾ ਸ਼ੁਰੂ ਕੀਤਾ ਕਿ ਸਾਡਾ ਬਾਬਾ ਅਮੀਰ ਸੀ, ਉਹਦੇ ਕੋਲ ਇੰਨੇ ਸਲੇਵ ਸੀ, ਸਾਡੇ ਕੋਲ ਇੰਨੇ ਬਲਦ ਸੀ, ਸਾਡੇ ਕੋਲ 8 ਟਰੈਕਟਰ ਆ ਹੁਣ ਵੀ, ਜਿਹਦੇ ਕੋਲ ਜ਼ਿਆਦਾ ਲੈਂਡ ਸੀ, ਜਾਂ ਜਿਨ੍ਹਾਂ ਦੇ ਬਜ਼ੁਰਗ ਈਵਨ ਮਿਲਟਰੀ ਦੇ ਵਿੱਚ ਵੀ ਸੀ। ਮੈਂ ਸੁਣਿਆ ਕਈਆਂ ਨੇ ਕਿ ਸਾਡਾ ਬਾਬਾ ਕਰਨਲ ਸੀ ਅਤੇ ਪਿਤਾ ਜੀ ਫਿਰ ਕੈਪਟਨ ਸੀ, ਮੈਂ ਸੈਕੰਡ ਲੈਫਟੀਨੈਂਟ ਭਰਤੀ ਹੋਇਆ। ਹੁਣ ਇੱਥੇ ਹੀ ਮਾਨਾ ਇਹ ਜਿਹੜਾ ਫੈਮਿਲੀ ਪ੍ਰਾਈਡ ਹੈ ਨਾ, ਕਾਸਟ ਹੈ, ਇਹ ਸਹੀ ਮੈਨੇ ਫਿਊਡਲਿਜ਼ਮ ਦੀ ਦੇਣ ਹੈ। ਔਰ ਫਿਊਡਲਿਜ਼ਮ 'ਚ ਇਹਦਾ ਵਿਕਾਸ ਹੋਇਆ, ਇਹ ਕੈਪੀਟਲਿਜ਼ਮ 'ਚ ਨਹੀਂ ਹੈ। ਇਹ ਫਿਊਡਲਿਜ਼ਮ ਦੀ ਜਗੀਰਦਾਰੀ ਯੁੱਗ ਦੀ ਇਹ ਦੇਣ ਹੈਗੀ ਆ, ਇਹ ਸਰਮਾਏਦਾਰੀ ਯੁੱਗ ਦੀ ਦੇਣ ਨਹੀਂ ਹੈ। ਸਰਮਾਏਦਾਰੀ ਯੁੱਗ ਦੇ ਵਿੱਚ ਜਿਸ ਵੇਲੇ ਅਸੀਂ ਆਉਂਦੇ ਹਾਂ, ਇਹ ਹੌਲੀ ਹੌਲੀ ਘਟਣ ਲੱਗ ਪੈਂਦਾ। ਇਹ ਜਿਹੜਾ ਸਰਮਾਏਦਾਰੀ ਯੁੱਗ ਦੇ ਵਿੱਚ, ਜਿਹੜਾ ਇੰਡਸਟਰੀਅਲ ਯੁੱਗ ਆ, ਇਹਦੇ ਵਿੱਚ ਨਹੀਂ ਗੋਰੇ ਨਹੀਂ ਬਹੁਤੀ ਗੱਲ ਕਰਦੇ ਹੈ ਵੀ ਸਾਡਾ ਉਹ ਸੀਗਾ, ਸਾਡਾ ਇਹ ਸੀਗਾ, ਕਿ ਇੱਥੇ ਤਾਂ ਇੰਡੀਵਿਜੂਅਲਿਟੀ ਹੈ। ਅਸੀਂ ਹੈਗੇ ਟਰਾਈਬ 'ਚ ਬੱਝੇ ਹੋਏ, ਇਸ ਕਰਕੇ ਅਸੀਂ ਪਿੱਛੋਂ ਲੈ ਆਉਂਦੇ ਹਾਂ। ਹੁਣ ਇੱਥੇ ਦੀ ਇੱਦਾਂ ਇੱਥੇ ਹੈਗੇ ਜਾ ਕੇ, ਇੱਥੇ ਜਿਹੜਾ ਹੈਗਾ ਫਿਊਡਲਿਜ਼ਮ 'ਚ ਹੈਗਾ, ਜਗੀਰਦਾਰੀ ਯੁੱਗ 'ਚ ਅਸੀਂ ਐਂ ਹੁੰਦੇ ਸੀ, ਸਾਡਾ ਫਲਾਨਾ ਐਂ ਹੁੰਦਾ ਸੀ, ਸਾਡਾ ਫਲਾਨਾ ਹੁੰਦਾ ਸੀ। ਇੱਥੇ ਜਿਹੜਾ ਹੈਗਾ, ਇੱਥੇ ਕੱਟੇ ਗੱਲ ਕਰਦੇ ਆ, ਬਹੁਤੀ ਨਹੀਂ ਗੱਲ ਕਰਦੇ ਜੀ ਵੀ। ਹੁਣ ਇੱਥੇ ਤਾਂ ਸਿੰਘ ਸਾਹਿਬ, ਇੱਥੇ ਕੀ ਆ, ਇੱਥੇ ਇਹ ਹੈਗੇ ਵੀ ਤੁਹਾਨੂੰ ਤੁਹਾਡੇ ਕਿਰਦਾਰ 'ਤੇ ਜਾਣਿਆ ਜਾਣਾ, ਤੁਸੀਂ ਕੀ ਆ ਇੱਥੋਂ ਜਾਣਿਆ ਜਾਣਾ। ਤੁਹਾਡਾ ਪਿੱਛੇ ਗ੍ਰੈਂਡ ਪਾ ਕੀ ਸੀਗਾ ਜਾਂ ਫਲਾਨਾ ਕੀ ਸੀ, ਉਹਦੇ 'ਤੇ ਨਹੀਂ ਜਾਣਿਆ ਜਾਣਾ। ਔਰ ਈਸਟਰਨ ਕਲਚਰ ਦੇ ਵਿੱਚ ਇਹ ਆ, ਜੇ ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਵੀ ਕਰਾਉਂਦੇ ਹੋ, ਹਾਂਜੀ ਜੀ, ਮੈਂ ਸਰਦਾਰ ਭਗਵੰਤ ਸਿੰਘ ਦਾ ਪੋਤਰਾ, ਮੈਂ ਸਰਦਾਰ ਸੁੰਦਰ ਸਿੰਘ ਦਾ ਪੜਪੋਤਰਾ, ਹਾਂਜੀ, ਉਹ ਜ਼ੈਲਦਾਰ ਸੀ, ਉਹ ਲੰਬੜਦਾਰ, ਇਸ ਤਰ੍ਹਾਂ ਅਸੀਂ ਇੰਟਰੋਡਿਊਸ ਕਰਾਉਂਦੇ। ਸਿੰਘ ਸਾਹਿਬ ਹੁਣ ਮੈਂ ਤੁਹਾਨੂੰ ਦੱਸਾਂਗਾ, ਤੁਸੀਂ ਇੱਕ ਹੋਰ ਦੇਖੋ, ਇੱਥੇ ਜਿਹੜੀ ਸੁਸਾਇਟੀ ਆ, ਇੱਥੇ ਸੁਸਾਇਟੀ ਦੇ ਵਿੱਚ ਜਦ ਤੁਹਾਡੀ ID ਬਣਦੀ ਆ, ਤੁਹਾਡਾ ਬਲਦ ਵੀ ਨਹੀਂ ਲਿਖਿਆ ਜਾਂਦਾ, ਤੁਹਾਡਾ ਇਹ ਵੀ ਨਹੀਂ ਲਿਖਿਆ ਜਾਂਦਾ ਸਨ ਆਫ ਫਲਾਨਾ, ਕਿਤੇ ਨਹੀਂ, ਬਸ ਹਰਜਿੰਦਰ ਸਿੰਘ ਆ, ਹਰਜਿੰਦਰ ਸਿੰਘ ਨੂੰ ਉਹਦੇ ਕਿਰਦਾਰ 'ਤੇ ਵਰਤਿਆ ਜਾਣਾ। ਹੁਣ ਫਿਊਡਲ ਸੁਸਾਇਟੀ 'ਚ ਕੀ ਸੀ? ਫਿਊਡਲ ਸੁਸਾਇਟੀ ਵਿੱਚ ਇਹ ਆ ਵੀ ਜੇ ਹਰਜਿੰਦਰ ਸ਼ਮਸ਼ੇਰ ਸਿੰਘ, ਭਗਵੰਤ ਸਿੰਘ, ਔਰ ਨਾਲ ਕੀ ਹੈ ਜੀ, ਜੇ ਹਰਜਿੰਦਰ ਸਿੰਘ ਨੇ ਕੋਈ ਕ੍ਰਾਈਮ ਕਰ ਲਿਆ ਤਾਂ ਇਕੱਲਾ ਹਰਜਿੰਦਰ ਸਿੰਘ ਦੇ ਨਹੀਂ ਫੜ ਹੋਣਾ, ਉਹਦਾ ਸਾਰੇ ਟੱਬਰ ਲਿਆ ਕੇ ਬਿਠਾ ਲੈਣਾ ਜੀ।
ਡੰਗਰ ਵੀ ਇੱਕ ਸਟੇਜ ਤਾਂ ਵੀ ਹੁੰਦੀ ਸੀਗੀ ਵੀ ਉਹਨੇ ਡੰਗਰ ਵੀ ਲਿਆ ਕੇ ਬਿਠਾ ਲਿਆ ਉੱਥੇ ਥਾਣੇ ਦੇ ਵਿੱਚ ਰੱਖ ਲੈ ਜਾਂਦੇ ਹੁੰਦੇ ਸੀ ਔਰ ਉਹਨਾਂ ਨੂੰ ਆ ਕੇ ਕਹਿੰਦੇ ਸੀ ਇਹਨਾਂ ਨੂੰ ਪੱਠੇ ਪਾਓ, ਰਿਸ਼ਤੇਦਾਰਾਂ ਨੂੰ ਆ ਕੇ ਕਹਿੰਦੇ ਸੀ। ਸੋ ਉਸ ਵੇਲੇ ਜਿਹੜਾ ਤੁਸੀਂ ਉਹਦੇ ਨਾਲ ਬੱਝੇ ਹੋ ਸੇ ਫੈਮਿਲੀ ਦੇ ਨਾਲ ਵੀ ਤੁਸੀਂ ਪਾਰਟ ਆ ਫੈਮਿਲੀ ਦਾ। ਜੇ ਤੁਸੀਂ ਕੋਈ ਕ੍ਰਾਈਮ ਕੀਤਾ ਤੇ ਤੁਸੀਂ ਨਹੀਂ ਕੀਤਾ, ਇਹ ਤੁਹਾਡੇ ਸਾਰੇ ਪਰਿਵਾਰ ਦਾ ਇਹ ਹਿੱਸਾ ਹੈ ਇਹਦੇ ਵਿੱਚ। ਜੇ ਕੋਈ ਰਿਵਾਰਡ ਮਿਲਿਆ ਜਾਂ ਅਵਾਰਡ ਮਿਲਿਆ ਫਿਰ ਉਹਦੇ ਤੇ ਵੀ ਸਾਰੀ ਫੈਮਿਲੀ, ਉਹਦੇ ਤੇ ਵੀ ਫੈਮਿਲੀ ਦਾ ਹੈਗਾ ਜਾਂ ਭੇਦੂਆ ਹੈਗਾ। ਇੱਥੇ ਹੁਣ ਤੁਸੀਂ ਦੇਖੋ, ਇੱਥੇ ਕੋਰਟ ਦੇ ਵਿੱਚ ਵੀ ਜਦ ਤੁਸੀਂ ਜਾਂਦੇ ਆ ਜੀ, ਉਹ ਤੁਹਾਡਾ ਹੀ ਨਾ ਹੋਣਾ, ਬਸ ਤੁਹਾਡੇ ਵੱਲ ਨਹੀਂ ਆਉਣਾ ਕਿਸੇ ਦਾ ਜਾ ਕੇ, ਤੁਹਾਡੇ ਕਿਸੇ ਡਰਾਈਵਰ ਲਾਇਸੈਂਸ 'ਤੇ ਕਿਸੇ ID ਦੇ ਉੱਤੇ ਕਿਤੇ ਤੁਹਾਡੇ ਇਹ ਨਹੀਂ ਲਿਖਿਆ ਜਾਣਾ ਵੀ ਇਹ ਕਿਹਦਾ ਬੇਟਾ ਆ ਜਾਂ ਗਾਹਾਂ ਕੀ ਹੈ, ਕਿਉਂਕਿ ਤੁਸੀਂ ਖੁਦ ਜ਼ਿੰਮੇਦਾਰ ਹੈ ਉਹਦੇ। ਅੱਛਾ, ਹੁਣ ਇੱਥੇ ਮੈਂ ਇੱਕ ਹੋਰ ਗੱਲ ਸਿੰਘ ਸਾਹਿਬ ਨਾਲੇ ਕਰਨੀ ਚਾਹੁੰਦਾ ਜਾ ਕੇ ਵੀ ਦੇਖੋ, ਜਿਸ ਵੇਲੇ ਹੁਣ ਮੈਂ ਆ ਸਿੰਘ ਸਾਹਿਬ, ਹੁਣ ਫੈਮਿਲੀ ਪ੍ਰਾਈਡ ਦੀ ਗੱਲ ਕਰਦੇ ਹਾਂ ਆਪਾਂ, ਫੈਮਿਲੀ ਪ੍ਰਾਈਡ ਦੀ ਗੱਲ ਕਰਦੇ, ਮੈਂ ਇਹ ਕਹਿਣਾ ਜਾ ਕੇ ਜੀ ਵੀ ਜਿਹੜਾ ਜੀ ਮੇਰਾ ਜਿਹੜੇ ਆ ਦੂਜੇ ਸੀਗੇ। ਅੱਛਾ, ਪਹਿਲਾਂ ਮੈਂ ਇੱਦਾਂ ਦੱਸਦਾ ਵੀ ਇਹ ਹੈ ਕਿ ਨਹੀਂ ਵਾਈਡ ਸਪਰੈਡ ਆ, ਇਹ ਇੰਨੀ ਵਾਈਡ ਸਪਰੈਡ ਆ ਵੀ ਤੁਸੀਂ ਦੇਖੋ ਹਰੇਕ ਇਹ ਬੰਦਾ ਕਿਸੇ ਨਾ ਕਿਸੇ ਤਰ੍ਹਾਂ ਦੱਸਦਾ ਜਾ ਕੇ, ਔਰ ਉਹਦੇ ਵਿੱਚ ਹੁਣ ਪੋਲੀਟਿਕਸ ਦੇਖ ਲਓ ਤੁਸੀਂ, ਇੱਕ ਫੈਮਿਲੀ ਆ ਉਹਦਾ ਉਹ ਗਾਹਾਂ ਅਸਰ ਕਰਦੀ ਆ, ਇਹ ਜੀ ਫਲਾਨੀ ਫੈਮਿਲੀ ਨਾਲ ਤਾਲੁਕ ਰੱਖਦਾ, ਇਹ ਵੀ ਵਜ਼ੀਰ ਆ, ਇਹਦਾ ਪੁੱਤ ਵੀ ਗਾਹਾਂ ਵਜ਼ੀਰ ਹੋਵੇ। ਕਿਉਂ ਵਜ਼ੀਰ ਹੋਣਾ? ਕਿਉਂਕਿ ਇਹਦਾ ਬਾਬਾ ਵਜ਼ੀਰ ਰਿਹਾ ਜਾ ਕੇ, ਉਹਦਾ ਇੱਕ ਮੈਰਿਟ ਹੈ ਜਾ ਕੇ। ਖਾਨਦਾਨੀ ਵਿਰਾਸਤ ਚੱਲਦੀ ਆ ਆਪਣੇ ਪੋਲੀਟਿਕਸ ਦੇ ਵਿੱਚ, ਔਰ ਖਾਨਦਾਨੀ ਵਿਰਾਸਤ ਜਿਹੜੀ ਹੈਗੀ ਆ ਪੋਲੀਟਿਕਸ ਹੈ ਜੀ। ਐਂਟਰਟੇਨਮੈਂਟ ਇੰਡਸਟਰੀ ਦੇਖ ਲਓ, ਉਹ 'ਚ ਵੀ ਇਹ ਫਲਾਣੇ ਦਾ ਜੀ ਰਾਜ ਕਪੂਰ ਦਾ ਪੁੱਤ ਆ, ਉਹਦਾ ਫਲਾਨਾ ਉਹਨੂੰ ਇੱਕ ਸਟੈਪ ਅੱਗੇ ਮਿਲ ਜਾਂਦੀ ਹੈ। ਅੱਛਾ, ਮੈਂ ਤੁਹਾਨੂੰ ਇੱਕ ਰੈਸਲਿੰਗ ਦੀ ਗੱਲ ਦੱਸਦਾ ਜੀ। ਮੇਰੇ ਫਾਦਰ ਇੱਕ ਵਾਰ ਕਹਿੰਦੇ ਵੀ ਮੈਂ ਇਹਨਾਂ ਦੇ ਗਾਮੇ ਉਹਨਾਂ ਨਾਲ ਗਿਆ ਆ, ਗਾਮੇ ਭਲਵਾਨ ਦਾ ਬੜਾ ਭਲਵਾਨ ਹੋਇਆ ਜੀ। ਗਾਮੇ ਭਲਵਾਨ ਦਾ ਭਰਾ ਸੀ ਜੀ ਅਬਾਮ ਬਖਸ਼, ਉਹ ਵੀ ਰੁਸਤਮ ਬੜਾ ਭਲਵਾਨ ਸੀ। ਉਹਦਾ ਮੁੰਡਾ ਸੀ ਗਾਹਾਂ ਭੋਲੂ ਭਲਵਾਨ ਦੀ। ਭੋਲੂ ਦੀ ਕਹਿੰਦੇ ਉਮਰ ਥੋੜ੍ਹੀ ਸੀ ਜੀ, ਭੋਲੂ ਦੀ ਥੋੜ੍ਹੀ ਸੀ। ਅਸੀਂ ਕਹਿੰਦੇ ਬੈਠੇ ਅਤੇ ਇੱਕ ਠੇਕੇਦਾਰ ਆਇਆ ਅਤੇ ਉਹ ਆ ਕੇ ਕਹਿੰਦਾ ਜੀ ਮੈਂ ਭੋਲੂ ਦੀ ਕੁਸ਼ਤੀ ਕਰਾਉਣੀ ਹੈ। ਉਹ ਕਹਿੰਦੇ ਹਾਂ ਕਰਾ ਲਓ ਜਾ ਕੇ। ਅਤੇ ਉਹ ਕਹਿੰਦਾ ਜੀ ਵੀ ਕਿੰਨੇ ਪੈਸੇ ਲਓਗੇ? ਉਹਨੇ ਦੱਸ ਦਿੱਤੇ ਵੀ ਇੰਨੇ ਪੈਸੇ ਲਵਾਂਗੇ। ਉਹਨੇ ਬਹੁਤ ਜ਼ਿਆਦਾ ਦੱਸ ਦਿੱਤੇ ਅਤੇ ਉਹ ਠੇਕੇਦਾਰ ਕਹਿੰਦਾ ਜੀ ਜਾ ਕੇ ਵੀ ਨਹੀਂ ਇੰਨੇ ਤਾਂ ਨਹੀਂ, ਵੀ ਭੋਲੂ ਭਲਵਾਨ ਠੀਕ ਹੈ ਵੀ ਅਜੇ ਇਹ ਇੰਨੇ ਜੋਗਾ ਨਹੀਂ ਹੋਇਆ ਹੈਗਾ, ਵੀ ਇਹ ਇੰਨੇ ਜੋਗਾ ਨਹੀਂ ਹੈ। ਕਹਿੰਦੇ ਗਾਮੇ ਭਲਵਾਨ ਦਾ ਮੂਹਰੋਂ ਜਵਾਬ ਸੀ, ਕਹਿੰਦੇ ਠੇਕੇਦਾਰ ਨੂੰ, ਅਸੀਂ ਇਹਦੇ ਪੈਸੇ ਨਹੀਂ ਮੰਗਦੇ, ਅਸੀਂ ਆਪਣੇ ਪੈਸੇ ਮੰਗਦੇ ਹਾਂ। ਜਦ ਤੁਸੀਂ ਇਸ਼ਤਿਹਾਰਾਂ 'ਚ ਇਹ ਦੇਣਾ ਨਾ ਵੀ ਗਾਮੇ ਭਲਵਾਨ ਦਾ ਭਤੀਜਾ ਭੋਲੂ ਭਲਵਾਨ ਘੁਲ ਰਿਹਾ, ਤੁਹਾਡਾ ਟਿਕਟ ਡਬਲ ਹੋ ਜਾਣਾ ਜਾ ਕੇ। ਇਹ ਠੀਕ ਹੈ ਨਾ, ਕਿ ਉਹ ਕੀ ਸੀ, ਉਹ ਖਾਨਦਾਨੀ ਵਰਾਇਟ ਸੀ ਜੀ। ਇਹ ਗਾਮੇ ਖਾਨਦਾਨ ਨਾਲ ਤਾਲੁਕ ਰੱਖਦਾ ਜੀ। ਸਪੋਰਟਸ ਦੇ ਵਿੱਚ ਆਉਂਦਾ ਜੀ ਵੀ ਫਲਾਨੇ ਖਾਨਦਾਨ ਨਾਲ ਤਾਲੁਕ ਰੱਖਦਾ ਜੀ, ਇਹ ਉਸ ਭਲਵਾਨ ਦਾ ਮੁੰਡਾ ਹੈ ਜੀ, ਉਸ ਭਲਵਾਨ। ਇਹ ਸਾਡੇ ਵਿੱਚ ਇੰਨਾ ਘਰ ਕੀਤਾ ਆ ਇਸ ਖਾਨਦਾਨੀ ਗੱਲ ਨੇ। ਹੁਣ ਘੋੜਿਆਂ ਦੇ ਬਛੇਰੇ ਵੀ ਇਸੇ ਕਰਕੇ ਵੇਚ ਦਿੰਦੇ ਆ ਵੀ ਇਹਦਾ ਜਿਹੜਾ ਨਾਨੀ ਸੀ ਇਸ ਘੋੜੇ ਦੀ, ਉਹ ਫਸਟ ਆਈ ਸੀ ਰੇਸਾਂ 'ਚ। ਹਾਂ, ਇਹ ਤੁਹਾਡੇ ਇਹਨਾਂ ਵੀ ਜੋੜ ਸਕਦੇ ਹਾਂ ਜਾ ਕੇ ਫਿਰ ਜਾਨਵਰੀ ਇਨਸਟਿੰਕਟ ਆ ਸਾਡੇ ਵਿੱਚ। ਦੇਖੋ, ਉਹ ਤਾਂ ਜ਼ੋਰ ਦੇ ਵਿੱਚ ਤਾਂ ਇਹਨੂੰ ਥੋੜ੍ਹਾ ਜੋੜਿਆ ਜਾ ਸਕਦਾ ਇਸ ਗੱਲ ਨੂੰ, ਪਰ ਜਿੱਥੇ ਤੱਕ ਅਕਲ ਦਾ ਤਾਲੁਕ ਹੈ ਉੱਥੇ ਮੇਰਾ ਖਿਆਲ ਘੋੜਿਆਂ ਨਾਲ ਨਹੀਂ ਜੋੜਿਆ ਜਾ ਸਕਦਾ। ਤੁਸੀਂ ਇੰਗਲੈਂਡ 'ਚ ਵੀ ਰਹੇ ਹੋ, ਇੰਗਲੈਂਡ ਦੇ ਵਿੱਚ ਵੀ ਇਹੀ ਹੈ ਸਿਸਟਮ ਕਿ ਉੱਥੇ ਬੱਚੇ ਦਾ ਨਾਂ ਅਤੇ ਉਹਦੇ ਪਿਤਾ ਦਾ ਨਾਂ ਲਿਖਿਆ ਜਾਂਦਾ ਸਰਟੀਫਿਕੇਟ ਵਗੈਰਾ? ਜਿੱਥੇ ਤੱਕ ਮੇਰਾ ਤਾਲੁਕ ਹੈ ਜੀ ਵੀ ਹੁਣ ਮੈਨੂੰ ਪਤਾ ਨਹੀਂ, ਮੇਰੇ ਖਿਆਲ ਦੇ ਵਿੱਚ ਉੱਥੇ ਜਿੱਥੇ ਤੱਕ ਮੈਨੂੰ ਯਾਦ ਹੈ ਵੀ ਨਹੀਂ ਲਿਖੇ ਜਾਂਦੇ। ਅੱਛਾ, ਇੱਥੇ ਮੇਰਾ ਖਿਆਲ ਹੈ ਉਹਦੇ ਲਈ ਜ਼ਿੰਮੇਵਾਰ ਹੈ। ਹੁਣ ਤੁਸੀਂ ਦੇਖੋ ਜਾ ਕੇ ਜੀ, ਜੇ ਮੈਂ ਕਹਾਂ ਵੀ ਮੇਰੇ ਜਿਹੜੇ ਬਜ਼ੁਰਗ ਆ ਉਹ ਦੇਸ਼ ਭਗਤ ਸੇ ਜਾਂ ਉਹ ਗਦਾਰ ਸੇ, ਮੇਰੀ ਕੀ ਕੰਟਰੀਬਿਊਸ਼ਨ ਉਹ 'ਚ ਜੀ? ਮੇਰਾ ਤਾਂ ਕੋਈ ਰੋਲ ਨਹੀਂ ਉਹਦੇ ਵਿੱਚ। ਨੋ, ਕਿਉਂ ਨਹੀਂ ਰੋਲ? ਕਿੱਦਾਂ ਰੋਲ ਆ? ਉਹਨਾਂ ਦੀਆਂ ਵੈਲਿਊਜ਼ ਜਿਹੜੀਆਂ ਨੇ, ਉਹਨਾਂ ਦੀ ਜੈਨੇਟਿਕਸ ਜਿਹੜੀ ਉਹਨਾਂ ਦੀ ਸੋਚਣ ਦਾ ਤਰੀਕਾ ਜਾਂ ਸੁਭਾਅ ਜਾਂ ਤੁਹਾਡੀ ਜਿਹੜੀ ਮੁੱਢਲੀ ਟ੍ਰੇਨਿੰਗ ਸੀ, ਤੁਹਾਡੀ ਗਰੂਮਿੰਗ ਜਿਹੜੀ ਉਹਨਾਂ ਨੇ ਕੀਤੀ ਆ, ਉਹ ਤੁਹਾਡੀ ਲਾਈਫ 'ਚ ਰਿਫਲੈਕਟ ਹੋਣੀ ਹੈ। ਸਿੰਘ ਸਾਹਿਬ, ਮੈਂ ਤੁਹਾਨੂੰ ਦੱਸਾਂ, ਤੁਸੀਂ ਗਰੂਮਿੰਗ ਰਿਫਲੈਕਟ ਦੀ ਗੱਲ ਕਰਦੇ ਆ, ਉਹ ਦੋ ਨਿਆਣੇ ਹੁੰਦੇ ਆ, ਇੱਕ ਚੋਰ ਬਣ ਜਾਂਦਾ, ਇੱਕ ਸਾਧ ਬਣ ਜਾਂਦਾ ਜਾ ਕੇ। ਗਰੂਮਿੰਗ ਤਾਂ ਉਹਨੇ ਇੱਕੋ ਜਿਹੀ ਕੀਤੀ ਹੁੰਦੀ ਹੈ। ਉਹ ਇਨਵਾਇਰਮੈਂਟਲ ਫੈਕਟਰ ਕੁਛ ਵੀ ਹੈਗਾ ਜਾ ਕੇ, ਪਰ ਉਹਦੇ ਵਿੱਚ ਉਹਨਾਂ ਦਾ ਕੀ, ਮੇਰਾ ਜਿਹੜਾ ਮੈਨੂੰ ਕੋਈ ਇਹ ਗੱਲ ਕਹੇ ਜੀ ਵੀ ਤੁਹਾਡਾ ਜਿਹੜਾ ਬਜ਼ੁਰਗ ਸੀਗਾ ਉਹ ਮਹਾਰਾਜੇ ਦੇ ਟਾਈਮ, ਰਣਜੀਤ ਸਿੰਘ ਦੇ ਟਾਈਮ 'ਚ ਜਰਨੈਲ ਸੀਗਾ, ਜਾਂ ਉਹ ਮੈਨੂੰ ਕਹੇ ਜੀ ਵੀ ਤੁਹਾਡੇ ਬਜ਼ੁਰਗ ਨੂੰ ਮਹਾਰਾਜੇ ਦੇ ਟਾਈਮ ਦੇ ਵਿੱਚ ਚੋਰੀ ਕਰਦੇ ਵਿੱਚ ਸਜ਼ਾ ਹੋਈ ਸੀ, ਮੇਰਾ ਉਹ 'ਚ ਕੀ ਫਰਕ ਪੈਂਦਾ ਜੀ? ਮੈਨੂੰ ਮੇਰੇ 'ਤੇ ਪਰਖੋ, ਮੈਂ ਕੀ ਹਾਂ। ਰੌਲਾ ਇੱਥੇ ਆ, ਮੈਂ ਕੀ ਹਾਂ, ਮੈਨੂੰ ਉਹ 'ਤੇ ਪਰਖੋ। ਮੈਂ ਚੋਰ ਹਾਂ ਜਾਂ ਮੈਂ ਸਾਧ ਹਾਂ, ਉਹ ਮੇਰਾ ਰੋਲ ਆ। ਮੇਰੇ ਬਾਬੇ ਦਾ ਜਾਂ ਦੂਜੇ ਦਾ ਉਹ 'ਤੇ ਕੋਈ ਰੋਲ ਨਹੀਂ ਹੈ। ਮੇਰੇ ਬਾਬੇ ਨੇ ਜੇ ਦੇਸ਼ ਭਗਤੀ ਕੀਤੀ ਹੈ ਤਾਂ ਮੇਰਾ ਕੋਈ ਰੋਲ ਨਹੀਂ ਉਹਦੇ 'ਚ।
ਜੇ ਉਹਨੂੰ ਗੱਦਾਰੀ ਕੀਤੀ ਹੈ ਤਾਂ ਮੇਰਾ ਕੋਈ ਰੋਲ ਨਹੀਂ ਹੈ। ਜੇ ਮੈਂ ਕਰਦਾ ਤਾਂ ਮੈਂ ਆਹ ਸੁਸਾਇਟੀ ਇੱਦਾਂ ਆ, ਆਹ ਜਿਹੜੀ ਜਿੱਥੇ ਆਪਾਂ ਹੁਣ ਬੈਠੇ ਹਾਂ ਇਹ ਨਹੀਂ ਹੁਣ ਤੁਹਾਡੇ ਬਾਬੇ ਕਰਕੇ ਨਹੀਂ ਤੁਹਾਨੂੰ ਕਿਸੇ ਨੂੰ ਛੱਡਣਾ। ਪਰ ਇਹ ਸੁਸਾਇਟੀ 'ਚ ਸਾਰੀਆਂ ਗੱਲਾਂ ਪਰਸੋਂ ਚੰਗੀਆਂ ਤੇ ਠੀਕ ਵੀ ਹੈ ਨਹੀਂ ਗੀਆਂ, ਮਾफ़ ਕਰਨਾ, ਕਿਉਂਕਿ ਜਿਹੜੀ ਚੰਗੇ ਟਰੇਟਸ ਨੇ, ਚੰਗੀਆਂ ਗੱਲਾਂ ਨੇ, ਉਹ ਵੀ ਅੱਗੇ ਪੁਸ਼ਤ ਦਰ ਪੁਸ਼ਤ ਖਾਨਦਾਨ ਚਲੀਆਂ ਆਉਂਦੀਆਂ ਨੇ। ਤਿੰਨ ਸਾਹਿਬ ਨਹੀਂ ਚਲੀਆਂ ਆਉਂਦੀਆਂ, ਮੰਨੋ ਮੇਰੀ ਗੱਲ ਜਾ ਕੇ ਤੁਸੀਂ। ਮੈਂ ਤੁਹਾਨੂੰ ਦੱਸਦਾ ਵੀ ਉਹੋ ਹੀ ਖਾਨਦਾਨ ਆ, ਉਹੀ ਮਾਂ ਬਾਪ ਆ, ਉਸੇ ਦਾ ਇੱਕ ਬੱਚਾ ਚੋਰ ਆ, ਇੱਕ ਬੱਚਾ ਉੱਥੇ ਸਾਧ ਆ ਜਾ ਕੇ। ਜੇ ਉਸ ਬੱਚੇ ਦੇ এনवायरमेंट ਦੇ ਵਿੱਚ ਦੋਸਤੀ ਚੋਰਾਂ ਨਾਲ ਹੋ ਗਈ, ਚੋਰ ਬਣ ਜਾਏਗਾ। ਜੇ ਉਹ ਨਾਰਮਲ ਸਰਕਮਸਟੈਂਸਿਸ ਦੇ ਵਿੱਚ ਉਸੇ ਹੀ ਖਾਨਦਾਨ ਦੇ ਵਿੱਚ ਉਹਦੀ ਪਰਵਰਿਸ਼ ਹੁੰਦੀ ਆ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੀਆਂ ਵੈਲਿਊਜ਼ ਜਿਹੜੀਆਂ ਕਿਸੇ ਹੱਦ ਤੱਕ ਉਸੇ ਖਾਨਦਾਨ ਦੇ ਵਿੱਚ ਆ। ਥਿੰਦ ਸਾਹਿਬ ਉਸੇ ਸਕੂਲ ਵਿੱਚ ਪੜ੍ਹਦੇ ਆ, ਉਹ ਉਸੇ ਕਾਲਜ ਵਿੱਚ ਪੜ੍ਹਦੇ ਆ, ਉਸੇ ਯੂਨੀਵਰਸਿਟੀ ਵਿੱਚ ਪੜ੍ਹਦੇ ਆ, ਨਿਕਲਦੇ ਕੋਈ ਕੁਛ ਹੁੰਦਾ ਕੋਈ ਕੁਛ ਹੁੰਦਾ ਜਾ ਕੇ। ਇਹ ਮੈਂ ਮਾਂ ਬਾਪ ਨੂੰ ਨਾ ਬਲੇਮ ਦਿਓ, ਨਾ ਬਹੁਤਾ ਕ੍ਰੈਡਿਟ ਦਿਓ ਇਸ ਗੱਲ ਦੇ ਉੱਤੇ, ਕਿਉਂਕਿ ਜਿੰਨੀ ਕੁ ਉਹਨਾਂ ਦੀ ਸਮਝ ਹੈ ਉਹਨਾਂ ਕੁ ਨਹੀਂ ਕਰ ਦੇਣਾ ਜਾ ਕੇ। ਖਾਨਦਾਨ ਦਾ ਕੋਈ ਅਸਰ ਨਹੀਂ। ਖਾਨਦਾਨ ਦਾ ਅਸਰ ਜਿਹੜਾ ਹੈਗਾ, ਦੇਖੋ ਖਾਨਦਾਨ ਦੇ ਅਸਰ ਦੀ ਸਜ਼ਾ ਜਾਂ ਜਜ਼ਾ ਨਹੀਂ ਮੈਨੂੰ ਮਿਲਣੀ ਚਾਹੀਦੀ। ਇਹ ਇੱਕ ਸੈਪਰੇਟ ਕੁਐਸਚਨ ਹੈ ਵੀ ਖਾਨਦਾਨ ਦਾ ਅਸਰ ਕਿੰਨਾ ਹੈ, ਪਰ ਉਹਦੀ ਸਜ਼ਾ ਜਾਂ ਜਜ਼ਾ ਮੈਨੂੰ ਨਹੀਂ ਮਿਲਣੀ ਚਾਹੀਦੀ। ਜੇ ਹੁਣ ਮੇਰਾ ਜਿਹੜਾ ਬਾਪ ਸੀ, ਜਾਂ ਮੈਂ ਕਹਿੰਦਾ ਵੀ ਉਹ ਜਿਹੜੇ ਪਿੱਛੋਂ ਉਹ ਚੋਰੀਆਂ ਕਰਦੇ ਸੀ ਜਾਂ ਉਹ ਦਾਨ ਪੁੰਨ ਕਰਦੇ ਸੀਗੇ, ਉਹਦਾ ਮੈਨੂੰ ਇਨਾਮ ਕਿਉਂ ਮਿਲੇ ਜਾਂ ਮੈਨੂੰ ਸਜ਼ਾ ਉਹਦੀ ਕਿਉਂ ਮਿਲੇ ਜਾ ਕੇ? ਵੀ ਇਹ ਕਿਹਾ ਜਾਵੇ ਇਹ ਚੋਰ ਦਾ ਪੋਤਿਆ ਜਾਏ, ਸਾਧ ਦਾ ਪੋਤਿਆ ਜਾ ਕੇ, ਮੇਰਾ ਤਾਂ ਕੋਈ ਉਹਦੇ ਵਿੱਚ ਰੋਲ ਨਹੀਂ ਹੈ ਜਾ ਕੇ। ਸੋ ਮੇਰਾ ਮਤਲਬ ਇਹ ਹੈਗਾ ਵੀ ਜਿਹੜਾ ਖਾਨਦਾਨੀ ਪ੍ਰਾਈਡ ਆ ਉਹਦਾ ਖਹਿੜਾ ਛੱਡ ਕੇ ਖੁਦ ਜੋ ਤੁਸੀਂ ਹੈਗੇ ਆ ਉਹਦੇ ਆਧਾਰ ਦੇ ਉੱਤੇ ਗੱਲ ਚੱਲਣੀ ਚਾਹੀਦੀ ਆ। ਉਹ ਖਾਨਦਾਨ ਦਾ ਕੋਈ ਰੋਲ ਨਹੀਂ ਹੈ ਜਾ ਕੇ। ਖਾਨਦਾਨ ਨੂੰ ਔਰ ਤੋਂ ਤੁਹਾਨੂੰ ਮੈਂ ਦੱਸ ਵੀ ਦਿੰਦਾ ਜੀ, ਇਹ ਡਾਇੰਗ ਚੀਜ਼ ਆ। ਹੁਣ ਇਹ ਖਾਨਦਾਨ ਦਾ ਜਿਹੜਾ ਹੈਗਾ ਨਾ, ਮੈਂ ਫਲਾਣੇ ਖਾਨਦਾਨ ਦਾ, ਇਹ ਮਰ ਰਹੀ ਹੈ ਜਾ ਕੇ। ਹੁਣ ਤੁਹਾਡੀਆਂ ਮੈਂ ਦੱਸ ਦਿੰਦਾ, ਤੁਹਾਡੇ ਇੱਥੇ ਹੀ ਦੇਖ ਲਿਓ, ਜਿਹੜੀਆਂ ਸਾਡੀਆਂ ਅਗਲੀਆਂ ਪੀੜ੍ਹੀਆਂ ਇੱਥੇ ਆਉਣੀਆਂ ਨਹੀਂ, ਉਹਨੀ ਨਹੀਂ ਬਹੁਤਾ ਕਿਹਾ ਕਰਨਾ ਜਾ ਕੇ ਵੀ ਸਾਡਾ ਬਾਬਾ ਇੱਦਾਂ ਹੁੰਦਾ ਸੀ, ਸਾਡਾ ਦਾਦਾ ਇੱਦਾਂ ਹੁੰਦਾ ਸੀ। ਤਾਂ ਹੁਣ ਵੀ ਨਹੀਂ ਕਹਿੰਦੇ। ਹਾਂ, ਨਹੀਂ ਕਹਿੰਦੇ। ਪਰ ਦੂਸਰੇ ਪਾਸੇ ਉਹ ਇਹ ਤਾਂ ਦੇਖ ਰਹੇ ਆ ਨਾ ਕਿ ਇਹਨਾਂ ਦੀ ਬੈਕਗਰਾਉਂਡ ਕੀ ਸੀ। ਜੇ ਇੱਕ ਚੰਗੇ ਖਾਨਦਾਨ ਦੇ ਵਿੱਚੋਂ ਨੇਕ ਨਾਮੀ ਖੱਟੀ ਆਉਂਦੀ ਆ, ਉਹਦਾ ਪੜਦਾਦਾ ਨੇਕ ਬੰਦਾ ਸੀ, ਉਹਦਾ ਦਾਦਾ ਦਾਦੀ ਨੇਕ ਬੰਦੇ ਸੀ, ਉਹਦਾ ਮਾਂ ਪਿਓ ਨੇਕ ਸੀ, ਔਰ ਇਹਦੀ ਪਰਵਰਿਸ਼ ਉਸ ਨੇਕੀ ਦੇ ਵਿੱਚ ਹੋਈ ਹੈ ਕੁਦਰਤੀ ਤੌਰ ਤੇ, ਔਰ ਉਹਦੀਆਂ ਵੈਲਿਊਜ਼ ਜਿਹੜੀਆਂ ਉਹ ਨੇਕੀ ਵਾਲੀਆਂ ਪਰ ਸਭ ਹੋਣਗੀਆਂ, ਥੋੜ੍ਹੀਆਂ ਬਹੁਤ, ਹੋ ਸਕਦਾ 10% ਹੀ ਹੋਣ, ਪਰ ਹੋਣਗੀਆਂ। ਥਿੰਦ ਸਾਹਿਬ ਪਰ ਫੇਰ ਵੀ ਜੋ ਮੈਂ ਕਰਦਾ ਮੈਨੂੰ ਉਹਦੀ ਸਜ਼ਾ ਜਾਂ ਜਜ਼ਾ ਮਿਲਣੀ ਚਾਹੀਦੀ ਆ। ਪਰ ਜੇ ਹੁਣ ਜਰਾਇਮ ਪੇਸ਼ਾ ਕੋਈ ਚੋਰਾਂ ਦੇ ਖਾਨਦਾਨ ਦੀ, ਜਿਹੜੀ ਬੜਦਾਦਾ ਵੀ ਚੋਰ ਸੀ, ਜਾਨੀ ਚੋਰ ਦਾ ਗਾਂ ਖਾਨਦਾਨ ਆ, ਹਾਂ, ਹੋ ਸਕਦਾ ਕਿ ਉਹ ਚੋਰੀ ਕਰਨ ਦੀ ਜਿਹੜੀ ਇੱਲਤ ਆ ਉਹ ਛੋਟੇ ਬੱਚੇ 'ਚ ਵੀ ਆ। ਹੁਣ ਉਹ ਜਿਹੜਾ ਬੱਚਾ ਆ ਉਹਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਆ ਜੇ ਉਹ ਚੋਰੀ ਕਰਦਾ। ਬਿਲਕੁਲ, ਇਹ ਨਹੀਂ ਹੋਣਾ ਵੀ ਉਹਦਾ ਦਾਦਾ ਚੋਰੀ ਕਰਦਾ ਹੁੰਦਾ ਸੀ। ਸੋ ਇਹ ਗੱਲ ਮੈਂ ਕਹਿਣੀ ਚਾਹੁੰਦਾ ਜੀ। ਪਰ ਜਿਹੜੇ ਖਾਨਦਾਨ ਦੇ ਲੋਕ ਹਾਮੀ ਨੇ ਉਹ ਇਹ ਸਮਝਦੇ ਨੇ ਵੀ ਇਹ ਹੁਣ ਜਾਂ ਫਿਰ ਇਹ ਕਰੇਗਾ ਜ਼ਰੂਰ, ਕਿਉਂਕਿ ਇਹਦੇ ਖਾਨਦਾਨ 'ਚ ਆ ਰਹੀ ਹੈ ਗੱਲ। ਥਿੰਦ ਸਾਹਿਬ ਫੇਰ ਮੈਂ ਤੁਹਾਨੂੰ ਇਹ ਗੱਲ ਦੱਸ ਦੇਵਾਂ, ਖਾਨਦਾਨ ਦੇ ਵਿੱਚ ਜਿਹੜੀ ਆ ਰਹੀ ਆ ਜਾਂ ਨਹੀਂ ਆ ਰਹੀ, ਉਹ ਸੈਪਰੇਟ ਚੀਜ਼ ਆ, ਪਰ ਉਹਨੂੰ ਜਿਹੜਾ ਮਿਲਣਾ ਚਾਹੀਦਾ ਉਹਦੇ ਕਿਰਦਾਰ ਦੇ ਉੱਤੇ ਮਿਲਣਾ ਚਾਹੀਦਾ ਆ। ਉਹਨੂੰ ਕ੍ਰੈਡਿਟ ਜਾਂ ਡਿਸਕ੍ਰੈਡਿਟ ਇਸ ਗੱਲ ਦਾ ਨਹੀਂ ਮਿਲਣਾ ਚਾਹੀਦਾ ਹੈਗਾ ਜਾ ਕੇ ਵੀ ਇਹ ਫਲਾਣੇ ਖਾਨਦਾਨ 'ਚੋਂ ਹੈ ਜਾਂ ਫਲਾਣੇ ਖਾਨਦਾਨ 'ਚੋਂ। ਜੋ ਮੈਂ ਕਰਦਾ ਮੈਨੂੰ ਉਹਦੇ 'ਤੇ ਮਿਲਣਾ ਚਾਹੀਦਾ। ਇਸ ਗੱਲ ਕਰਕੇ ਨਹੀਂ ਹੈ ਵੀ ਮੇਰਾ ਜਿਹੜੇ ਖਾਨਦਾਨ ਦੇ ਵਿੱਚ ਚੋਰਾਂ ਦਾ ਖਾਨਦਾਨ ਸੀ, ਜੇ ਸਾਧਾਂ ਦਾ ਖਾਨਦਾਨ ਸੀ, ਇਹਦਾ ਉਹਨਾਂ ਕੋਈ ਤਾਲੁਕ ਨਹੀਂ ਹੈ। ਤਾਲੁਕ ਇਸ ਗੱਲ ਨਾਲ ਮੈਂ ਕੀ ਕਰਦਾ। ਹੁਣ ਇਹ ਸੁਸਾਇਟੀ ਇੱਧਰ ਨੂੰ ਜਾ ਰਹੀ ਹੈ, ਇਹ ਸੁਸਾਇਟੀ ਇੱਧਰ ਨੂੰ ਜਾ ਰਹੀ ਹੈ। ਇੱਥੇ ਜਦ ਕੋਰਟਾਂ ਦੇ ਵਿੱਚ ਤੁਸੀਂ ਪਰਖ ਹੁੰਦੇ ਆ, ਤੁਸੀਂ ਪਰਖ ਹੋਣੇ ਆ, ਉੱਥੇ ਕਿਸੇ ਨੇ ਪੁੱਛਣਾ ਵੀ ਨਹੀਂ ਵੀ ਇਹ ਕਿਹਦਾ ਮੁੰਡਾ ਆ, ਉੱਥੇ ਕਿਸੇ ਨੇ ਪੁੱਛਣਾ ਵੀ ਨਹੀਂ ਹੈ ਵੀ ਕਿਹੜੇ ਖਾਨਦਾਨ ਦੇ ਵਿੱਚ ਜਾ ਰਿਹਾ। ਪੱਛਮੀ ਸੁਸਾਇਟੀ 'ਚ ਇਸ ਸੁਸਾਇਟੀ ਜਿਹਦੀ ਆਪਾਂ ਗੱਲ ਕਰਦੇ ਹਾਂ, ਜਿਹਦੀ ਤਾਰੀਫ ਕਰਦੇ ਹਾਂ, ਇਹਦੇ ਵਿੱਚ ਵੀ ਫਿਰ ਸਾਹਿਬ ਹੁਣ ਇਹ ਆ ਕਿ ਉਹਦੀ ਬਚਪਨ 'ਚ ਪਰਵਰਿਸ਼ ਕਿਵੇਂ ਕਰਦੇ ਹੋ ਤੁਸੀਂ। ਜੇ ਉਹਦੀ ਬਚਪਨ 'ਚ ਪਰਵਰਿਸ਼ ਹੋਰ ਤਰੀਕੇ ਨਾਲ ਕੀਤੀ ਜਾਂਦੀ ਹੈ ਉਹਦੇ ਖਾਨਦਾਨ ਤੋਂ ਇਲਾਵਾ, ਜੇ ਚੋਰਾਂ ਦੇ ਖਾਨਦਾਨ ਦੇ ਬੱਚੇ ਨੂੰ ਚੁੱਕ ਕੇ ਉਹਦੀ ਪਰਵਰਿਸ਼ ਨੇਕ ਵਿਅਕਤੀਆਂ ਦੇ ਵਿੱਚ ਲਿਆ ਕੇ ਕੀਤੀ ਜਾਂਦੀ ਆ, ਕੁਦਰਤੀ ਤੌਰ 'ਤੇ ਉਹਦੀਆਂ ਵੈਲਿਊਜ਼ ਜਿਹੜੀਆਂ ਕੁਛ ਨੇਕੀ ਵਾਲੀਆਂ ਜ਼ਰੂਰ ਹੋ ਜਾਣਗੀਆਂ। ਸਿੰਘ ਸਾਹਿਬ ਦੇਖੋ ਫਿਰ ਮੈਂ ਇਹ ਵਾਰ-ਵਾਰ ਕਹਿ ਦਵਾਂ, ਉਹ ਨੇਕੀ ਵੱਲ ਨੂੰ ਜਾਂਦਾ, ਚੋਰੀ ਵੱਲ ਨੂੰ ਜਾਂਦਾ, ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ, ਪਰ ਉਹ ਕੀ ਕਰਦਾ ਉਸ ਬੱਚੇ ਦੇ ਉੱਤੇ, ਉਸ ਬੱਚੇ ਦੇ ਉੱਤੇ ਸਾਰੀ ਡਿਪੈਂਡ ਕਰਦੀ ਹੈ ਜਾ ਕੇ। ਪਿਛਲਿਆਂ ਨੂੰ ਉਹਦਾ ਕੋਈ ਨਹੀਂ, ਜਿਹੜੇ ਮਰ ਚੁੱਕੇ ਆ ਬੰਦੇ ਜਾ ਕੇ ਉਹਨਾਂ ਨੂੰ ਨਾ ਕ੍ਰੈਡਿਟ ਦੀ ਲੋੜ ਹੈ ਨਾ ਡਿਸਕ੍ਰੈਡਿਟ, ਦੈਟ ਗੋਨ। ਉਹ ਕੀ ਮੈਂ ਕੀ ਕਰਦਾ ਮੈਨੂੰ ਉਹਦੇ 'ਤੇ ਹੋਣਾ ਚਾਹੀਦਾ। ਔਰ ਮੈਨੂੰ ਇਸ ਗੱਲ ਦੇ ਉੱਤੇ ਮੈਂ ਸਮਝਦਾ ਮੈਨੂੰ ਕੋਈ ਇਹ ਫਖਰ ਕਰਨ ਵਾਲੀ ਮੇਰੇ ਲਈ ਗੱਲ ਨਹੀਂ ਹੈ ਜਾ ਕੇ ਵੀ ਬਈ ਮੇਰੇ ਜਿਹੜੇ ਸੀਗੇ ਇੱਦਾਂ ਸੀਗੇ ਜਦ ਕਿ ਮੈਂ ਕਿੱਦਾਂ ਆ। ਮੈਂ ਤੁਹਾਨੂੰ ਦੱਸਦਾ, ਮੈਂ ਹੁਣ ਤੁਹਾਨੂੰ ਦੱਸਦਾ ਸਾਡੇ ਕੀ ਆ, ਅਸੀਂ ਇੰਨਾ ਸਾਡੇ ਅੰਦਰ ਹੈਗਾ ਜੀ, ਅਸੀਂ ਕਿਸੇ ਦੇ ਨਾਲ ਬੰਨ੍ਹ ਕੇ ਵੀ ਆਪਣੇ ਆਪ ਨੂੰ ਬੜਾ ਸਮਝਦੇ ਹਾਂ। ਮੇਰਾ ਤਾਂ ਜੀ ਜਾ ਕੇ ਫਲਾਨਾ ਵਜ਼ੀਰ ਵਾਕਬ ਆ, ਮੇਰਾ ਉੱਦੇ ਬੈਠੇ ਕਹੂਗੇ ਜਾ ਕੇ, ਖਾਨਦਾਨ ਤੋਂ ਬਿਨਾਂ ਵੀ, ਖਾਨਦਾਨ ਤੋਂ ਬਿਨਾਂ ਵੀ ਮੇਰਾ ਤਾਂ ਫਲਾਨਾ ਵਾਕਬ ਹੈ। ਮੈਂ ਤੁਹਾਨੂੰ ਇੱਕ ਵਾਰ ਸ਼ਾਇਦ ਦੱਸੀ ਵੀ ਗੱਲ ਸੀ, ਮੈਂ ਇੱਕ ਵਾਰ ਫਗਵਾੜੇ ਉੱਥੇ ਬੈਂਕ ਦੇ ਵਿੱਚ ਬੈਠੇ, ਉਹ ਮੈਨੇਜਰ ਮੇਰਾ ਵਾਕਬ ਸੀ ਥੋੜ੍ਹਾ ਜਿਹਾ,
ਉਹ ਜਿਸ ਵੇਲੇ ਵੀ ਮੈਂ ਉੱਥੋਂ ਕੋਲ ਬੈਠਣਾ ਜੀ, ਉਹਨੇ ਜਾ ਕੇ ਜਿਹੜਾ ਵੀ ਉਹਨਾਂ ਦਾ ਕਸਟਮਰ ਆਉਣਾ ਜੀ, ਉਹਨੂੰ ਇਹ ਗੱਲ ਕਹਿਣੀ ਜੀ। ਉਹ ਬੈਂਕ ਦੇ ਜਿਹੜਾ ਚੇਅਰਮੈਨ ਸੀਗੇ, ਉਹ ਮੇਰੇ ਮਾਸੀ ਦਾ ਲੜਕਾ ਸੀ। ਇਹ ਚੇਅਰਮੈਨ ਸਾਹਿਬ ਦੇ ਜੀ ਸਕੇ ਮਾਸੀ ਦੇ ਲੜਕੇ ਆ। ਜਦ ਵੀ ਹੁਣ ਚੇਅਰਮੈਨ, ਅੱਛਾ ਫਿਰ ਸਾਡੇ ਇੱਕ ਮਸ਼ਹੂਰ ਆਦਮੀ ਦਾ ਰਿਸ਼ਤਾ ਹੋ ਗਿਆ, ਇਹ ਜੀ ਫਲਾਣੇ ਤੇ ਫਲਾਣੇ ਵਿਆਹ ਹੋਇਆ, ਜਾ ਕੇ ਉਹ ਕਰਨ ਲੱਗ ਪਿਆ, ਜਾ ਕੇ ਉਹ ਕਰਨ। ਮੈਂ ਕਿਹਾ ਕਿਹਾ ਮਾਨ ਸਾਹਿਬ ਤੁਸੀਂ ਮੇਰੀ ਇੱਜ਼ਤ ਕਰਦੇ ਹੋ ਕਿ ਬੇਇੱਜ਼ਤੀ ਕਰਦੇ ਆ? ਮੇਰੇ ਬਾਰੇ ਗੱਲ ਮੈਂ ਕੀ ਹੈ ਇਹਦਾ ਮਤਲਬ? ਮੈਂ ਆਪਣੇ ਆਪ ਹੀ ਤਾਂ ਕੁਛ ਵੀ ਨਹੀਂ, ਮੈਂ ਉਹਨਾਂ ਜੁੜ ਕੇ ਕੁਛ ਬਣਦਾ ਆ। ਮੇਰੀ ਤਾਂਗ ਬਲਜੂ ਬਣਦੀ ਆ ਵੀ ਫਲਾਣਾ ਵਜ਼ੀਰ ਮੈਨੂੰ ਜਾਣਦਾ, ਜੇ ਮੈਨੂੰ ਵਜ਼ੀਰ ਨਹੀਂ ਜਾਣਦਾ ਫਿਰ ਮੈਂ ਕੁਛ ਵੀ ਨਹੀਂ ਹੈ। ਇਹ ਜ਼ਹਿਨੀਅਤ ਮੈਂ ਚਾਹੁੰਦਾ ਵੀ ਆਪਣੀ ਕਮਿਊਨਿਟੀ 'ਚ ਨਾ ਆਵੇ। ਜਾ ਕੇ ਆਪਣੇ ਸੈਲਫ ਦੇ ਉੱਤੇ ਜਿਹੜਾ ਕੌਨਫੀਡੈਂਸ ਆ, ਸੈਲਫ ਦੇ ਵਿੱਚ ਆ ਵੀ ਮੈਂ ਕੀ ਆ, ਹੈ ਸੈਲਫ ਰਿਸਪੈਕਟ ਜਿਹੜੀ ਚਾਹੀਦੀ ਆ। ਔਰ ਸੈਲਫ ਜਿਹਨੂੰ ਆਪਾਂ ਕਹਿੰਦੇ ਆ ਮਾਣ ਵੀ ਜੇ ਕਰਨਾ ਨਾ, ਗਰੂਰ ਕਰਨਾ ਆ, ਤਾਂ ਸੈਲਫ 'ਤੇ ਆਪਣੀ ਅਚੀਵਮੈਂਟਸ 'ਤੇ ਗਰੂਰ ਹੋਣਾ ਚਾਹੀਦਾ ਹੈਗਾ। ਇਸ ਗੱਲ ਕਰਕੇ ਗਰੂਰ ਨਹੀਂ ਹੋਣਾ ਚਾਹੀਦਾ ਵੀ ਮੇਰੇ ਫਾਦਰ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਸੀ ਜਾਂ ਅੰਗਰੇਜ਼ਾਂ ਦਾ ਜੈਲਦਾਰ ਸੀ, ਠੀਕ ਹੈ ਨਾ। ਉਸ 'ਤੇ ਉਹ ਨਹੀਂ, ਉਹਦਾ ਕੋਈ ਨਹੀਂ। ਇਹ ਮੇਰਾ ਇਹ ਸੀ ਪਰਪਸ ਅੱਜ ਜਿਹੜੀ ਇਹ ਗੱਲ ਕਰਨ ਦਾ, ਵੀ ਸਾਡੇ ਖਾਨਦਾਨੀ ਪ੍ਰਾਈਡ ਜਿਹੜਾ ਹੈਗਾ, ਖਾਨਦਾਨੀ ਪ੍ਰਾਈਡ ਤੁਹਾਡਾ ਕੀ ਰੋਲ ਹੈ? ਤੁਸੀਂ ਕਿਸ ਗੱਲ ਦਾ ਮਾਣ ਕਰੀ ਜਾਂਦੇ ਆ ਜਾ ਕੇ ਵੀ ਤੁਹਾਡਾ ਜੀ, ਸਾਡਾ ਤਾਂ ਖਾਨਦਾਨ ਪਿੱਛੋਂ ਰਣਜੀਤ ਨਾਲ ਜੁੜਿਆ, ਤੁਹਾਡਾ ਕੀ ਰੋਲ ਹੈ ਉਹਦੇ ਵਿੱਚ ਜਾ ਕੇ? ਕਈ ਵਾਰੀ ਤੁਸੀਂ ਮਿਲਦੇ ਵੀ ਇਹੋ ਜਿਹੇ ਲੋਕਾਂ ਨੂੰ ਜਿਹੜੇ ਘੰਟਾ ਤੁਸੀਂ ਆਪਣੇ ਉਹ ਖਾਨਦਾਨ ਦੀ ਪ੍ਰਸ਼ੰਸਾ ਸੁਣਦੇ ਰਹਿੰਦੇ ਹੋ, ਜਦੋਂ ਬਾਹਰ ਨਿਕਲਦੇ ਨੇ ਜਿਹੜੇ ਦਾਨਿਸ਼ਮੰਦ ਲੋਕ ਤੁਹਾਡੇ ਵਰਗੇ, ਫਿਰ ਉਹ ਇਹ ਵੀ ਆਲੋਚਨਾ ਕਰਦੇ ਵੀ ਯਾਰ ਤੂੰ ਕੀ ਆ, ਤੂੰ ਕਿਹੜੀ ਕੁੱਲੀ 'ਚ ਬੈਠਾ ਹੈ, ਤੇਰੇ ਕੋਲ ਤਾਂ ਰੋਟੀ ਖਾਣ ਨੂੰ ਪੈਸਾ ਨਹੀਂ। ਪਰਖਿਆ ਤਾਂ ਤੁਸੀਂ ਜਾਣਾ ਜੀ, ਤੁਹਾਡੇ ਕਿਰਦਾਰ ਦੇ ਉੱਤੇ ਪਰਖਿਆ ਜਾਣਾ ਤੇਰੀ ਪ੍ਰਾਪਤੀ ਕੀ ਹੈ। ਔਰ ਫਿਰ ਮੈਂ ਤੁਹਾਨੂੰ ਦੱਸਿਆ ਜੀ, ਇਹ ਫਿਊਡਲ ਸੋਚ ਦੀ ਨਿਸ਼ਾਨੀ ਹੈ। ਇਹਦੇ ਨਾਲ ਥਿੰਨ ਸਾਹਿਬ ਕੱਲਾ ਖਾਨਦਾਨ ਦੀ ਪ੍ਰਾਈਡ ਨਹੀਂ ਹੈ, ਕਾਸਟ ਪ੍ਰਾਈਡ ਵੀ ਜੁੜਿਆ ਹੈ ਇਹਦੇ ਨਾਲ। ਵੀ ਅਸੀਂ ਕਾਸਟ ਕਹਾਂ ਸਭ ਕਬੀਲਾ ਪ੍ਰਾਈਡ ਜਿਹੜਾ ਮੈਂ ਪਹਿਲਾਂ ਗੱਲ ਕਰ ਚੁੱਕਾ, ਉਹ ਵੀ ਅਜੇ ਤੁਰਿਆ ਆਉਂਦਾ, ਅਜੇ ਉਹ ਵੀ ਤੁਰਿਆ ਹੁੰਦਾ ਜੀ। ਅਸੀਂ ਜੱਟ ਹੁੰਦੇ ਹਾਂ ਜੀ, ਅਸੀਂ ਪੰਡਤ ਹੁੰਦੇ ਹਾਂ, ਅਸੀਂ ਸਿੰਧ ਹੁੰਦੇ ਹਾਂ, ਅਸੀਂ ਗੱਲੇ ਹਾਂ, ਫਲਾਣੇ ਹਾਂ। ਉਹ ਕਾਸਟ ਪ੍ਰਾਈਡ ਵੀ ਨਾਲ ਤੁਰਿਆ ਆਉਂਦਾ। ਇਹ ਇੱਕ ਮੈਂ ਹੋਰ ਥੋੜ੍ਹੀ ਗੱਲ ਸੁਣੀ, ਇਹ 'ਤੇ ਵਿਚਾਰ ਕਰਿਓ ਤੁਸੀਂ। ਇਹ ਜਿਹੜਾ ਖਾਨਦਾਨੀ ਪ੍ਰਾਈਡ ਹੈ ਨਾ ਜੀ, ਇਹ ਕਾਸਟ ਪ੍ਰਾਈਡ ਨਾਲ ਵੀ ਵੱਜਿਆ ਆ। ਹੁਣ ਤੁਸੀਂ ਕਹਿੰਦਾ ਕਿੱਦਾਂ ਵੱਜਿਆ ਹੈ? ਜਿਹੜੀਆਂ ਸਵਰਨ ਜਾਤੀਆਂ ਆ, ਉਹੀ ਆਪਣੀ ਖਾਨਦਾਨ ਦੀ ਗੱਲ ਬਹੁਤੀ ਕਰਦੇ ਆ। ਅੱਛਾ, ਦੂਸਰੇ ਪਾਸੇ ਇਸ ਪੁਆਇੰਟ ਨੂੰ ਥੋੜ੍ਹੇ ਅੱਗੇ ਆ ਲੈਣ ਦਿਓ। ਜਿਹੜੀਆਂ ਦਲਿਤ ਪਰਿਵਾਰ ਆ ਨਾ, ਉਹਨਾਂ 'ਚ ਇਨਫੀਰੀਟੀ ਕੰਪਲੈਕਸ ਆਈ ਜਾਂਦਾ। ਹਾਂ, ਉਹ ਆਪਣੇ ਪਰਿਵਾਰ ਦੀ ਗੱਲ ਨਹੀਂ ਕਰਦੇ ਬਹੁਤੇ, ਕਿਉਂਕਿ ਉਹਨਾਂ ਦੇ ਭਰ ਇੰਨਾ ਦਿੱਤਾ ਗਿਆ ਵੀ ਤੁਸੀਂ ਤਾਂ ਹੈ ਹੀ ਕੁਛ ਨਹੀਂ ਹੈ, ਤੁਸੀਂ ਤਾਂ ਕੁਛ ਵੀ ਨਹੀਂ ਹੈ। ਇਹ ਜਿਹੜੀਆਂ ਸਵਰਨ ਜਾਤੀਆਂ, ਇਹ ਫਿਰ ਪਿੱਛੋਂ ਥੋੜ੍ਹਾ ਜਿਹਾ ਲਿਆਉਗੇ ਜਾ ਕੇ ਵੀ ਅਸੀਂ ਇੱਦਾਂ ਅਸੀਂ ਇੱਦਾਂ। ਸੋ ਕਾਸਟ ਪ੍ਰਾਈਡ ਜਿਹੜਾ ਹੈਗਾ, ਕਾਸਟ ਪ੍ਰਾਈਡ ਨੇ ਫੈਮਿਲੀ ਪ੍ਰਾਈਡ ਨਾਲ ਇਹ ਜੁੜਿਆ। ਉੱਚ ਜਾਤੀਆਂ ਜਿਹੜੀਆਂ ਇਹ ਆਪਣੀ ਫੈਮਿਲੀ ਨੂੰ ਲਿਆ ਕੇ ਪਿੱਛੋਂ ਦੱਸੂਗੇ, ਤਾਂ ਜਿਹੜੀਆਂ ਹੇਠਾਂ ਆਪਣੇ ਸੋ ਕਾਲਡ ਦਲਿਤ ਹੈ, ਉਹਨਾਂ ਵਿਚਾਰਿਆਂ ਨੂੰ ਬਣਾਏ ਇੱਦਾਂ ਦਾ ਦਿੱਤਾ ਗਿਆ ਵੀ ਤੁਹਾਡੇ ਤਾਂ ਪ੍ਰਾਈਡ ਕਰਨ ਵਾਲੀ ਗੱਲ ਹੀ ਹੈ ਨਹੀਂ, ਤੁਹਾਡੇ ਕੋਲ ਤਾਂ ਕੋਈ ਵੀ ਨਹੀਂ। ਔਰ ਉਹਨਾਂ 'ਚ ਕੰਪਲੈਕਸ ਵੱਧਦਾ ਰਹਿੰਦਾ, ਉਹਨਾਂ 'ਚ ਕੰਪਲੈਕਸ ਵੱਧਦਾ ਰਹਿੰਦਾ। ਜਿਹੜੇ ਫਖਰ ਕਰਨ ਵਾਲੇ ਲੋਕ ਨੇ, ਉਹ ਆਪਣੀਆਂ ਢੀਂਗਾਂ ਜ਼ਿਆਦਾ ਮਾਰਨਗੇ। ਜਿਨ੍ਹਾਂ ਲੋਕਾਂ ਨੂੰ ਐਕਸਪ੍ਰੈਸ ਕਰਨ ਦਾ ਮੌਕਾ ਹੀ ਨਹੀਂ ਮਿਲਿਆ, ਉਹ ਨਹੀਂ ਹੈ। ਸਰ ਤੁਸੀਂ ਦੇਖੋ, ਤੁਹਾਡੇ ਨੋਟਸ ਵੀ ਕਈ ਬੰਦੇ ਆਏ ਹੋਣੇ ਆ, ਉਹ ਜਿਹੜੇ ਛੋਟੇ ਹੁੰਦੇ ਆ ਤਾਂ ਦੱਸਦੇ ਜੱਟ ਦਾ ਪੋਤਿਆਂ ਤੂੰ ਤਗੜਾ ਹੋ ਜਾ, ਜੱਟ ਦਾ ਪੁੱਤਿਆਂ, ਬਸ ਕਿਸੇ ਦੀ ਇੰਨੀ ਮੰਨਣੀ ਹੈ ਤੇ ਜਾ ਕੇ ਉੱਥੋਂ ਜਾ ਕੇ ਉਹ ਕਾਸਟ ਪ੍ਰਾਈਡ ਇੰਨਾ। ਇਹ ਤੋਂ ਮੈਂ ਸਮਝਦਾ ਵੀ ਥੋੜ੍ਹਾ ਜਿਹਾ ਜਿਹੜਾ ਬਚਣਾ ਚਾਹੀਦਾ, ਔਰ ਉਹਨੂੰ ਇਹ ਹੋਣਾ ਚਾਹੀਦਾ ਵੀ ਆਪਣੀ ਜਿਹੜੀ ਵਰਥ ਆ, ਆਪਣੀ ਵੈਲਿਊ ਜਿਹੜੀ ਆ ਬਣਾਓ। ਜਾ ਕੇ ਪਿੱਛੇ ਬਾਬੇ ਦਾਦਿਆਂ ਦੇ ਸਿਰ ਦੇ ਉੱਤੇ ਨਾ ਆਪਣੇ ਆਪ ਨੂੰ ਬਣਾਓ ਵੀ ਮੇਰਾ ਇੱਦਾਂ ਸੀ ਇੱਦਾਂ। ਆਪਣੀ ਵਰਥ, ਆਪਣੀ ਰਿਸਪੈਕਟ, ਸੈਲਫ ਰਿਸਪੈਕਟ ਜਿਹੜੀ ਆ ਇਹ ਪੈਦਾ ਕਰਨੀ ਚਾਹੀਦੀ ਹੈ। ਰੈਡ FM ਸੁਣ ਰਹੇ ਤੁਸੀਂ। ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਖਾਨਦਾਨੀ ਪ੍ਰਾਈਡ ਦੇ ਉੱਤੇ ਅਤੇ ਖਾਨਦਾਨੀ ਜਿਹੜਾ ਗਰੂਰ ਹੈ ਔਰ ਉਹ ਕਿੰਨਾ ਕੁ ਮੈਟਰ ਕਰਦਾ, ਅਤੇ ਇੰਡੀਵਿਜੂਅਲ ਪ੍ਰਾਪਤੀਆਂ ਜਿਹੜੀਆਂ ਨੇ, ਜਿਹੜੇ ਤੁਸੀਂ ਆਪਣੇ ਆਪ ਬਣੇ ਹੋ। ਕਈ ਲੋਕ ਕਹਿੰਦੇ ਕਿ ਮੈਂ ਤਾਂ ਸੈਲਫ ਮੇਡ ਵਿਅਕਤੀ ਹਾਂ। ਜਿਹੜੇ ਸੈਲਫ ਮੇਡ ਵਿਅਕਤੀ ਨੇ ਉਹਨਾਂ ਲਈ ਆਪਣੇ ਖਾਨਦਾਨ ਦੀ ਪ੍ਰਾਈਡ ਜਾਂ ਨਾ ਪ੍ਰਾਈਡ ਹੋਣਾ, ਉਹ ਪ੍ਰੋਫੈਸਰ ਦਾ ਇਹ ਥੀਸਿਸ ਹੈ ਕਿ ਉਹ ਇੰਨਾ ਮੈਟਰ ਨਹੀਂ ਕਰਦਾ। ਉਹਨੂੰ ਪਛਾਣਿਆ ਜਾਣਾ ਚਾਹੀਦਾ ਕਿ ਉਹ ਕੀ ਹੈ, ਨਾ ਕਿ ਉਸ ਦੇ ਜਿਹੜੇ ਪੁਰਖੇ ਸਨ ਉਹ ਕੌਣ ਸਨ। ਪਰ ਸਭ ਇਹ ਖ਼ਤਮ ਨਹੀਂ ਹੋ ਰਿਹਾ ਹਾਲੇ ਵੀ, ਜਿਸ ਤਰ੍ਹਾਂ ਤੁਸੀਂ ਦੱਸਿਆ ਬਈ ਜ਼ਾਤ ਦੇ ਆਧਾਰ 'ਤੇ, ਕਬੀਲੇ ਦੇ ਆਧਾਰ 'ਤੇ ਜਾਂ ਹੋਰ ਕਈ ਚੀਜ਼ਾਂ ਦੇ ਆਧਾਰ 'ਤੇ ਲੋਕ ਆਪਣੇ ਆਪ ਦੇ ਉੱਤੇ ਫਖਰ ਕਰਦੇ ਆ, ਅਤੇ ਖਾਨਦਾਨ ਦੇ ਆਧਾਰ 'ਤੇ ਵੀ ਕਰਦੇ ਆ। ਤਿੰਨ ਸਾਹਿਬ ਦੇਖੋ, ਤੁਸੀਂ ਕਹੋਗੇ ਵੀ ਮੈਂ ਇਹਦੇ 'ਤੇ ਕਿਉਂ ਗੱਲ ਕਰ ਰਿਹਾ। ਸਹੀ ਮਕਸਦ ਜਿਹੜੀ ਚੀਜ਼ ਨੇ ਮੈਨੂੰ ਫੋਰਸ ਕੀਤਾ ਵੀ ਇਹਦੇ 'ਤੇ ਮੈਂ ਗੱਲ ਕਰਾਂ ਨਾ ਜੀ, ਉਹ ਇਹ ਸੀ ਵੀ ਇਸ ਸੋਚ ਨੇ ਇਹ ਖਾਨਦਾਨੀ ਫੈਮਲੀਆਂ ਦੇ ਅਮਨ ਭੰਗ ਕੀਤੇ ਹੋਇਆ, ਫੈਮਲੀਆਂ ਦਾ ਪੀਸ ਖਰਾਬ ਕੀਤਾ ਆ ਇਸ ਸੋਚ ਨੇ।
ਇੱਕ ਕਲੇਸ਼ ਪਏ ਹੋਏ ਆ ਘਰਾਂ ਦੇ ਵਿੱਚ। ਮੈਂ ਦੱਸਦਾ ਕਿੱਦਾਂ ਪਏ ਹੋਏ। ਸਾਡੇ ਇੱਥੋਂ ਅਸੀਂ ਤੁਰਦੇ ਹਾਂ, ਈਵਨ ਅਸੀਂ ਰਿਸ਼ਤਾ ਕਰਨ ਵੇਲੇ ਇਹ ਦੇਖਦੇ ਹਾਂ ਜੀ ਇਹਦਾ ਖਾਨਦਾਨ ਕੀ ਹੈ, ਇਹ ਕਿੱਦਾਂ ਦੇ ਖਾਨਦਾਨ ਚੋਂ ਚੱਲਿਆ ਆਉਂਦਾ ਜਾਂ ਚੱਲੀ ਆਉਂਦੀ ਹੈ ਜਾ ਕੇ, ਉਹ ਉੱਥੋਂ ਹੀ ਅਸੀਂ ਸ਼ੁਰੂ ਕਰ ਦਿੰਦੇ ਹਾਂ ਜਾ ਕੇ ਵੀ ਸਾਡਾ ਖਾਨਦਾਨ ਕਿੱਥੇ, ਇਹ ਖਾਨਦਾਨ ਕਿੱਦਾਂ ਆ। ਕਿਉਂਕਿ ਅਸੀਂ ਧਾਰਨਾ ਇਹ ਬਣਾਈ ਹੋਈ ਆ ਵੀ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਚੋਰ ਦਾ ਪੁੱਤ ਚੋਰੇ ਹੋਣਾ, ਅਸੀਂ ਬਣਾਈ ਹੋਈ ਹੈ ਇਹ ਗੱਲ ਵੀ ਚੋਰ ਦਾ ਪੁੱਤ ਚੋਰੇ ਹੋਣਾ, ਇੱਦਾਂ ਹੁੰਦੀ ਨਹੀਂ ਹੈ। ਇੱਥੇ ਜਿੱਦਾਂ ਹੁਣ ਅਸੀਂ ਕਰਕੇ ਆਏ ਹਾਂ, ਇੱਥੇ ਸੁਸਾਇਟੀ ਨੇ ਤੁਹਾਡੇ ਕਿਰਦਾਰ 'ਤੇ ਤੁਹਾਨੂੰ ਪਰਖਣਾ। ਹੁਣ ਮੈਂ ਤੁਹਾਨੂੰ ਦੱਸਦਾ ਕਿੱਦਾਂ ਜੀ, ਇਹ ਘਰਾਂ ਦੇ ਵਿੱਚ ਈਵਨ ਤੁਸੀਂ ਜਾ ਕੇ ਲੇਡੀਜ਼ ਦੇ ਵਿੱਚ ਉਹ ਇਹ ਕਹਿੰਦੇ ਰਹਿੰਦੇ ਆ ਕਿਹੜੇ ਖਾਨਦਾਨ 'ਚੋਂ ਆ ਗਈ ਹੈ ਇਹਨ ਸਾਡੇ ਘਰ ਖਰਾਬ ਕਰ ਦਿੱਤਾ ਜਾ ਕੇ, ਇਹਦੇ ਖਾਨਦਾਨ ਕਿਤੇ, ਇਹਦੀ ਮਾਂ ਕਿੱਦਾਂ ਦੀ ਸੀ, ਇਹਦਾ ਪੇ ਕਿੱਦਾਂ, ਔਰ ਉਹਨੇ ਇਹ ਕਹਿਣਾ ਆ ਮੈਂ ਕਿਹੜੇ ਖਾਨਦਾਨ 'ਚ ਫਸ ਗਈ ਹਾਂ ਆ ਕੇ ਜਾ ਕੇ, ਇਹ ਜਾਣੀ ਇਹਦਾ ਕਿੱਦਾਂ ਆ, ਇਹਦਾ ਫਲਾਨਾ ਕਿੱਦਾਂ, ਇਹਦਾ ਫਲਾਨਾ ਕਿੱਦਾਂ। ਜਾਣੀ ਘਰਾਂ ਦਾ ਪੀਸ ਇਸ ਗੱਲ ਨੇ ਭੰਗ ਕੀਤਾ ਆ ਵੀ ਇਹਨਾਂ ਦੇ ਖਾਨਦਾਨ ਕਿੱਦਾਂ ਸੀ। ਹਾਲਾਂਕਿ ਤੁਸੀਂ ਇਹ ਨਹੀਂ ਦੇਖਦੇ ਖਾਨਦਾਨ ਦਾ ਕੀ ਰੋਲ ਆ। ਫਰਜ਼ ਕਰ ਲਓ ਸਿੰਘ ਸਾਹਿਬ, ਮੈਂ ਜਿਹੜੀ ਪਹਿਲਾਂ ਗੱਲ ਕਰ ਚੁੱਕਾ ਵੀ ਜੇ ਫਰਜ਼ ਕਰ ਲਓ ਮੈਂ ਮਾੜਾ ਆ, ਠੀਕ ਹੈ, ਤੇ ਮੈਂ ਮਾੜਾ, ਮੈਂ ਆਪਣੀ ਘਰ ਵਾਲੀ ਨਾਲ ਮਾੜਾ ਵਰਤਾਅ ਕਰ ਰਿਹਾ, ਤਾਂ ਮੇਰੇ ਵੱਡੇ ਬਜ਼ੁਰਗਾਂ ਦਾ ਇਹਦੇ 'ਚ ਕੀ ਰੋਲ ਆ। ਜੇ ਮੇਰੀ ਘਰ ਵਾਲੀ ਫਰਜ਼ ਕਰ ਲਓ ਨਹੀਂ ਹੋ ਤਾਂ ਉਹਨੂੰ ਮੈਂ ਕਿਉਂ ਇਸ ਗੱਲ ਤੇ ਕਿਹਾ ਜਾਵੇ ਵੀ ਇਹਦਾ ਮਾਂ ਕਿੱਦਾਂ, ਇਹਦੇ ਪੁੱਤ ਕੇ ਫਲਾਨਾ ਕਿੱਦਾਂ। ਇਸ ਗੱਲ ਨੂੰ ਅਵੋਇਡ ਕੀਤਾ ਇਹ ਸਮਝਦੇ ਆ ਕਿ ਇਹ ਖਾਨਦਾਨ ਦਾ ਪਰਛਾਵਾਂ ਇਸ ਤੇ ਪਿਆ ਹੋਇਆ। ਸਿੰਘ ਸਾਹਿਬ ਮੈਂ ਉਹੀ ਗੱਲ ਕਰਦਾ ਵੀ ਉਹ ਨਹੀਂ ਸਮਝਣਾ ਚਾਹੀਦਾ, ਖਾਨਦਾਨ ਦਾ ਪਰਛਾਵਾਂ ਨਹੀਂ ਪਾਉਣਾ ਚਾਹੀਦਾ। ਕਿਉਂਕਿ ਜੇ ਕਿ ਚੋਰ ਦੇ ਪੁੱਤ ਨੇ ਜ਼ਰੂਰੀ ਚੋਰ ਨਹੀਂ ਹੋਣਾ ਜੇ ਉਹ ਚੋਰੀ ਨਹੀਂ ਕਰਦਾ ਤਾਂ। ਹੁਣ ਜੇ ਉਹ ਤੁਹਾਡੇ ਨਾਲ ਚੰਗਾ ਵਰਤਾਅ ਕਰ ਰਿਹਾ ਤਾਂ ਉਹਨੂੰ ਇਸ ਗੱਲ ਕਰਕੇ ਖੰਡਨ ਨਾ ਉਹਦਾ ਕੀਤਾ ਜਾਵੇ ਜਾ ਕੇ ਵੀ ਇਹਦਾ ਬਾਪ ਕਿੱਦਾਂ ਦਾ ਸੀ ਜਾਂ ਇਹਦੀ ਮਾਂ ਕਿੱਦਾਂ ਦੀ ਸੀ। ਇਹ ਘਰਾਂ ਦੇ ਵਿੱਚ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ, ਖਾਸ ਤੌਰ 'ਤੇ ਲੇਡੀਜ਼ ਦੇ ਵਿੱਚ, ਵੀ ਇੱਕ ਦੂਏ ਨੂੰ ਇੱਦਾਂ ਦੇ ਤਾਨੇ ਮਿਹਣੇ ਨਾ ਦਿੱਤੇ ਜਾਣ ਵੀ ਤੇਰਾ ਮਾਂ ਕਿੱਦਾਂ ਦੀ ਆ, ਤੇਰਾ ਦੂਆ ਕਿੱਦਾਂ ਦਾ, ਕਿਉਂਕਿ ਉਹਦੇ ਨਾਲ ਅਗਲੇ ਨੂੰ ਦੁੱਖ ਬਹੁਤ ਹੁੰਦਾ ਜੀ। ਜਦੋਂ ਤੁਸੀਂ ਤੁਹਾਨੂੰ ਹਿੱਟ ਕਰਦਾ ਹੈ ਜੇ ਜਾਂ ਤੁਹਾਡੇ ਮਾਂ-ਬਾਪ ਨੂੰ ਹਿੱਟ ਹੁੰਦੇ ਆ, ਤੁਸੀਂ ਜ਼ਿਆਦਾ ਦੁੱਖ ਮਹਿਸੂਸ ਕਰਦੇ ਆ। ਇਹਦੇ ਨਾਲ ਜਿਹੜਾ ਕਲੇਸ਼ ਘਰਾਂ ਦੇ ਵਿੱਚ ਹੋਰ ਵੱਧਦਾ। ਜ਼ਿਆਦਾ ਮੇਰਾ ਇਸ ਚੀਜ਼ ਦੇ ਵਿੱਚ ਸੀਗਾ ਵੀ ਘਰਾਂ ਦਾ ਜਿਹੜਾ ਪੀਸ ਆ ਉਹ ਕਾਇਮ ਕੀਤਾ ਰਹੇ। ਸੋ ਇੱਥੇ ਹਟ ਇੱਦਾਂ ਜਾਣਾ ਵੀ ਕੈਪੀਟਲਿਜ਼ਮ ਦੇ ਵਿੱਚ, ਜਿਹੜਾ ਸਰਮਾਏਦਾਰੀ ਯੁੱਗ ਦੇ ਵਿੱਚ ਬੰਦੇ ਨੇ ਆਪਣੇ ਕਿਰਦਾਰ ਲਈ ਉਹਨੂੰ ਭੁਗਤਣਾ ਜਾ ਕੇ। ਜਿੱਦਾਂ ਹੁਣ ਤੁਸੀਂ ਕਿਹਾ ਜਾ ਕੇ ਹੁਣ ਇੰਡੀਆ ਦੇ ਵਿੱਚ ਇਹ ਰਿਹਾ, ਬੰਦੇ ਨੂੰ ਫੜ ਵੀ ਲਿਆ ਜਾਂਦਾ, ਥਾਣੇਦਾਰ ਪੁੱਛਦਾ ਅੱਛਾ ਤੂੰ ਕਿਹਦਾ ਪੋਤਿਆਂ ਹੋਏ, ਉਹਨੂੰ ਕਹਿਣਾ ਜੀ ਮੈਂ ਫਲਾਣੇ ਦਾ ਪੁੱਤ ਹਾਂ। ਜੇ ਤਾਂ ਉਹ ਪੇ ਕੁਛ ਰੈਪੂਟੇਸ਼ਨ ਦਾ ਬੰਦਾ ਹੋਇਆ ਜਾਂ ਬਾਬਾ ਰੈਪੂਟੇਸ਼ਨ, ਤਾਂ ਉਹਦੇ ਵੱਲੋਂ ਐਟੀਟਿਊਡ ਦਾ ਬਦਲ ਜਾਣਾ, ਠੀਕ ਹੈ ਨਾ। ਉਹ ਜੇ ਵਿਚਾਰਾ ਉੱਦਾਂ ਹੀ ਹੋਇਆ ਤਾਂ ਉਹਦੀ ਗੱਲ 10 ਨੰਬਰੀਆ ਸੀ, ਇਹ 10 ਨੰਬਰੀਆ ਸੀ, ਇਹਦਾ ਬਾਪ 10 ਨੰਬਰੀਆ ਹੁੰਦਾ ਸੀ, ਇਹ ਫਲਾਨਾ 10 ਨੰਬਰੀਆ। ਦੇਖੋ ਬਜ਼ੁਰਗਾਂ ਪ੍ਰਤੀ ਸ਼ੁਕਰਗੁਜ਼ਾਰ ਹੋਣਾ ਬਹੁਤ ਚੰਗੀ ਗੱਲ ਹੈ। ਸਾਡੇ ਬਜ਼ੁਰਗਾਂ ਨੇ ਸਾਨੂੰ ਚੰਗੇ ਸੰਸਕਾਰ ਦਿੱਤੇ, ਪਰ ਬਜ਼ੁਰਗਾਂ ਦੀ ਪ੍ਰਾਪਤੀ ਦੇ ਉੱਤੇ ਆਪਣਾ ਇਮੇਜ ਬਣਾਉਣਾ ਜਿਹੜਾ ਨਾ ਉਹ ਨਹੀਂ ਹੈ ਪਏ। ਕਿਉਂਕਿ ਮੇਰਾ ਬਜ਼ੁਰਗ ਇੱਦਾਂ ਸੀ ਇਸ ਕਰਕੇ ਮੈਨੂੰ ਉਹਦੀ ਜਿਹੜੀ ਜਜ਼ਾ ਮਿਲੇ, ਨਾ ਜਜ਼ਾ ਨਾ ਸਜ਼ਾ। ਜਜ਼ਾ ਦਾ ਮਤਲਬ ਸ਼ਾਇਦ ਨਾਮ ਹੁੰਦਾ, ਠੀਕ ਹੈ ਨਾ। ਸੋ ਮੇਰਾ ਮਕਸਦ ਜ਼ਿਆਦਾ ਇਹ ਸੀ ਵੀ ਇਸ ਗੱਲ ਦੇ ਉੱਤੇ ਵੀ ਘਰਾਂ ਦੇ ਵਿੱਚ ਵੀ ਕੋਈ ਇੱਦਾਂ ਦੀ ਗੱਲ ਨਾ ਕੀਤੀ ਜਾਵੇ ਜਾ ਕੇ ਵੀ ਇਹਦਾ ਖਾਨਦਾਨ ਕਿੱਦਾਂ ਦਾ ਅਤੇ ਇਹਦਾ ਖਾਨਦਾਨ ਕਿੱਦਾਂ ਦਾ। ਉਹਦੇ ਆਪਣੇ ਕਿਰਦਾਰ ਤੋਂ ਉਹਨੂੰ ਪਰਖੋ ਵੀ ਉਹ ਤੁਹਾਡੇ ਨਾਲ ਚੰਗਾ ਵਰਤਾਅ ਕਰ ਰਹੀ ਆ ਜਾਂ ਕਰ ਰਿਹਾ ਜਾ ਕੇ, ਫਿਰ ਤਾਂ ਠੀਕ ਹੈ। ਜੇ ਮਾੜਾ ਤਾਂ ਉਹਦੇ 'ਤੇ ਵਰਤਿਆ ਜਾਵੇ, ਇਹ ਨਾ। ਹੁਣ ਮੈਂ ਇੱਕ ਗੱਲ, ਜਿਸ ਵੇਲੇ ਅਸੀਂ ਇਹ ਗੱਲਾਂ ਕਰਨੀਆਂ ਨਾ ਜੀ, ਜਿਹੜੀ ਅਗਲੀ ਪੀੜ੍ਹੀ ਆ ਰਹੀ ਹੈ ਨਾ, ਜਿਹੜੀ ਇੱਥੇ ਰੇਜ਼ ਹੋਈ ਆ, ਉਹ ਨਹੀਂ ਇਹ ਸੁਣਨੀਆਂ ਗੱਲਾਂ, ਉਹਨੂੰ ਨਹੀਂ ਇਹ ਸਮਝ ਆਉਣੀਆਂ ਗੱਲਾਂ ਜਾ ਕੇ ਵੀ ਇਹਦਾ ਫਲਾਨੀ ਇੱਦਾਂ ਸੀਗਾ ਅਤੇ ਇਹਦਾ ਫਲਾਨਾ ਇੱਦਾਂ ਸੀ। ਕਿਉਂਕਿ ਉਹ ਸਰਮਾਏਦਾਰੀ ਯੁੱਗ ਦੀ ਪ੍ਰੋਡਕਟ ਹੈ। ਉਹਦੇ ਵਿੱਚ ਉਹਦੀ ਇੱਥੇ ਜਦੋਂ ਕੋਰਟ ਵਿੱਚ ਵੀ ਜਾਣਾ, ਜਦੋਂ ਡਰਾਈਵਰ ਲਾਇਸੈਂਸ ਵੀ ਜਾਣਾ, ਕਿਸੇ ਨੇ ਨਹੀਂ ਪੁੱਛਣਾ ਵੀ ਤੂੰ ਕਿਹਦਾ ਪੁੱਤ ਆ ਤਾਂ ਕਿਹਦਾ ਨਹੀਂ ਹੈ ਪੁੱਤ, ਉਹ ਹੋਰ ਤਰ੍ਹਾਂ ਜਾ ਕੇ। ਸੋ ਜੇ ਆਪਾਂ ਉਹਨਾਂ ਨੂੰ ਇੱਦਾਂ ਦੀਆਂ ਗੱਲਾਂ ਕਰਾਂਗੇ ਵੀ ਉਹਨੇ ਨਹੀਂ ਇਹ ਐਕਸੈਪਟ ਕਰਨੀਆਂ, ਫਿਰ ਉਹ ਸਿਸਰੋ ਵਾਲੀ ਗੱਲ ਹੋ ਜਾਣੀ ਆ ਵੀ ਨਹੀਂ ਕਹਿਣਾ ਨਹੀਂ ਮੰਨਣਾ, ਠੀਕ ਹੈ ਨਾ ਜੀ। ਕਿਉਂਕਿ ਉਹ ਹੋਰ ਵੈਲਿਊਜ਼ ਦੇ ਵਿੱਚ ਪੈਦਾ ਹੋਇਆ। ਜਿਹੜੀ ਨਵੀਂ ਜਨਰੇਸ਼ਨ ਆ ਉਹਦੇ 'ਤੇ ਚਲੋ ਇਹ ਤਾਂ ਨਹੀਂ ਅਸਰ ਪਏਗਾ ਕਿ ਇਹਨਾਂ ਦਾ ਬਾਬਾ ਜਗੀਰਦਾਰ ਸੀ, ਕਰਨਲ ਸੀ, ਜਾਂ ਉਹ ਬਹੁਤ ਇਨਫਲੂਐਂਸ਼ੀਅਲ ਮਿਨਿਸਟਰ ਸੀ ਜਾਂ ਉਹ ਚੀਫ ਮਿਨਿਸਟਰ ਸੀ। ਪਰ ਇਹ ਪਏਗਾ ਕਿ ਇਸ ਬੱਚੇ ਦਾ ਜਿਹੜਾ ਦਾਦਾ ਸੀ ਉਹ ਬਹੁਤ ਅਮੀਰ ਆਦਮੀ ਸੀ, ਉਹ ਬਹੁਤ ਵੱਡਾ ਬਿਜ਼ਨਸਮੈਨ ਸੀ। ਇਸ ਸਿਸਟਮ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ, ਜਿਹੜਾ ਇਹ ਬੁਰਜੂਆ ਸਿਸਟਮ ਦੇ ਵਿੱਚ ਧਨ ਦਾ, ਦੌਲਤ ਦਾ, ਚਲੋ ਡੈਜ਼ਿਗਨੇਸ਼ਨ ਦਾ ਨਹੀਂ, ਰੁਪਈਏ ਪੈਸੇ ਦਾ ਅਤੇ ਡਾਲਰਾਂ ਦਾ, ਵੀ ਇਹ ਬਹੁਤ ਰਿਚ, ਇਹਦਾ ਫਾਦਰ ਬਹੁਤ ਰਿਚ ਸੀ, ਇਹਦਾ ਗ੍ਰੈਂਡਫਾਦਰ ਬਹੁਤ ਹੀ ਸੁਪਰ ਰਿਚ ਸੀ, ਇਹਦਾ ਫਰਕ ਪਊਗਾ? ਉਹਦਾ ਫਰਕ ਜੇ ਤਾਂ ਉਹ ਮਿਲੀਅਨ ਛੱਡ ਕੇ ਗਿਆ ਉਹਨੂੰ ਫਿਰ ਤਾਂ ਫਰਕ ਡੈਫੀਨਿਟਲੀ ਪਊਗਾ। ਜੇ ਨੰਗ ਮਲੰਗ ਜਾਂ ਛੱਡ ਕੇ ਕੁਛ ਨਹੀਂ ਗਿਆ ਫਿਰ ਆਈ ਡੋਂਟ ਥਿੰਕ ਕੋਈ ਉਹਦਾ ਫਰਕ ਪਊਗਾ ਜੋ ਕੁਛ ਛੱਡ ਕੇ ਨਹੀਂ ਗਿਆ। ਲਓ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਦਾ, ਬੜੀ ਗੱਲ ਹੈ ਵੀ ਫਨੀ ਜੀ। ਮੈਂ ਗਰੋਸਰੀ ਸਟੋਰ ਦੇ ਵਿੱਚ ਲਵਾਂ ਜੀ, ਅਤੇ ਇੱਕ ਬੰਦਾ ਮੇਰਾ ਫਰੈਂਡ ਸੀ, ਉਹਦਾ ਭਾਣਜਾ
ਉਹ ਵੀ ਗਰੋਸਰੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅੱਛਾ, ਉਹ ਜਿਹੜਾ ਸਮਾਨ ਵਿੱਚ ਰੱਖਿਆ ਸੀ, ਮੈਂ ਉਹਨੂੰ ਕਹਿ ਦਿੱਤਾ, ਮੈਂ ਕਿਹਾ ਵੀ ਉਹ ਫਲਾਣੇ ਸਟੋਰ ਦੇ ਵਿੱਚ ਇਹ ਹਾਫ ਪ੍ਰਾਈਸ 'ਤੇ ਆ, ਉਹ ਸਮਾਨ ਉਹ ਆਹ ਸਮਾਨ ਹੈ ਵੀ ਬੈਟਰ ਆ ਮੇਰੇ ਖਿਆਲ ਵੀ ਤੂੰ ਉੱਥੋਂ ਲੈ ਲਾ। ਮੈਨੂੰ ਕਹਿੰਦਾ ਪ੍ਰੋਫੈਸਰ ਸਾਹਿਬ, ਸਾਡੀ ਫੈਮਿਲੀ ਜਾਂ ਗਰੋਸਰੀ ਖਰੀਦਦੀ ਆ ਤਾਂ ਕੀਮਤ ਨਹੀਂ ਦੇਖਦੇ ਅਸੀਂ ਕੀਮਤ ਨਹੀਂ ਦੇਖਦੇ ਵੀ ਕਿੱਥੇ ਸੇਲ ਲੱਗੀ ਹੋਈ ਆ, ਕਿੱਥੇ ਨਹੀਂ ਸੇਲ ਲੱਗੀ ਹੋਈ। ਸਾਡੀ ਫੈਮਿਲੀ ਇੱਦਾਂ ਦੀ ਨਹੀਂ ਹੈ ਵੀ ਜਾ ਕੇ ਸੇਲਾਂ ਦੇਖਦੀ ਫਿਰੇ। ਮੈਂ ਤਾਂ ਉਹਨੂੰ ਚੰਗੀ ਗੱਲ ਦੱਸੀ ਜਾ ਕੇ ਵੀ ਤੇਰੇ ਪੈਸੇ ਬਚ ਜਾਊਗੇ। ਉਹ ਕਹਿੰਦਾ ਸੀ ਸੇਲਾਂ ਕਦੇ ਨਹੀਂ ਦੇਖਦਾ। ਹਾਲਾਂਕਿ ਮੈਂ ਇਹ ਸਮਝਦਾ ਵੀ ਸੇਲ ਦੇਖ ਲੈਣੀ ਚਾਹੀਦੀ ਹੈ ਜੀ। ਜੇ ਤੁਹਾਨੂੰ ਉਨੇ ਪੈਸਿਆਂ ਦੇ ਵਿੱਚ, ਘੱਟ ਪੈਸਿਆਂ 'ਚ ਉਹੀ ਚੀਜ਼ ਉੱਦਾਂ ਦੀ ਮਿਲਦੀ ਹੈ ਤਾਂ ਲੈ ਲੈਣੀ ਚਾਹੀਦੀ ਹੈ। ਹਾਂ, ਪਰ ਉਹ ਕਹਿੰਦਾ ਨਹੀਂ ਜੀ, ਮੇਰੇ ਸਾਡੀ ਫੈਮਿਲੀ ਦੇਖਦੀ ਨਹੀਂ ਇਹ ਗੱਲ। ਜਾ ਕੇ ਇੱਦਾਂ ਦੀਆਂ ਜਿੱਦਾਂ ਕਹਿ ਲਓ ਰਿਡੀਕੂਲਸ, ਜਾ ਕੇ ਜਿੱਦਾਂ ਹੁਣ ਮੈਂ ਲਫ਼ਜ਼ ਔਖਾ ਵਰਤਦਾ ਇਹਨਾਂ ਲਈ, ਯਾਨੀ ਈਡੀਅਟ ਗੱਲਾਂ ਕਈ ਵਾਰ ਕਰਦੇ ਆ ਜਾ ਕੇ, ਜਿਹੜੀ ਹੈਗੀ ਆ ਫੈਮਿਲੀ ਦੇ ਬੇਸਿਸ ਦੇ ਉੱਤੇ। ਸੋ ਇਸ ਕਰਕੇ ਮੈਂ ਇਹ ਸਮਝਦਾ ਇਹਨੂੰ ਜਿਹੜਾ ਹੈਗਾ ਥੋੜ੍ਹਾ ਜਿਹਾ ਅਵੋਇਡ ਇਹ ਕਰਨਾ ਚਾਹੀਦਾ ਵੀ ਇਹ ਕਿੱਦਾਂ ਦੇ ਸੀਗੇ ਜਾਂ ਕਿੱਦਾਂ ਦੇ ਨਹੀਂ ਸੀਗੇ। ਤਾਂ ਜੇ ਤੁਸੀਂ ਨਾ ਵੀ ਕਰੋ ਤਾਂ ਅਗਲੀ ਪੀੜ੍ਹੀ ਨੇ ਹਟ ਜਾਣਾ ਕਰਨੋਂ। ਅਗਲੀ ਪੀੜ੍ਹੀ ਨੇ ਇਹ ਨਹੀਂ ਕਰਨਾ। ਉੱਥੇ ਨਾ ਹੀ ਨਹੀਂ, ਜਿਸ ਨੂੰ ਤੁਸੀਂ ਦੱਸਿਆ ਲਿਖਿਆ ਹੋਇਆ ਕੌਣ ਕੋਈ ਦਾ ਬਾਪ ਹੈ ਕੌਣ। ਹਾਂ, ਨਹੀਂ ਨਾ ਨਹੀਂ। ਅੱਛਾ, ਇੱਕ ਮੈਂ ਗੱਲ ਜਿਹੜੀ ਆ ਮੇਰੇ ਦਿਮਾਗ 'ਚ ਹੋ ਰਿਹਾ ਥਿੰਸ ਸਾਹਿਬ ਕਰਨ ਦੀ, ਉਹ ਕਰਨ ਦੀ ਗੱਲ ਇਹ ਆ ਵੀ ਦੇਖੋ, ਅਸੀਂ ਜਿਹੜੀ ਕਮਿਊਨਿਟੀ ਸਾਡੀ ਇੱਥੇ ਆਈ ਹੋਈ ਆ, ਇੱਥੇ ਜਿਹੜੇ ਅਸੀਂ ਆ, ਉਹਨਾਂ ਵਿੱਚੋਂ 90% ਨਾਲੋਂ ਵੀ ਜ਼ਿਆਦਾ ਜਿਹੜੀ ਹੈਗੀ ਆ ਉਹ ਪਿੰਡਾਂ 'ਚੋਂ ਹੈ ਜੀ। ਠੀਕ ਹੈ, ਇਹ ਸਾਡੇ ਵਿੱਚ ਪਿੰਡਵਾਦ ਬਹੁਤ ਆ। ਇਹ ਇਕੱਲਾ ਜਿਹੜਾ ਹਾਈਪਰਾਈਡ ਨਹੀਂ ਹੈ, ਇਕੱਲਾ ਜਿਹੜਾ ਹੈਗਾ ਫੈਮਿਲੀ ਦਾ, ਪਿੰਡਵਾਦ ਵੀ ਹੈ ਜਾ ਕੇ ਜੀ। ਇਹਦਾ ਵੀ ਸਾਡੇ ਵਿੱਚ ਹੈਗਾ ਆ ਵੀ ਅਸੀਂ ਸਾਲੇ ਫਲਾਣੇ ਅਸੀਂ ਜਿਹੜਾ ਹੈਗਾ ਆ ਉਹਦੇ ਵਿੱਚ। ਹੁਣ ਤੁਸੀਂ ਦੇਖੋ ਵੀ ਅਸੀਂ ਇੱਥੇ ਆਪਣੀ ਚੋਇਸ ਨਾਲ ਆਏ ਹਾਂ, ਸਾਨੂੰ ਜ਼ਬਰਦਸਤੀ ਨਹੀਂ ਲੈਂਦਾ ਗਿਆ। ਉਹ ਅਮਰੀਕਾ ਦੇ ਜਿਹੜੇ ਸਲੇਵਸ ਸੀ, ਸਾਡੀ ਉਹ ਹਾਲਤ ਨਹੀਂ ਹੈ ਜਾ ਕੇ ਵੀ ਸਾਨੂੰ ਲਿਆ ਕੇ ਇੱਥੇ ਵੇਚਿਆ ਗਿਆ। ਅਸੀਂ ਆਪ ਇੱਥੇ ਆਏ ਹਾਂ ਤੇ ਪੈਸੇ ਖਰਚ ਕੇ ਆਏ, ਪੈਸੇ ਖਰਚ ਕੇ ਆਏ ਹਾਂ। ਔਰ ਬੜੇ ਮੁਸ਼ਕਿਲ ਤਰੀਕੇ ਨਾਲ ਵੀ ਆਏ ਹਾਂ, ਜਾਇਜ਼ ਤਰੀਕੇ ਨਾਲ ਵੀ ਆਏ ਹਾਂ, ਨਾਜਾਇਜ਼ ਤਰੀਕੇ ਨਾਲ ਵੀ ਆਏ ਹਾਂ, ਕਿਉਂਕਿ ਸਾਨੂੰ ਲੱਗਦਾ ਜ਼ਿੰਦਗੀ ਵਧੀਆ ਆ। ਠੀਕ ਹੈ ਨਾ। ਹੁਣ ਸਾਡੇ ਉੱਥੇ ਕੀ ਹੁੰਦਾ ਜੀ, ਸਾਡੇ ਬਹੁਤੇ ਬੰਦੇ ਇਹੋ ਜਿਹੇ ਹੈਗੇ ਆ ਕਿ ਜਿਹੜੇ ਪਿੰਡ ਨੂੰ ਬਹੁਤ ਲਫ਼ਜ਼ ਮੈਂ ਵਰਤਿਆ ਝੂਰਦੇ ਆ। ਪਿੰਡ ਨੂੰ ਜਾ ਕੇ ਉੱਥੇ ਤੁਸੀਂ ਉਹਨਾਂ 'ਚ ਬੈਠ ਕੇ ਕਿਤੇ ਦੇਖਿਓ, ਉਹ ਗੱਲਾਂ ਉਹੀ ਕਰੂਗੇ, ਸਾਡੇ ਬਲਦਾਂ ਦੀਆਂ ਗੱਲਾਂ ਜਾ ਕੇ, ਸਾਡੇ ਇਹੋ ਜਿਹੀ ਕਣਕਾਂ ਦੀਆਂ ਗੱਲਾਂ, ਉਹਨਾਂ ਦੀਆਂ ਜਿਹੜੀਆਂ ਵਧੀਆ ਯਾਦਾਂ ਨੇ ਉੱਥੇ ਜੁੜੀਆਂ ਹੋਈਆਂ, ਵਧੀਆ ਯਾਦਾਂ ਜੁੜੀਆਂ ਹੋਈਆਂ। ਅੱਛਾ, ਜੇ ਤਾਂ ਹੁਣ ਉਹ ਗੱਲਾਂ ਕਰਕੇ ਤੁਹਾਨੂੰ ਹੈਪੀਨੈਸ ਮਿਲਦੀ ਆ, ਕੋਈ ਵਿਗਾੜ ਨਹੀਂ ਹੈ, ਤੁਸੀਂ ਲੈ ਲਓ ਹੈਪੀ, ਖੁਸ਼ੀ ਜੇ ਤੁਹਾਨੂੰ ਮਿਲਦੀ ਹੈ ਗੱਲਾਂ ਕਰਕੇ ਤਾਂ ਲੈ ਲਓ। ਪਰ ਜੇ ਤੁਸੀਂ ਉਹ ਗੱਲਾਂ ਕਰਕੇ ਡਿਪਰੈਸ ਹੁੰਦੇ ਆ, ਡਿਪਰੈਸ਼ਨ 'ਚ ਜਾਂਦੇ ਆ ਤੁਸੀਂ ਇਸ ਗੱਲ ਕਰਕੇ ਵੀ ਅਸੀਂ ਕਿੱਦਾਂ ਦੇ ਸੀਗੇ, ਹੁਣ ਇੱਥੇ ਕੀ ਹੋ ਗਏ ਆ ਜਾ ਕੇ। ਕਈਆਂ ਨੂੰ ਤਾਂ ਇੱਦਾਂ ਦਾ ਹੀ ਹੁੰਦਾ ਜੀ ਵੀ ਮੈਂ ਪੰਚ ਹੁੰਦਾ ਸੀ ਉੱਥੇ ਜਾ ਕੇ, ਜਾਂ ਇੱਥੇ ਮੈਨੂੰ ਕੋਈ ਜਾਣਦਾ ਨਹੀਂ। ਇੱਦਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਥੋੜ੍ਹਾ ਜਿਹਾ ਜਿਹੜਾ ਹੈਗਾ ਮਨ ਹੈ, ਇਹ ਹੁਣ ਜ਼ਰੂਰੀ ਆ ਵੀ ਉਹ ਆਪਾਂ ਕੱਢਿਆ ਜਾਵੇ, ਕਿਉਂਕਿ ਨਹੀਂ ਜਿਹੜਾ ਹੈਗਾ ਨਹੀਂ ਦੁਖੀ ਬਹੁਤ ਹੁੰਦੇ ਰਹਿਣੇ ਆ। ਇੱਕ ਆਪਾਂ ਕਲੀਅਰ ਹੋ ਲਈਏ ਵੀ ਅਸੀਂ ਸਾਰੀ ਜ਼ਿੰਦਗੀ ਹੁਣ ਉੱਥੇ ਬਿਤਾਉਣੀ ਆ ਜਿੱਥੇ ਸਾਡੇ ਪੁੱਤ ਪੋਤੇ ਰਹਿਣੇ ਆ। ਜਿੱਥੇ ਸਾਡੇ ਬਾਪ ਦਾਦਾ ਸੀਗੇ ਅਸੀਂ ਉੱਥੇ ਨਹੀਂ ਹੈ। ਬਹੁਤੇ ਚਾਂਸਸ ਆ ਵੀ ਅਸੀਂ ਉਹਨਾਂ ਸੇਵਿਆਂ 'ਚ ਨਹੀਂ ਜਾਣਾ ਹੈ, ਅਸੀਂ 5 ਰਿਵਰ 'ਚ ਜਾਣਾ ਹੈ। ਠੀਕ ਹੈ ਨਾ। ਸੋ ਇੱਥੇ ਐਡਜਸਟ ਹੋਣ ਦੀ ਕੋਸ਼ਿਸ਼ ਜ਼ਿਆਦਾ ਕਰਨੀ ਚਾਹੀਦੀ ਹੈ ਜਾ ਕੇ। ਆਹ ਜਿਹੜੀ ਦੇਖੋ ਸਿੰਘ ਸਾਹਿਬ, ਖੁਸ਼ ਰਹਿਣ ਦੇ ਲਈ ਪ੍ਰੈਜ਼ੈਂਟ ਚੰਗਾ ਲੱਗਣਾ ਬਹੁਤ ਜ਼ਰੂਰੀ ਆ। ਇਹ ਤਾਂ ਪੱਕੀ ਗੱਲ। ਹਾਂ, ਖੁਸ਼ ਰਹਿਣ ਦੇ ਲਈ ਪ੍ਰੈਜ਼ੈਂਟ ਚੰਗਾ ਲੱਗਣਾ ਬਹੁਤ ਜ਼ਰੂਰੀ ਹੈ। ਜੇ ਸਾਨੂੰ ਪ੍ਰੈਜ਼ੈਂਟ ਚੰਗਾ ਨਹੀਂ ਲੱਗਦਾ, ਜਿਹੜਾ ਕਿ ਮੈਂ ਆਮ ਗੱਲਾਂ ਇਹ ਸੁਣਦਾ ਜਾ ਕੇ, ਇਹ ਇੱਥੇ ਕੀ ਆ ਜੀ, ਇੱਥੇ ਤਾਂ ਚਿਕਨ ਹੀ ਨਹੀਂ ਸਵਾਦ ਬਣਦਾ, ਇਹ ਤਾਂ ਚਿਕਨ ਇਵੇਂ ਹੁੰਦਾ, ਇੰਡੀਆ 'ਚ ਹੁੰਦਾ ਸੀਗਾ ਚਿਕਨ ਬਣਾਉਣਾ, ਬਸ ਜਾ ਕੇ ਖੁਸ਼ਬੂਆਂ ਐਡੀ ਦੂਰ 'ਤੇ ਫੈਲਣਾ। ਇੱਕ ਬੰਦਾ ਮੈਨੂੰ ਇੱਥੇ ਕਹਿੰਦਾ ਇੱਥੇ ਦਾ ਅੰਡਾ ਇੰਡੀਆ ਦਾ ਆਲੂ ਇੱਕ ਬਰਾਬਰ ਆ, ਉਹ 'ਚ ਉਨੀ ਤਾਕਤ ਆ ਜਿੰਨੀ ਇੰਡੀਆ ਦੇ ਵਿੱਚ ਨਹੀਂ। ਜਾਂ ਆਮ ਸੁਣਿਆ ਹੋਣਾ ਵੀ ਇੱਥੇ ਕੱਚੀ ਕੈਦ ਕੱਟ ਰਹੇ ਆ। ਠੀਕ ਹੈ। ਅੱਛਾ, ਉਹਨੂੰ ਜਿਹੜਾ ਹੈਗਾ ਜੀ ਮਿਸ ਬਹੁਤ ਕਰਦਾ। ਅੱਛਾ, ਇਹ 'ਚ ਕੋਈ ਸ਼ੱਕ ਨਹੀਂ ਵੀ ਜਿੱਥੇ ਤੁਸੀਂ ਜਨਮੇ ਆ, ਖਾਸ ਤੌਰ 'ਤੇ ਜਿੱਥੇ ਤੁਸੀਂ ਰੇਜ਼ ਹੋਏ ਆ, ਉਸ ਜਗ੍ਹਾ ਨੂੰ ਮਿਸ ਕਰਦਾ ਆਦਮੀ ਜਾ ਕੇ। ਮੈਂ ਤੁਹਾਨੂੰ ਦੱਸਦਾ, ਇੱਕ ਮੇਰਾ ਖਿਆਲ ਹੈ, ਉਹ ਅਹਿਮਦ ਰਾਹੀ ਦੀ ਗੱਲ ਹੈ, ਪਾਕਿਸਤਾਨੀ ਪੋਇਟ ਹੈ ਜੀ। ਉਹ ਆਜ਼ਾਦੀ ਤੋਂ ਬਾਅਦ ਇੱਥੇ ਆਪਣੇ ਅੰਮ੍ਰਿਤਸਰ ਸ਼ਾਇਦ ਜਲੰਧਰ, ਮੈਨੂੰ ਪਤਾ ਨਹੀਂ, ਘਰ ਆਏ ਜਾ ਕੇ, ਅਤੇ ਉਹਨੇ ਇੱਕ ਪੋਇਮ ਲਿਖੀ, ਬੜੀ ਪੈਥੈਟਿਕ ਹੈ। ਉਹ ਆਪਣੇ ਘਰ ਗਿਆ, ਘਰ ਉਹਨੇ ਦੇਖਿਆ ਜਾ ਕੇ। ਉਹਨੇ ਪੋਇਮ ਇੱਦਾਂ ਦੀ ਲਿਖੀ ਜੀ, ਦੇਸਾਂ ਵਾਲਿਓ ਆਪਣੇ ਦੇਸ ਅੰਦਰ ਅਸੀਂ ਆਏ ਹਾਂ ਵਾਂਗ ਪਰਦੇਸੀ। ਠੀਕ ਹੈ। ਫਿਰ ਘਰ ਗਿਆ, ਕਹਿੰਦਾ ਘਰਾਂ ਵਾਲਿਓ ਆਪਣੇ ਘਰਾਂ ਅੰਦਰ ਅਸੀਂ ਆਏ ਹਾਂ ਵਾਂਗ ਪਰਾਹੁਣਿਆਂ ਦੇ।
ਜ਼ਿਆਦਾ ਆਪਣੇ ਘਰ ਸੀ ਮਿਸ ਕਰਦਾ ਆਦਮੀ ਉਹਦੇ ਵਿੱਚ ਜਾ ਕੇ। ਇੱਥੇ ਇੱਕ ਵਾਰ ਜਿਹੜੇ ਆਪਣੇ ਮੇਰੇ ਵਾਕਵੇ ਦੋਸਤ ਹੈ ਚੰਗੇ ਜੀ, ਉਹਨੇ ਇੱਕ ਵਾਰ ਕਿਹਾ, ਕਹਿੰਦੇ ਵੀ ਮੈਂ ਇੱਥੇ ਲੈਕਚਰ ਕੀਤਾ, ਉਹ ਕਹਿੰਦੇ ਮੈਂ ਆਪਣੇ ਪਿੰਡ ਨੂੰ ਮਿਸ ਬਹੁਤ ਕਰਦਾ ਵੀ ਮੈਨੂੰ ਪਿੰਡ ਦੀ ਯਾਦ ਬਹੁਤ ਆਉਂਦੀ ਹੈ, ਮੈਂ ਪਿੰਡ ਨੂੰ ਗਾਣੇ ਵੀ ਬਣੇ ਹੋਏ, ਮੈਂ ਪਿੰਡ ਨੂੰ ਮਿਸ ਬਹੁਤ ਕਰਦਾ। ਤਾਂ ਫਿਰ ਉਹ ਕਹਿੰਦੇ ਵੀ ਮੈਂ ਹੁਣ ਪਿੰਡ ਜਾ ਕੇ ਆਇਆ, ਪਰ ਕਹਿੰਦੇ ਇੱਕ ਮੈਂ ਗੱਲ ਦੱਸ ਦੇਵਾਂ, ਮੈਨੂੰ ਕਹਿੰਦੇ ਪਿੰਡ ਨਹੀਂ ਭੁੱਲਦਾ, ਪਰ ਹੁਣ ਮੈਨੂੰ ਲੱਗਦਾ ਪਿੰਡ ਨੇ ਮੈਨੂੰ ਭੁਲਾਤਾ। ਜਦ ਮੈਂ ਗਿਆ ਤਾਂ ਮੈਨੂੰ ਕੋਈ ਜਾਣਦਾ ਹੀ ਨਹੀਂ ਸੀ, ਕਹਿੰਦੇ ਇੱਦਾਂ ਸੀ, ਮੈਨੂੰ ਪਿੰਡ ਨੇ ਮੈਨੂੰ ਭੁਲਾਤਾ ਜਾ ਕੇ। ਅੱਛਾ, ਇਹ ਹੁਣ ਪਿੰਡ ਦਾ ਇੱਕ ਜਿੰਨਾ ਬੰਦਾ ਪਿੰਡ ਨੂੰ ਮਿਸ ਕਰਦਾ, ਉਹ ਸ਼ਹਿਰ 'ਚ ਰਹਿਣ ਵਾਲਾ ਸ਼ਹਿਰ ਨੂੰ ਉਨਾ ਮਿਸ ਨਹੀਂ ਕਰਦਾ। ਉਹ ਜਿੱਦਾਂ ਉਹ ਸ਼ਹਿਰ ਨੂੰ ਮਿਸ ਨਹੀਂ ਕਰਦਾ, ਰੀਜ਼ਨ ਬੀਇੰਗ ਵੀ ਪਿੰਡ ਵਿੱਚ ਜਿਹੜਾ ਹੈ ਤੁਹਾਡਾ ਕੁਨਬਾ ਹੈ, ਉਹ ਸੈਂਕੜੇ ਸਾਲਾਂ ਤੋਂ ਉੱਥੇ ਰਹਿ ਰਿਹਾ, ਨੇੜ ਤੋਂ ਜ਼ਿਆਦਾ ਹੁੰਦੀ ਹੈ, ਜਾਂਦਾ ਨਹੀਂ, ਉਹ ਉੱਥੇ ਰਹਿ ਨਹੀਂ ਗਿਆ। ਔਰ ਇਹਦਾ ਬੜਾ ਇੱਕ ਕਾਰਨ ਥਿੰਨ ਸਾਹਿਬ ਮੈਂ ਤੁਹਾਨੂੰ ਦੱਸਾਂ, ਬੜਾ ਇਹਦਾ ਇੱਕ ਕਾਰਨ ਖਾਸ ਤੌਰ 'ਤੇ ਫਾਰਮਰ ਲਈ ਉਹ ਜ਼ਮੀਨ ਆ। ਮੈਂ ਇੱਥੇ ਮੇਰੇ ਕੇਸ ਵਿੱਚ ਆ, ਐਵਰੀ ਈਅਰ ਉਹ ਬੰਦਾ ਪਿੰਡ ਨੂੰ ਜਾਂਦਾ ਸੀ ਜੀ, ਐਵਰੀ ਈਅਰ ਪਿੰਡ ਨੂੰ ਮੈਂ ਜਾਣਾ ਜੀ, ਪਿੰਡ ਆ ਸਾਡਾ, ਪਿੰਡ ਭੁੱਲ ਸਕਦਾ ਕਦੇ ਪਿੰਡ ਜਾਣਾ। ਜ਼ਮੀਨ ਵੇਚ ਦਿੱਤੀ ਜੀ, 6 ਸਾਲ ਹੋ ਗਿਆ ਜੀ, ਇੱਕ ਵਾਰ ਵੀ ਨਹੀਂ ਗਿਆ। ਮੈਂ ਕਿਹਾ ਗਿਆ ਨਹੀਂ, ਉਹ ਹੁਣ ਕੀ ਜਾਣਾ ਜੀ ਉੱਥੇ, ਕੀ ਜ਼ਮੀਨ ਹੀ ਨਹੀਂ ਰਹੀ ਤਾਂ ਹੁਣ ਕੀ ਜਾਣਾ ਉੱਥੇ, ਹੁਣ ਕੀ। ਤੁਸੀਂ ਸ਼ੁਕਰ ਕਰੋ ਜ਼ਿੰਦਾ, ਵਰਨਾ ਲੋਕ ਮੰਜੇ ਤੇ ਪੈ ਜਾਂਦੇ ਆ ਜੇ ਜ਼ਮੀਨ ਵੇਚ ਦੋ। ਹਾਂਜੀ, ਜ਼ਮੀਨ ਵੇਚ ਕੇ ਤਾਂ ਉਹਨੂੰ ਆਹ ਲੱਗੇ, ਕਹਿੰਦਾ ਨਹੀਂ ਜੀ ਹੁਣ ਕੀ ਜਾਣਾ ਜਾ ਕੇ, ਪਹਿਲਾਂ ਹਰ ਸਾਲ ਜਾਇਆ ਕਰ। ਸੋ ਪਿੰਡ ਨੂੰ ਮਿਸ ਨਹੀਂ ਕਰਦਾ, ਮੈਨੂੰ ਲੱਗਦਾ ਜ਼ਮੀਨ ਨੂੰ ਜ਼ਿਆਦਾ ਮਿਸ ਕਰਦਾ ਬੰਦਾ ਜਾ ਕੇ। ਪ੍ਰੋਫੈਸਰ ਸਾਹਿਬ ਮੇਰੇ ਨਾਲ ਨੇ, ਪ੍ਰਿੰਸੀਪਲ ਸਾਹਿਬ ਗੱਲਬਾਤ ਕਰ ਰਹੇ ਸਨ ਕਿ ਜਿਹੜੀ ਖਾਨਦਾਨੀ ਪ੍ਰਾਈਡ ਹੈ, ਇਸ ਪ੍ਰਾਈਡ ਦਾ ਜਿਹੜੇ ਲੋਕ ਇਸਤੇਮਾਲ ਕਰਦੇ ਨੇ ਅਤੇ ਉਸ ਦੇ ਵੱਖ-ਵੱਖ ਪਹਿਲੂਆਂ 'ਤੇ ਉਹਨਾਂ ਨੇ ਨਜ਼ਰ ਮਾਰੀ ਹੈ। ਸਭ ਤੁਸੀਂ ਕਹਿ ਰਹੇ ਸੀ ਵੀ ਅਖੀਰ ਦੇ ਵਿੱਚ ਇੱਕ ਆਪਾਂ ਇਹ ਸਮਝ ਲਈਏ ਵੀ ਵਾਪਸ ਆਪਾਂ ਜਾਣਾ ਨਹੀਂ ਹੈ, ਜਿਹੜੇ ਅਸੀਂ ਉੱਥੇ ਉਹ ਵਾਪਸ ਜਾਣਾ ਨਹੀਂ ਹੈ। ਤਾਂ ਜੇ ਵਾਪਸ ਨਹੀਂ ਜਾਣਾ ਤਾਂ ਫਿਰ ਖੁਸ਼ ਰਹਿਣ ਲਈ ਇਹ ਜ਼ਰੂਰੀ ਹੈ ਵੀ ਅਸੀਂ ਇਸ ਜਗ੍ਹਾ ਨੂੰ ਚੰਗਾ ਸਮਝੀਏ, ਇੱਥੇ ਖੁਸ਼ ਰਹੀਏ ਜਾ ਕੇ। ਜੇ ਅਸੀਂ ਇੱਥੇ ਖੁਸ਼ ਨਹੀਂ ਰਹੇ ਤਾਂ ਆਪਣੇ ਨੁਕਸਾਨ ਕਰ ਰਹੇ, ਅਸੀਂ ਹੋਰ ਕਿਸੇ ਦਾ ਅਸੀਂ ਨੁਕਸਾਨ ਕਰ ਰਹੇ। ਮੈਂ ਤਾਂ ਹੈਰਾਨ ਹੁੰਦਾ ਜਾ ਕੇ, ਇੱਦਾਂ ਸਾਡੇ ਇੱਕ ਹੋਈ ਕਿਸੇ ਦਾ ਅਫਸੋਸ ਸੀਗਾ, ਅਤੇ ਉਹ ਇੱਕ ਬੰਦੇ ਦਾ ਮੈਨੂੰ ਫੋਨ ਆਇਆ, ਕਹਿੰਦਾ ਜੀ ਇਸ ਅਫਸੋਸ ਕਾਹਦਾ, ਕਹਿੰਦਾ ਕੈਨੇਡਾ ਦੇ ਵਿੱਚ ਉਹਨਾਂ ਦੇ ਕਹਿੰਦਾ ਮਿਰਗ ਹੋ ਗਈ, ਤਾਂ ਉਹ ਸਾਨੂੰ ਕਹਿੰਦੇ ਫੋਨ 'ਤੇ ਹੀ ਗੱਲ ਕਰਨੀ ਹੈ ਜੀ ਆ ਕੇ, ਮੈਂ ਫੋਨ 'ਤੇ ਅਫਸੋਸ ਕਰਨਾ, ਕਹਿੰਦਾ ਫੋਨ 'ਤੇ ਕਹਿੰਦਾ ਅਫਸੋਸ ਕੀ ਹੁੰਦਾ, ਅਫਸੋਸ ਕਹਿੰਦਾ ਇੰਡੀਆ 'ਚ ਹੁੰਦਾ ਸੀਗਾ, ਪਿੱਟਣਾ ਕਹਿੰਦਾ ਜਾ ਕੇ ਬੁੜੀਆਂ ਨੇ ਆ ਕੇ ਉੱਥੇ ਪਿੱਟਣਾ। ਅੱਛਾ, ਉਹ ਮੇਰੇ ਕੋਲ ਆਪਣਾ ਬੰਦਾ ਇੱਧਰਲਾ ਬਾਹਰ ਬੈਠਾ, ਉਹ ਕਹਿੰਦੇ ਜੀ ਪਿੱਟਣਾ ਕੀ ਹੁੰਦਾ। ਅੱਛਾ, ਉਹ ਮੈਂ ਤਾਂ ਸਾਹਿਬ ਪਿੱਟਣਾ, ਤੁਸੀਂ ਇਹ ਦੇਖਿਆ, ਤੁਹਾਨੂੰ ਵੀ ਪਤਾ ਹੋਣਾ, ਪਿੱਟਣਾ ਇੱਕ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਹੁੰਦੀ ਸੀ ਅਫਸੋਸ ਕਰਨ ਦੇ ਲਈ, ਸਿਆਪਾ ਕਰਨਾ, ਉਹਨੇ ਜਾਣਾ ਔਰ ਉੱਥੇ ਹੱਥ ਤੇ ਪੱਟਾਂ ਤੇ ਮਾਰਨੇ, ਇੱਥੇ ਮਾਰਨੇ, ਔਰ ਉਹਦੀ ਬਕਾਇਦਾ ਇੱਕ ਟ੍ਰੇਨਿੰਗ ਦਿੰਦੀ ਸੀ। ਉਹ ਛੋਟੇ ਹੁੰਦੇ ਤੋਂ ਟ੍ਰੇਨਿੰਗ ਦੇਣੀ ਸ਼ੁਰੂ ਹੋਣੀ ਹੈ ਵੀ ਇੱਦਾਂ ਜਾ ਕੇ ਪਿੱਟਣਾ, ਜਾ ਕੇ ਪਿੱਟ ਸਿਆਪਾ ਪਾਉਣਾ ਜਾ ਕੇ, ਇਹ ਇਸ ਕਿਸਮ ਦਾ। ਹੁਣ ਇਹ ਗੱਲਾਂ ਇੱਥੇ ਨਹੀਂ ਹੋਣੀਆਂ ਜਾ ਕੇ। ਜੇ ਤੁਸੀਂ ਹੁਣ ਇੱਥੇ ਕਹੋਗੇ ਵੀ ਕਿਸੇ ਦੇ ਘਰ ਬਾਰੇ ਜਾ ਕੇ ਤੁਸੀਂ ਇੱਦਾਂ ਅਫਸੋਸ ਕਰੋਗੇ ਤਾਂ ਇੱਥੇ ਅਫਸੋਸ ਹੋਣਾ ਨਹੀਂ। ਅਸੀਂ ਅਨਾਊਂਸ ਕਰਾਂਗੇ ਕਿ ਵੀ ਟੈਲੀਫੋਨ 'ਤੇ ਕਰੋ ਜੇ ਦੁੱਖ। ਹਾਂਜੀ, ਟੈਲੀਫੋਨ 'ਤੇ ਕਰੋ, ਠੀਕ ਵੀ ਆ ਕਹਿੰਦੇ, ਜਿਹੜੇ ਕਹਿੰਦੇ ਟੈਲੀਫੋਨ 'ਤੇ ਕਰੋ, ਕਿਉਂਕਿ ਖਾਸ ਤੌਰ 'ਤੇ ਇਹਨਾਂ ਦਿਨਾਂ ਵਿੱਚ ਜਿਸ ਵੇਲੇ ਇੱਦਾਂ ਹੁੰਦਾ। ਇੱਕ ਮੈਂ ਇੱਦਾਂ ਦੱਸ ਦੇਵਾਂ, ਜਿਹੜਾ ਜੀ ਵੀ ਜਿਹੜੀ ਜ਼ਮੀਨ ਹੈ ਨਾ, ਉਹਦੇ ਬਾਰੇ ਵੀ ਇੰਨਾ ਹੁਣ ਸਮਝ ਲੈਣਾ ਚਾਹੀਦਾ ਵੀ ਉਹ ਜਿਹੜਾ ਕੌਨਸੈਪਟ ਹੁੰਦਾ ਸੀ ਵੀ ਜ਼ਮੀਨ ਮਾਂ ਆ, ਉਹ ਹੈ ਨਹੀਂ ਹੁਣ। ਜਿਹੜਾ ਅੱਗੇ ਹੁੰਦਾ ਸੀ ਨਾ ਜ਼ਮੀਨ ਵੇਚਣੀ ਮਾਂ ਵੇਚਣ ਦੇ ਬਰਾਬਰ ਆ, ਉਹ ਹਟ ਗਈ ਗੱਲ ਹੈਗੇ। ਉਹ ਹੁਣ ਕੌਨਸੈਪਟ ਲੋਕਾਂ ਦੇ ਵਿੱਚ ਹੈ ਨਹੀਂ, ਈਵਨ ਮੇਰਾ ਖਿਆਲ ਜੱਟਾਂ 'ਚ ਵੀ ਹੈ ਨਹੀਂ ਇਹ ਜਾ ਕੇ, ਹੁਣ ਵੇਚਦੇ ਆ ਜ਼ਮੀਨ ਜਾ ਕੇ, ਠੀਕ ਹੈ। ਹੁਣ ਮਾਂ ਵੇਚਣ ਵਾਲੀ ਗੱਲ ਹੈ ਨਹੀਂ ਹੈ ਹੁਣ ਜ਼ਮੀਨ, ਬਹੁਤ ਲੋਕਾਂ ਨੇ ਜ਼ਮੀਨ ਵੇਚਦੀ, ਅਤੇ ਇਸ ਕਰਕੇ ਉਹਦੇ ਨਾਲ ਵੀ ਜਿਹੜਾ ਹੈਗਾ ਆ ਉਹ ਗੱਲ ਹੈ ਨਹੀਂ। ਅੱਛਾ, ਪ੍ਰੋਬਲਮ ਸਾਹਿਬ ਸ਼ੁਰੂ ਮੈਂ ਦੱਸਦਾ ਕਿੱਦਾਂ ਹੁੰਦੀ ਹੈ। ਹੁਣ ਪ੍ਰੋਬਲਮ ਸ਼ੁਰੂ ਇਹ ਹੁੰਦੀ ਹੈ ਜੀ ਵੀ ਅਸੀਂ ਇਹ ਸਾਰੀਆਂ ਵੈਲਿਊਜ਼ ਜਿਹੜੀਆਂ ਹੈਗੀਆਂ, ਇਹ ਫਿਊਡਲ ਸੁਸਾਇਟੀ ਦੀਆਂ ਹੈ। ਇਹਨੂੰ ਥੋੜ੍ਹਾ ਦਿਮਾਗ ਦੇ ਲਾ ਕੇ ਸਮਝਣ ਵਾਲੀ ਗੱਲ ਆ। ਇਹ ਜਗੀਰਦਾਰੀ ਖੇਤੀ ਸਮਾਜ ਦੀਆਂ ਵੈਲਿਊਜ਼ ਆ ਜਿਹੜੀਆਂ ਮੈਂ ਦੱਸੀਆਂ। ਹੁਣ ਹੋਇਆ ਕੀ ਜੀ, ਸਾਡੀ ਸਾਰੀ ਪਰਵਰਿਸ਼ ਜਿਹੜੀ ਹੈਗੀ ਆ ਫਿਊਡਲ ਏਜ ਦੇ ਵਿੱਚ ਹੋਈ ਹੈ। ਅਸੀਂ ਇੱਕ ਜਹਾਜ਼ ਫੜਿਆ ਜੀ, 20 ਘੰਟਿਆਂ ਦੇ ਵਿੱਚ ਫਿਊਡਲ ਤੋਂ ਕੈਪੀਟਲਿਜ਼ਮ ਵਿੱਚ ਆ ਗਏ ਆ, ਜਿਹਨੂੰ ਕਿ ਹਜ਼ਾਰਾਂ ਸਾਲ ਲੱਗਦੇ ਆ ਬਦਲਣ ਲਈ। ਔਰ ਇਹਨਾਂ ਦੀਆਂ ਵੈਲਿਊਜ਼ ਡਿਵੈਲਪ ਹੋਣ ਲਈ ਹਜ਼ਾਰਾਂ ਸਾਲਾਂ ਦਾ ਵਿਕਾਸ ਆ, ਜਿਹਦੇ ਵਿੱਚ ਜਿੱਦਾਂ ਹੁਣ ਸਲੇਵਰੀ ਤੋਂ ਹਜ਼ਾਰਾਂ ਸਾਲ ਲੱਗੇ, ਫਿਊਡਲ ਏਜ 'ਤੇ ਆਉਣ ਲੱਗੇ, ਫਿਊਡਲ ਏਜ ਤੋਂ ਕਹਾਂ ਲੱਗਣੇ ਹਜ਼ਾਰਾਂ ਸਾਲ ਉੱਥੇ ਲੱਗੇ। ਅਸੀਂ 20 ਘੰਟਿਆਂ ਦੇ ਵਿੱਚ ਹੋ ਗਿਆ,
20 ਘੰਟਿਆਂ ਦੇ ਵਿੱਚ ਉਹ ਤਾਂ ਸਭ ਕੁਝ ਅਸੀਂ ਛੱਡਿਆ ਉੱਥੇ ਜਾ ਕੇ, ਪਰ ਉਹ ਵੈਲਿਊ ਸਾਡੇ ਨਾਲ ਆ ਗਈਆਂ ਦਿਮਾਗ ਦੇ ਵਿੱਚ ਆ ਕੇ, ਅਸੀਂ ਉਹ ਜਾਂਦੀਆਂ ਨਹੀਂ ਸਾਡੇ ਦਿਮਾਗ ਦੇ ਵਿੱਚੋਂ। ਸੋ ਇਸ ਗੱਲ ਕਰਕੇ ਜਿਹੜਾ ਹੈਗਾ ਉਹ ਚੀਜ਼ ਆ ਸਾਡੇ ਵਿੱਚ ਫਸੀ ਹੋਈ ਜਾ ਕੇ, ਵੀ ਅਸੀਂ ਜਿਹੜੀਆਂ ਉਹ ਵੈਲਿਊਜ਼ ਆ ਉਹ ਸਾਨੂੰ ਖਰਾਬ ਕਰ ਰਹੀਆਂ ਜਾਂ ਡਿਸਟਰਬ ਕਰ ਰਹੀਆਂ, ਠੀਕ ਹੈ। ਸੋ ਮੇਰੀ ਬੇਨਤੀ ਇਹ ਆ ਵੀ ਉਹ ਜਿਹੜੀਆਂ ਹੈਗੀਆਂ ਆਪਾਂ ਇਸ ਰਿਐਲਿਟੀ ਨੂੰ ਸਮਝ ਲਈਏ, ਇਸ ਗੱਲ ਦੀ ਵੀ ਅਸੀਂ ਹੁਣ ਇੱਥੇ ਰਹਿਣਾ ਆ, ਇੱਥੋਂ ਜਾਣਾ ਨਹੀਂ। ਕੁਝ ਬੰਦੇ ਗਏ ਵੀ ਆ, ਉਹਨਾਂ ਵਿੱਚੋਂ ਕਾਫੀ ਵਾਪਸ ਵੀ ਆਏ ਆ, ਠੀਕ ਹੈ। ਸਰ ਅਸੀਂ ਸਾਰੀਆਂ ਵੈਲਿਊਜ਼ ਜਿਹੜੀਆਂ ਨਾਲ ਲੈ ਕੇ ਆਏ ਆ, ਉਹਨਾਂ 'ਚੋਂ ਬਹੁਤ ਸਾਰੀਆਂ ਚੰਗੀਆਂ ਵੀ ਨੇ, ਉਹਨਾਂ ਨੂੰ ਨਹੀਂ ਮੈਂ ਛੱਡਣਾ ਚਾਹੁੰਦਾ। ਨਹੀਂ ਥਿੰਨ ਸਾਹਿਬ, ਉਹ ਜਿਹੜੀਆਂ ਉਹ ਇੱਥੇ ਵੀ ਆ ਗਈਆਂ। ਜੇ ਚੰਗੀਆਂ ਵੈਲਿਊਜ਼ ਦੇ ਤੁਸੀਂ ਕਹਿੰਦੇ ਵੀ ਇਮਾਨਦਾਰੀ ਆ, ਗ੍ਰੈਟੀਟਿਊਡ ਆ, ਉਹ ਫਲਾਨਾ ਉਹ ਤਾਂ ਇੱਥੇ ਇਸ ਸੋਸਾਇਟੀ ਵਿੱਚ ਵੀ ਹੈਗੀਆਂ। ਉਹ ਤਾਂ ਮੋਰਲ ਵੈਲਿਊਜ਼ ਜਿਹੜੀਆਂ ਹੈਗੀਆਂ ਇਹਨਾਂ ਦੀ ਸੋਸਾਇਟੀ ਦੇ ਵਿੱਚ ਨਾ, ਕੈਪੀਟਲਿਜ਼ਮ ਦੇ ਵਿੱਚ ਕਈ ਵੈਲਿਊਜ਼ ਇਸ ਤਰ੍ਹਾਂ ਡਿਵੈਲਪ ਹੋਈਆਂ ਜਿਹੜੀਆਂ ਇਹ ਕਹਿੰਦੇ ਕਿ ਮਾੜੀਆਂ ਨਹੀਂ, ਪਰ ਜੇ ਤੁਸੀਂ ਨਿਰਪੱਖ ਹੋ ਕੇ ਦੇਖਦੇ ਹੋ ਤਾਂ ਜਿਹੜੀ ਖੁਦਗਰਜ਼ੀ ਜਾਂ ਸੈਲਫ ਸਫੀਸ਼ੀਐਂਟ ਜਾਂ ਜੋ ਵੀ ਇਹ ਕਹਿ ਰਹੇ ਆ, ਸਾਨੂੰ ਉਹ ਬਿਲਕੁਲ ਖੁਦਗਰਜ਼ੀ ਵਾਲਾ ਬਿਹੇਵੀਅਰ ਲੱਗਦਾ। ਖੁਦਗਰਜ਼ ਲੋਕ ਆ ਇੱਥੇ ਸੋਸਾਇਟੀ ਦੇ ਵਿੱਚ। ਮੈਂ ਪਹਿਲਾਂ, ਮੇਰੇ ਲਈ ਕੀ ਆ, ਵਾਟਸ ਇਨ ਦੇਅਰ ਫॉर ਮੀ, ਮੈਂ ਆਪਣਾ ਪਹਿਲਾਂ, ਬਾਕੀ ਸਾਰੇ ਬਾਅਦ। ਸਿੰਘ ਸਾਹਿਬ, ਵਟ ਐਵਰ ਇਟ ਇਜ਼, ਇਸ ਗੱਲ ਤੇ ਕੋਈ ਡਾਊਟ ਵਾਲੀ ਗੱਲ ਨਹੀਂ ਵੀ ਇਹ ਸੋਸਾਇਟੀ ਜਿਹੜੀ ਹੈ ਇੰਡੀਵਿਜੂਅਲਿਜ਼ਮ ਵੱਲ ਨੂੰ ਜਾ ਰਹੀ ਹੈ। ਬਿਲਕੁਲ ਇਹ ਸੋਸਾਇਟੀ ਜਿਹੜੀ ਹੈਗੀ ਹੈ ਜੁਆਇੰਟ ਫੈਮਿਲੀ ਤੋਂ ਸਿੰਗਲ ਫੈਮਿਲੀ ਵੱਲ ਨੂੰ ਜਾ ਰਹੀ ਹੈ, ਸਿੰਗਲ ਫੈਮਿਲੀ ਤੋਂ ਵੀ ਗਾਹਾਂ ਹੋਰ ਪਾਸੇ ਜਾ ਰਹੀ ਹੈ। ਅਸੀਂ ਜਿਹੜੇ ਆਏ ਆ ਵੈਲਿਊ ਲੈ ਕੇ ਕਿ ਫੈਮਿਲੀ ਪਹਿਲਾਂ। ਮੈਂ ਇਹ ਨਹੀਂ ਕਹਿ ਰਿਹਾ ਜੀ ਵੀ ਮੈਂ ਦੇਖੋ, ਮੈਂ ਇਹ ਨਹੀਂ ਕਹਿ ਰਿਹਾ ਵੀ ਜਿਹੜੀਆਂ ਇਹ ਵੈਲਿਊਜ਼ ਚੰਗੀਆਂ ਜਾਂ ਉਹ ਵੈਲਿਊ, ਇਹ ਨਹੀਂ ਮੈਂ ਕਹਿ ਰਿਹਾ, ਪਰ ਮੈਂ ਕਿਹਾ ਸਾਨੂੰ ਹੁਣ ਇਹ 'ਚ ਰਹਿਣਾ ਪੈਣਾ, ਸਾਨੂੰ ਰਹਿਣਾ ਇਹਨਾਂ ਦੇ ਵਿੱਚ ਰਹਿਣਾ। ਇਸ ਕਰਕੇ ਸਾਨੂੰ ਉਹਦੇ ਮੁਤਾਬਕ ਆਪਣੇ ਆਪ ਨੂੰ ਸੈੱਟ ਕਰਨਾ ਪੈਣਾ, ਨਹੀਂ ਅਸੀਂ ਡਿਸਟਰਬ ਬਹੁਤ ਰਹਾਂਗੇ ਜੇ ਅਸੀਂ ਸੈੱਟ ਨਾ ਕੀਤਾ ਆਪਣੇ ਆਪ ਨੂੰ, ਠੀਕ ਹੈ ਨਾ ਜੀ। ਕਿਉਂਕਿ ਇੱਥੇ ਦੀ ਤਾਂ ਵੈਲਿਊ ਦੇਖੋ, ਇੱਥੇ ਤਾਂ ਬੜੀ ਵੈਲਿਊ ਇੱਕੋ ਹੀ ਆ, ਓਬੇ ਦੀ ਲਾਅ, ਠੀਕ ਹੈ ਨਾ। ਬੜੀ ਵੈਲਿਊ ਇੱਥੇ ਇਹੀ ਆ ਵੀ ਜੇ ਤੁਸੀਂ ਲਾਅ ਨੂੰ ਓਬੇ ਕਰਦੇ ਆ, ਬਸ ਇਹੀ ਇੱਕ ਵੈਲਿਊ ਆ ਜਿੱਥੋਂ ਬੰਦੇ ਨੂੰ ਪਰਖਿਆ ਜਾਂਦਾ ਇੱਥੇ। ਬਾਕੀ ਜੇ ਚੋਰ ਆ, ਸਾਧ ਆ, ਫਲਾਨਾ ਉਹ ਇੰਡੀਆ 'ਚ ਆਮ ਹੀ ਇਹ ਇੰਡੀਆ 'ਚ ਹੈ ਨਹੀਂ। ਜੇ ਕਿਸੇ ਚੰਗੇ ਬੰਦੇ ਨੂੰ ਸਜ਼ਾ ਵੀ ਹੋ ਜਾਂਦੀ ਆ, ਉਹ ਮੰਨਦੇ ਨਹੀਂ, ਉਹ ਕਹਿੰਦੇ ਨਹੀਂ ਜੱਜ ਨੇ ਪੈਸੇ ਖਾ ਲਏ ਹੋਣੇ ਜਾਂ ਪੁਲਿਸ ਨੇ ਆਹ ਕਰ ਦਿੱਤਾ ਹੁਣ। ਇੱਥੇ ਇੱਦਾਂ ਨਹੀਂ ਸਮਝਦੇ ਜੀ। ਇੱਥੇ ਜੇ ਤੁਸੀਂ ਬਰੀ ਹੋ ਗਏ ਤਾਂ ਤੁਸੀਂ ਕਿਹਾ ਠੀਕ ਹੈ, ਤੁਸੀਂ ਫਿਰ ਤੁਸੀਂ ਨਹੀਂ ਤਾਂ ਠੀਕ ਹੈ, ਇੱਦਾਂ ਦੀ ਵੈਲਿਊ ਹੈ। ਸੋ ਸਾਨੂੰ ਉਹਦੇ ਮੁਤਾਬਕ ਚੱਲਣਾ ਪੈਣਾ। ਸੋ ਮੇਰਾ ਬਾਰ-ਬਾਰ ਕਹਿਣ ਤੋਂ ਮਤਲਬ ਇਹ ਆ ਵੀ ਆਪਾਂ ਬਹੁਤਾ ਪਿੱਛੇ ਨੂੰ ਨਾ ਝੂਰੀਏ ਜਾ ਕੇ, ਜਿਹੜਾ ਹੈਗਾ ਆ ਇੱਥੇ ਨੂੰ ਪਿੱਛੇ ਨੂੰ ਝੂਰੀਏ ਨਾ, ਗੱਲਾਂ ਕਰਕੇ ਖੁਸ਼ ਹੋ ਲਓ, ਕੋਈ ਉਹਦੇ ਵਿੱਚ ਮਾੜੀ ਗੱਲ ਨਹੀਂ ਹੈ, ਤੁਸੀਂ ਖੁਸ਼ ਹੋ ਲਓ ਜਾ ਕੇ। ਨੋਸਟੈਲਜਿਕ ਜਿਹੜੇ ਥਾਟਸ ਨੇ, ਹਾਂ, ਚੇਤੇ ਕਰ ਲਿਆ, ਗਾਣੇ ਸੁਣ ਲਏ, ਹਾਂਜੀ, ਮੇਰਾ ਬਨੇਰਾ ਮੈਨੂੰ ਯਾਦ ਆ ਗਿਆ, ਵਾਰਿਸ ਸਾਹਿਬ ਦਾ ਗੀਤ ਆ, ਤੇ ਹੋਰ ਠੀਕ ਹੈ। ਉਹ ਤੁਸੀਂ ਜਿਹੜੀਆਂ ਚੀਜ਼ਾਂ ਖੁਸ਼ੀ ਦੀਆਂ ਉਹ ਤਾਂ ਲੈ ਲਈਆਂ, ਪਰ ਇੱਦਾਂ ਨਾ ਦੇਖੋ ਜਾ ਕੇ ਵੀ ਉਹ ਬੈਠੇ ਉਹ ਦਿਮਾਗ ਦੇ ਵਿੱਚ ਆ ਗਏ, ਐ ਹੁੰਦਾ ਸੀ, ਉਹ ਹਰ ਵਕਤ ਹੀ ਮੇਰਾ ਗਾਉਂ ਮੇਰਾ ਦੇਸ਼, ਹਾਂ ਮੇਰਾ, ਉਹ ਡਿਪਰੈਸ਼ਨ। ਇੱਕ ਇਹ ਸਮਝ ਲਈਏ ਵੀ ਆਪਾਂ ਅੱਗੇ ਵੀ ਪ੍ਰੋਗਰਾਮ ਕਰ ਚੁੱਕੇ ਹਾਂ, ਦੇਸ਼ ਦੂਸ ਕੁਛ ਨਹੀਂ ਹੁੰਦਾ, ਦੇਸ਼ ਉਹ ਹੈ ਜਿੱਥੇ ਤੁਸੀਂ ਰਹਿੰਦੇ ਆ, ਠੀਕ ਹੈ ਜੀ। ਉਹ ਹੀ ਦੇਸ਼ ਹੈਗਾ ਆ। ਜਿੱਦਾਂ ਮੈਂ ਇੱਕ ਵਾਰ ਤੁਹਾਨੂੰ ਮਿਸਾਲ ਦਿੱਤੀ ਸੀ ਵੀ ਮੇਰਾ ਦੋਸਤ ਹੈ, ਉਹਦਾ ਜਨਮ ਹੋਇਆ ਸੀ ਲਾਇਲਪੁਰ, ਕਈ ਵਾਰੀ ਉਜੜ ਗਿਆ, BA ਮੇਰੇ ਨਾਲ ਕੀਤੀ, ਉਹਨੇ ਜਾ ਕੇ ਟੀਚਰ ਉਹ ਇੰਗਲੈਂਡ ਵਿੱਚ ਨਵੇਂ ਆ, ਉਹਦੀ ਬੇਟੀ ਇੱਥੇ ਆ ਗਈ, ਹੁਣ ਸਿਟੀਜ਼ਨ ਇੱਥੇ ਦਾ। ਉਹ ਕਹਿੰਦਾ ਮੈਂ ਕਿਹੜੇ ਦੇਸ਼ ਦੀ ਦੇਸ਼ ਭਗਤੀ ਕਰਾਂ ਜਾ ਕੇ, ਠੀਕ ਹੈ ਨਾ। ਕਿਉਂਕਿ ਦੇਸ਼ ਦੀ ਗੱਲ ਨਾ ਕਰੀਏ, ਜਿੱਥੇ ਆਪਾਂ ਰਹਿੰਦੇ ਹਾਂ ਜਾ ਕੇ। ਉਹ ਇੱਕ ਤਾਂ ਖਰੇ ਮਾਰਕਸ ਨੇ ਸ਼ਾਇਦ ਇੱਦਾਂ ਦਾ ਵੀ ਲਿਖਿਆ ਆ ਵੀ ਉਹ ਕਹਿੰਦਾ ਮਜ਼ਦੂਰ ਦਾ ਦੇਸ਼ ਤਾਂ ਉਹੀ ਹੁੰਦਾ ਜਿਹੜੀ ਉਹਦੇ 2 ਪੈਰਾਂ ਹੇਠ ਜ਼ਮੀਨ ਆ, ਬਸ ਇੰਨੀ ਹੈ ਉਹਦੇ ਕੋਲ ਤਾਂ ਜਾ ਕੇ। ਹੁਣ ਤਾਂ ਆਪਣੀ ਲੇਬਰ ਵੇਚਣੀ ਹੈ, ਜਿੱਥੇ ਮਰਜ਼ੀ ਵੇਚ, ਇੱਥੇ ਲੇਬਰ ਹੀ ਵੇਚਦੇ ਹਾਂ ਅਸੀਂ ਜਾ ਕੇ, ਲੇਬਰ ਵੇਚਣੀ ਹੈ ਜਿੱਥੇ ਮਰਜ਼ੀ। ਸਾਨੂੰ ਇੱਥੇ ਨਹੀਂ ਲੱਗਦਾ ਐਡਮਿੰਟਨ ਚੰਗੀ ਲੱਗਦੀ, ਅਸੀਂ ਉੱਥੇ ਨੂੰ ਚੱਲ ਜਾਣਾ ਜਾ ਕੇ, ਉੱਥੇ ਐਡਮਿੰਟਨ ਤੋਂ ਉੱਥੇ ਨੂੰ ਚੱਲ ਜਾਣਾ ਜਾ ਕੇ। ਇੱਥੇ ਇੱਦਾਂ ਨਹੀਂ ਹੈ ਵੀ ਸੈਂਕੜੇ ਸਾਲ ਇੱਕੋ ਹੀ ਪਿੰਡ ਦੇ ਵਿੱਚ ਰਹਿਣਾ ਜਾ ਕੇ ਔਰ ਇੱਕੋ ਹੀ ਕਿੱਤਾ ਕਰਨਾ, ਇੱਦਾਂ ਨਹੀਂ ਹੈ ਇੱਥੇ। ਇੱਥੇ ਜ਼ਰੂਰੀ ਨਹੀਂ ਹੈ ਵੀ ਤੁਹਾਡਾ ਬੇਟਾ ਵੀ ਉਹੀ ਕੰਮ ਕਰੂਗਾ ਜਿਹੜਾ ਤੁਸੀਂ ਕੰਮ ਕਰਦੇ ਆ। ਉੱਥੇ ਜ਼ਰੂਰੀ ਸੀ, ਉੱਥੇ ਤੁਹਾਡਾ ਦਾਦਾ ਪੜਦਾਦਾ ਉਹ ਤੋਂ ਗਾਹਾਂ ਸਾਰੇ ਖੇਤੀ ਕਰਦੇ ਤੁਰੇ ਆਉਂਦੇ ਆ ਜਾ ਕੇ ਸੈਂਕੜੇ ਸਾਲਾਂ ਵਿੱਚ। ਇੱਥੇ ਸੈਂਕੜੇ ਸਾਲਾਂ ਵਿੱਚ ਨਹੀਂ, ਇੱਥੇ ਤੁਹਾਡੀ ਇੱਕ ਬੰਦੇ ਨੇ ਪਤਾ ਨਹੀਂ ਕਿੰਨੇ ਕੰਮ ਬਦਲ ਜਾਣੇ ਆ ਆਪਣੀ ਇੱਕ ਜ਼ਿੰਦਗੀ 'ਚ ਹੀ। ਬਿਲਕੁਲ ਠੀਕ ਹੈ ਨਾ, ਇੱਕ ਜ਼ਿੰਦਗੀ 'ਚ ਬਦਲ ਜਾਣਾ। ਸੋ ਇਹ ਮੇਰੇ ਕਹਿਣ ਤੋਂ ਮਤਲਬ ਹੈ ਵੀ ਇੱਕ ਤਾਂ ਜਿਹੜਾ ਹੈਗਾ ਹੈ ਇੱਕ ਦੂਜੇ ਨੂੰ ਤਾਨੇ ਮੀਣੇ ਨਾ ਦੇਈਏ ਵੀ ਤੇਰੀ ਜਿਹੜੀ ਤੇਰਾ ਖਾਨਦਾਨ ਕਿੱਦਾਂ ਦਾ ਸੀ, ਤੇਰਾ ਖਾਨਦਾਨ ਮਾੜਾ ਸੀਗਾ ਜਾ ਕੇ। ਤੁਸੀਂ ਖੁਦ ਨੂੰ, ਅਸੀਂ ਆਪਣੇ ਆਪ ਨੂੰ ਠੀਕ ਕਰੀਏ, ਆਪਣਾ ਕਿਰਦਾਰ ਚੰਗਾ ਬਣਾਈਏ, ਆਪਣੀ ਜਿਹੜੀਆਂ ਵੈਲਿਊਜ਼ ਠੀਕ ਰੱਖੀਏ, ਨੇਕੀ ਵੱਲ ਵਧੇ, ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ। ਬਾਕੀ ਜਿਹੜੇ ਹੈਗੇ ਆ ਜੋ ਹੈਗਾ ਉਹ ਤਾਂ ਠੀਕ। ਬਾਕੀ ਜਿਹੜਾ ਆਪਾਂ ਇਹ ਕਹਿੰਦੇ ਆ ਜਾ ਕੇ ਜੀਨਸ ਦਾ ਫਰਕ ਜ਼ਰੂਰ ਪੈਂਦਾ, ਇਹ 'ਤੇ ਕੋਈ ਸ਼ੱਕ ਵਾਲੀ ਗੱਲ ਨਹੀਂ, ਪਰ ਜਿਹੜਾ ਆਪਣਾ ਸਾਡਾ ਰੋਲ ਆ ਅਸੀਂ ਉਹ ਜਿੰਨਾ ਕੁ ਨਿਭਾ ਸਕਦੇ ਹਾਂ ਉਹ ਨਿਭਾਈਏ। ਇੱਕ ਦੂਜੇ ਨੂੰ ਫੈਮਲੀਆਂ ਦੇ ਤਾਨੇ ਨਾ ਦੇਈਏ ਜਾ ਕੇ ਵੀ ਤੇਰੀ ਫੈਮਿਲੀ ਮਾੜੀ ਹੈ ਜਾਂ ਮੇਰੀ ਫੈਮਿਲੀ ਮਾੜੀ ਆ। ਫੈਮਿਲੀ ਦਾ ਕੋਈ ਇਹ ਨਹੀਂ ਹੈ, ਤੁਹਾਡਾ ਸੈਲਫ ਹੈਗਾ, ਤੁਸੀਂ ਕਿੱਦਾਂ ਦੇ ਆ, ਇਹ ਆਪਣੇ ਆਪ ਨੂੰ ਜੇ ਅਸੀਂ ਬਿਹਤਰ ਬਣਾ ਸਕੀਏ ਚੰਗਾ। ਮੈਂ ਤਾਂ ਇਹ ਕਹਿ ਸਕਦਾ ਜੇ ਜਿਹਨੂੰ ਗੱਲ ਇਹ ਚੰਗੀ ਲੱਗੀ ਆ ਠੀਕ ਹੈ, ਐਕਸੈਪਟ ਕਰ ਲਿਓ, ਜੇ ਨਾ ਚੰਗੀ ਲੱਗੀ ਜਸਟ ਫੋਰਗੇਟ ਇਟ। ਤਾਂ ਫਿਰ ਕੋਈ ਜ਼ਰੂਰੀ ਥੋੜ੍ਹਾ ਇੱਥੇ ਕਿਹੜਾ ਹੈਗਾ, ਇੱਥੇ ਬਾਦਸ਼ਾਹ ਦਾ ਹੁਕਮ ਹੈ, ਜ਼ਰੂਰ ਇਹ ਮੰਨਣਾ ਹੀ ਪੈਣਾ। ਇਹ ਤਾਂ ਠੀਕ ਹੈ। ਸਰ ਬਹੁਤ ਮਿਹਰਬਾਨੀ, ਬਹੁਤ ਵਧੀਆ ਗੱਲਾਂ ਹੁੰਦੀਆਂ ਤੁਹਾਡੀਆਂ। ਥੈਂਕ ਯੂ, ਥੈਂਕ ਯੂ ਸੋ ਮਚ। ਥੈਂਕ ਯੂ।